72% मेरे नंबर तो यूनीवर्सिटी टॉप कर गए जी। कल का मैं अखबार देख रहा 99% नंबर बच्चे दे 100% नंबर बच्चे दे। दैट मीनस सम फॉल्ट जिहड़ा हैगा ये गिट्ठा नाप के नंबर देन लग पे ने। गिणती घट गई है मैं वो टर्म आईएएस की गिनती घटन के बहुत सारे कारण हैगे आ। एक तो जिहड़ी क्वालिटी एजुकेशन हैगी है पंजाब च वो बहुत थल्ले चली गई है कि बच्चे BCA करके आए MCA करके आए ने उन्हां नूं बेसिक कंप्यूटिंग नहीं पता 3-3 साल 5-5 साल के कोर्स कर आए ने जिस तरह फेरी तोरी च डिग्रियां हो गई। जिहड़ा एजुकेशन माफिया विच आया उसने साडा ट्रेंड बदल दिता। किसी ने रोकण की कोशिश नहीं की कि इन्हां ने ट्रेडिशनल पढ़ाई नूं छड्ड के ते जिहड़े धड़ा धड़ कॉलेज खोले। एक इदा हो गया कि जिद्दां इंजीनियरिंग तो बिना कोई पढ़ाई नहीं है। कोई सियाणा बंदा सलाह दिंदा यार इत्थे कख नहीं बनना इंडिया च ये कंपनियां तनख्वाह होण देनी किसी तरीके नाल बाहर निकल जाओ। पिछले दिनों ये हालात बदलते बदलते उल्टे हो गए। पहला ग्रैजुएशन ते जाने शुरू होए फिर +2 ते जाने शुरू होए हुण 10वीं तक के कि पहला तो असीं कहंदे कि ब्रेन ड्रेन हो रहा हुण तां साडी इकोनॉमी भी इत्थों जा रही है। जदों एक एस्टीमेट ये सी कि 67,000 करोड़ रुपया एक साल दे विच विदेशां नूं चले गया। जिस इकोनॉमी चो एक साल च 67,000 करोड़ रुपया निकल गया उस इकोनॉमी के पल्ले की रह गया कि उत्थे दी सोसाइटी बड़ी ओपन ते पंजाबी जिहड़ियां बच्चियां ने उन्हां दी भी बेपत्ती दीयां गल्लां आपां सुणदे पे कि किद्दां हो रहा हैगा सारा कि जिंदगी का मकसद सिर्फ ते सिर्फ शायद पैसा कमाना है। 400 तो वध बच्चे पर डे इंडिया जो बाहर जा रहे हैं। 27 लाख एप्लीकेशन साडी पेंडिंग है बाहर जाने की। जे थोड़े टीचर ही अद्धे ਜਿਹੜੇ ਨੇ ਟੈਂਕੀਆਂ ਤੇ ਚੜੇ ਆ ਤੇ ਸਾਰਾ ਸਾਲ ਐਜੂਕੇਸ਼ਨ ਕਰਦੇ ਨੇ ਤੇ ਬੱਚਿਆਂ ਦੇ ਕੋਲ ਕੀ ਮੈਸੇਜ ਆਂਦਾ ਹੈ। ਬਹੁਤੇ ਲੋਕਾਂ ਨੇ ਇਹਨਾਂ ਗੱਲਾਂ ਨੂੰ ਸੁਣਨਾ ਤਾਂ ਨਹੀਂ ਹੈ ਕਿਉਂਕਿ ਇਹਦੇ ਵਿੱਚੋਂ ਨਾ ਤਾਂ ਕੋਈ ਮਸਾਲਾ ਨਾ ਕੋਈ ਤੜਕਾ ਹੈ ਨਾ ਕੋਈ ਬੜਕਾ ਹੈ ਨਾ ਕੋਈ ਚੱਕ ਲੋ ਧਰ ਲੋ ਵਾਲੀ ਗੱਲ ਹੈ। ਪਰ ਜਿੰਨਿਆਂ ਕੁ ਨੇ ਸੁਣਨਾ ਉਹਦੇ ਵਿੱਚ ਇੱਕ ਸਵਾਲ ਹੋਊਗਾ ਕਿ ਹੁਣ ਸਾਰਾ ਪੰਜਾਬ ਹੀ UPSC ਥੋੜੀ ਕਰੈਕ ਕਰੇਗਾ। ਦੀਵਿਆਂ ਦੇ ਚਾਨਣ ਦੇ ਵਿੱਚ ਪੜ ਕੇ ਵੀ IAS ਬਣੇ ਆ। ਜਦੋਂ ਬੱਚਾ ਇਦਾਂ ਵਾਲ ਖੜੇ ਕਰਕੇ ਤੇ ਕੰਨਾਂ 'ਚ ਮੁੰਦੀਆਂ ਪਾ ਕੇ ਘਰੋਂ ਨਿਕਲਦਾ ਮਾਂ-ਬਾਪ ਨੇ ਕਦੇ ਰੋਕਿਆ? 1200 ਰੁਪਏ ਦਾ ਇੱਕ ਦਿਨ ਦਾ ਜੈਲ ਲਾ ਕੇ ਬੱਚੇ ਜਾਂਦੇ ਨੇ। ਆ ਟੈਟੂ ਬਣਾਉਣੇ ਸ਼ੁਰੂ ਹੋਏ 25,000 ਦਾ ਟੈਟੂ ਬਣਾਉਂਦੇ ਨੇ। ਇੱਕ ਨੇ ਇੱਥੇ ਟੇਢੀ ਥਾਂ ਤੇ ਬਣਾਇਆ। ਮੈਂ ਕਿਹਾ ਵੀ ਇਹ ਕੀ ਹੈ? ਕਹਿੰਦੇ ਜੀ ਇਹ ਸ਼ੌਕ ਇੱਥੇ ਜ਼ਿਆਦਾ ਪੀੜ ਹੁੰਦੀ ਹੈ। ਹਾਈ ਸਕੂਲ ਮੀਨਸ 8ਵੀਂ ਕਲਾਸ ਤੱਕ ਹੋਏਗਾ ਤੇ 11 ਬੱਚੇ ਬੁਲਟ ਮੋਟਰਸਾਈਕਲ ਤੇ ਸਕੂਲੇ ਆਏ ਹੋਏ ਨੇ। ਦੱਸੋ ਇਹ ਕਿਸ ਪਾਸੇ ਦੀ ਕਿਹੜੀ ਸੇਧ ਦੇ ਰਹੇ ਹਾਂ ਅਸੀਂ? ਹਰ ਡਿਫੈਂਸ ਫੋਰਸ 'ਚ ਪੰਜਾਬੀ ਸੀ। ਮੈਕਸੀਮਮ ਮਹਾਰਾਸ਼ਟਰ ਤੇ ਕਰਨਾਟਕਾ ਦੇ ਵਿੱਚ ਗਏ। ਮੈਡੀਕਲ ਕਾਲਜ ਉੱਥੇ ਖੁੱਲੇ। ਸਾਰਾ ਪੰਜਾਬ ਉਧਰ ਨੂੰ ਧੜਾ ਧੜ ਤੁਰ ਪਿਆ। ਐਜੂਕੇਸ਼ਨ ਸਿਸਟਮ ਦੀ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਵੀ ਜਾ ਕਿੱਥੇ ਰਹੇ ਨੇ। ਉਹ ਲੱਗੇ ਜੀ ਬੈਂਡ ਲੱਗੇ ਨੇ ਜੀ ਬੈਂਡ ਲੱਗੇ ਨੇ। ਹੁਣ ਹਾਲਾਤ ਇਹ ਨੇ ਜਿਸ ਬੱਚੇ ਦੇ 7 ਬੈਂਡ ਆ ਜਾਣ ਉਹਨੂੰ ਉਸੇ ਸੈਂਟਰ ਦੇ ਵਿੱਚ ਉਹਨੂੰ ਟੀਚਰ ਰੱਖ ਲਿਆ ਜਾਂਦਾ। ਇਹ ਐਜੂਕੇਸ਼ਨ ਸਿਸਟਮ। ਸੋ ਇਹ ਮਾਂ-ਬਾਪ ਨੂੰ ਨਹੀਂ ਪਤਾ ਲੱਗ ਰਿਹਾ ਕਿ ਬੱਚੇ ਨੂੰ 1.5 ਲੱਖ ਰੁਪਏ ਦਾ ਬੁਲਟ ਮੋਟਰਸਾਈਕਲ ਲੈ ਕੇ ਦੇ ਰਹੇ ਹੋ। ਜੇ ਆਪਾਂ ਡਰੱਗ ਦੀ ਗੱਲ ਕਰੀ ਜਾਈਏ ਕਿ ਡਰੱਗ ਵਾਧੂ ਆ ਰਿਹਾ ਹੈਗਾ 1 ਮਿੰਟ ਲਈ ਮੰਨ ਲਈਏ ਅਸੀਂ ਆਪਣਾ ਚੌਂਕਾ ਚੁੱਲਾ ਸਾਂਭ ਕੇ ਰੱਖਦੇ ਕਿ ਨਹੀਂ? ਘਰ ਦੀਆਂ ਦੀਵਾਰਾਂ ਉੱਚੀਆਂ ਕਰਦੇ ਕਿ ਨਹੀਂ? ਆਪਣੇ ਬੱਚੇ ਤੇ ਬਚਾਓ। ਵਿਕਦਾ ਤੇ ਸ਼ਰੇਆਮ ਦੁੱਧ ਵੀ ਹੈ। ਕਿੰਨੇ ਬੱਚੇ ਦੁੱਧ ਨਹੀਂ ਪੀਂਦੇ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੱਜ ਗੱਲ ਸਾਡੇ ਮੌਜੂਦਾ ਸਿੱਖਿਆ ਸਿਸਟਮ ਨੂੰ ਲੈ ਕੇ ਕਰਾਂਗੇ। ਉਸ ਤੋਂ ਬਾਅਦ ਬੱਚਿਆਂ ਨੇ 10ਵੀਂ 12ਵੀਂ ਤੋਂ ਬਾਅਦ ਜਦੋਂ ਇੱਕ ਸਟਰੀਮ ਚੂਜ਼ ਕਰਨਾ ਹੁੰਦਾ ਹੈ ਬਹੁਤ ਵੱਡੀ ਬੱਚਿਆਂ ਦੇ ਮਨ ਦੇ ਵਿੱਚ ਦੁਵਿਧਾ ਹੁੰਦੀ ਹੈ ਕਿ ਅਸੀਂ ਕਿਸ ਪਾਸੇ ਜਾਈਏ ਕਿਉਂਕਿ ਉਸ ਤੋਂ ਬਾਅਦ ਕਰੀਅਰ ਬਣਾਉਣ ਦੀ ਦੌੜ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਜੇਕਰ ਇਸ ਨੂੰ ਪਹਿਲਾਂ ਸ਼ੁਰੂਆਤੀ ਤੌਰ ਤੇ ਹੀ 5ਵੀਂ 6ਵੀਂ ਜਮਾਤ ਤੋਂ ਸੋਚ ਲਿਆ ਜਾਵੇ ਤੇ ਸ਼ਾਇਦ ਹੋ ਸਕਦਾ ਹੈ ਕਿ ਹੋਰ ਅਸੀਂ ਬਿਹਤਰ ਤਰੀਕੇ ਦੇ ਨਾਲ ਅੱਗੇ ਵੱਧ ਸਕੀਏ। ਪਰ ਜਿਸ ਤਰੀਕੇ ਨਾਲ ਕੁਝ ਦਿਨ ਪਹਿਲਾਂ UPSC ਦਾ ਰਿਜ਼ਲਟ ਆਇਆ ਤੇ ਪੰਜਾਬ ਤੋਂ ਮਹਿਜ਼ 2-3 ਸਟੂਡੈਂਟ ਨਿਕਲ ਕੇ ਆਉਂਦੇ ਆ ਤੇ ਇਨਕਲੂਡਿੰਗ ਇੱਕ ਚੰਡੀਗੜ੍ਹ ਤੇ 4 ਟੋਟਲੇ ਸਾਡੇ ਬਣਦੇ ਆ ਤੇ ਉਸ ਤੋਂ ਬਾਅਦ ਜੇਕਰ ਉਹਨਾਂ ਨੇ ਕਲੀਅਰ ਕੀਤਾ ਤੇ ਫਿਰ ਗੱਲ ਰੈਂਕ ਤੇ ਆ ਕੇ ਖੜੀ ਹੁੰਦੀ ਹੈ ਕਿ ਅਸੀਂ ਕਿੱਥੇ ਖੜੇ ਆ। ਇਹ ਸਾਡੇ ਨਾਲ ਇੱਕ ਵੱਡਾ ਸਵਾਲ ਹੈ। ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਹੋਣ ਕਿ ਸਾਡੀ ਸਰਕਾਰ ਤੋਂ ਬਾਅਦ ਬੱਚੇ ਬਾਹਰੋਂ ਆਉਣਗੇ ਪਰ ਉਸੇ ਸਰਕਾਰ ਦੇ ਮੰਤਰੀ ਸਾਹਿਬ ਕਹਿੰਦੇ ਹੋਣ ਕਿ ਅਸੀਂ ਆਇਲਸ ਨੂੰ ਆਪਣੇ ਸਿਲੇਬਸ ਦੇ ਵਿੱਚ ਜੋੜ ਕੇ ਜਿਹੜਾ ਹੈ ਉਹ ਬੱਚਿਆਂ ਨੂੰ ਇੱਥੋਂ ਜਿਹੜਾ ਹੈ ਬਾਹਰ ਨੂੰ ਤੋਰਾਂਗੇ ਪ੍ਰਵਾਸ ਲਈ। ਤੇ ਪ੍ਰਵਾਸ ਨੇ ਪਹਿਲਾਂ ਹੀ ਪੰਜਾਬ ਨੂੰ ਬਹੁਤ ਕੰਗਾਲ ਕੀਤਾ।
ਜਿੱਥੇ ਹੁਣ ਇਕਨੋਮਿਕਲੀ ਬਹੁਤ ਜ਼ਿਆਦਾ ਕੰਗਾਲ ਕਰ ਰਿਹਾ ਹੈ ਤੇ ਬੌਧਿਕ ਤੌਰ ਤੇ ਤਾਂ ਪਹਿਲਾਂ ਹੀ ਪੰਜਾਬ ਕੰਗਾਲ ਹੋ ਚੁੱਕਿਆ ਹੈ। ਸੋ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਐਜ਼ ਕੰਪੇਅਰ ਟੂ ਅਦਰ ਸਟੇਟ, ਔਰ ਜੋ ਕੁਝ ਪੰਜਾਬ ਕੋਲੇ ਸੁੱਖ ਸੁਵਿਧਾਵਾਂ ਸਹੂਲਤਾਂ ਜਿੰਨੇ ਰਿਸੋਰਸਿਸ ਹੈ, ਤੇ ਉਹਦੇ ਵਿੱਚ ਜਦੋਂ ਟੋਟਲ ਮੁਲਕ ਦੇ ਵਿੱਚੋਂ 933 ਜਿਹੜੇ ਉਮੀਦਵਾਰ ਜਿਹੜੇ UPSC ਕਲੀਅਰ ਕਰਕੇ, ਮੇਨਸ ਕਲੀਅਰ ਕਰਕੇ, ਇੰਟਰਵਿਊ ਦੇ ਵਿੱਚੋਂ ਕਲੀਅਰ ਹੋ ਗਏ ਹੋਣ ਤੇ ਪੰਜਾਬ ਦੇ ਵਿੱਚੋਂ ਆંકੜਾ ਮਹਿਜ਼ 3 ਤੱਕ ਸਿਮਟ ਜਾਵੇ ਤਾਂ ਇਹ ਸਵਾਲ ਵੱਡਾ ਹੈ। ਇਸੇ ਕਰਕੇ ਅੱਜ ਇਸੇ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਕਿ ਸਾਡੀ ਨੌਜਵਾਨੀ ਤੇ ਸਾਡੀ ਸਿੱਖਿਆ ਕਿਸ ਰਾਹ ਦੇ ਉੱਤੇ ਤੁਰੀ ਹੈ ਤੇ ਇਹ ਰਾਹ ਦੇ ਉੱਤੇ ਕਿੰਨੀਆਂ ਚੁਣੌਤੀਆਂ ਦਰਪੇਸ਼ ਨੇ, ਕਿਵੇਂ ਜਿਹੜੀ ਸਾਡੀ ਨੌਜਵਾਨੀ ਕੁਰਾਹੇ ਪੈ ਗਈ ਹੈ ਔਰ ਸਾਡਾ ਸਿੱਖਿਆ ਤੰਤਰ ਲੀਹੋਂ ਲੱਥਦਾ ਜਾ ਰਿਹਾ ਹੈ, ਕਿਵੇਂ ਜਿਹੜਾ ਉਸ ਨੂੰ ਮਜ਼ਬੂਤ ਕੀਤਾ ਜਾ ਸਕਦਾ। ਸਾਡੇ ਨਾਲ ਰਿਟਾਇਰਡ IAS ਆਫੀਸਰਸ ਵੀ ਰਹਿਣਗੇ, ਪਰ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਕਲੀਅਰ ਕੀਤਾ ਉਹਨਾਂ ਦਾ ਰਿਐਕਸ਼ਨ ਕੀ ਹੈ, ਉਹ ਕਿਵੇਂ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਇੱਕ ਵਾਰੀ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਬਚਪਨ ਤੋਂ ਹੀ ਮੈਂ ਆਪਣੀ ਮੰਮੀ ਨੂੰ ਦੇਖਿਆ, ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਇਨਸਪਾਇਰ ਕੀਤਾ ਤੇ ਮੇਰੇ ਭੂਆ ਜੀ ਵੀ ਨੇ ਜੋ ਉਹ ਵੀ PCS ਅਫਸਰ ਨੇ, ਉਹਨਾਂ ਨੂੰ ਵੀ ਦੇਖਿਆ ਮੈਂ ਕਿੱਦਾਂ ਲੋਕਾਂ ਦੀ ਸੇਵਾ ਕਰਦੇ ਆ, ਸਮਾਜ ਵਿੱਚ ਜਾਂਦੇ ਆ ਤੇ ਲੋਕਾਂ ਦੀਆਂ ਤਕਲੀਫਾਂ ਸੁਣ ਕੇ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ, ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਮੇਰਾ ਮੈਸੇਜ ਤਾਂ ਯੂਥ ਨੂੰ ਇਹੀ ਆ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਉੱਪਰ ਭਰੋਸਾ ਕਰੋ। ਤੁਸੀਂ ਇਹ ਸਮਝੋ ਕਿ ਤੁਹਾਨੂੰ ਆਪਣੀ ਜ਼ਿੰਦਗੀ 'ਚ ਕੁਝ ਕਰਨ ਲਈ ਕੁਝ ਨਾ ਕੁਝ ਤਾਂ ਮਿਹਨਤ ਕਰਨੀ ਪਊਗੀ। ਨਸ਼ੇ ਦੇ ਵੱਲ ਜਾਣ ਲਈ ਬੰਦਾ ਤਦ ਹੀ ਮਜਬੂਰ ਹੁੰਦਾ ਹੈ ਜਦ ਉਹਨੂੰ ਆਪਣੀ ਜ਼ਿੰਦਗੀ ਤੋਂ ਕੋਈ ਆਸ ਨਹੀਂ ਰਹਿੰਦੀ, ਕੋਈ ਉਮੀਦ ਨਹੀਂ ਰਹਿੰਦੀ। ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਉੱਪਰ ਭਰੋਸਾ ਕਰੋ ਤੇ ਕੋਈ ਵੀ ਰਾਹ ਜੇ ਚੁਣੋ ਤੇ ਉਹਨੂੰ ਆਪਣੀ ਪੂਰੀ ਲਗਨ ਦੇ ਨਾਲ ਉਸ ਰਾਹ ਵਿੱਚ ਅੱਗੇ ਵਧੋ। ਇਹ ਮੇਰਾ 4th ਅਟੈਂਪਟ ਸੀਗਾ ਜੀ। ਮੈਂ ਕਾਲਜ ਦੇ ਨਾਲ ਤੋਂ ਹੀ ਤਿਆਰੀ ਕਰ ਰਿਹਾ ਸੀ। 2019 ਦੇ ਵਿੱਚ ਮੈਂ ਗ੍ਰੈਜੂਏਟ ਹੋਇਆ। ਮੈਨੇ ਪਹਿਲਾ ਅਟੈਂਪਟ 2019 ਦੇ ਵਿੱਚ ਹੀ ਦਿੱਤਾ ਤੇ ਮੈਂ ਤੀਜੀ ਵਾਰ ਮੇਨਸ ਲਿਖਿਆ ਸੀ, ਪਹਿਲੀ ਵਾਰ ਇੰਟਰਵਿਊ ਦਿੱਤਾ ਸੀ। ਮੈਂ ਇਸ ਦਾ ਸ਼ਿਰਾ ਆਪਣੇ ਮਾਪਿਆਂ ਨੂੰ, ਆਪਣੇ ਸਾਰੇ ਸ਼ੁਭਚਿੰਤਕ ਨੂੰ, ਸਾਰੇ ਟੀਚਰਸ ਨੂੰ, ਸਾਰੇ ਮੈਂ ਮਾਲਿਕ ਨੂੰ ਦਿੰਦਾ ਜੀ। ਦੇਖੋ ਜੀ, ਇਹਦਾ ਕੋਈ ਇੱਕ ਤਰੀਕਾ ਤਾਂ ਨਹੀਂ ਹੈ ਮੇਰੇ ਹਿਸਾਬ ਨਾਲ। ਬਾਕੀ ਬੱਚਿਆਂ ਨੂੰ ਆਪਦੇ ਜਿਹੜੇ ਸਟਰੈਂਥਸ ਤੇ ਵੀਕਨੈਸ ਦੇਖ ਕੇ ਤਾਂ ਉਸ ਹਿਸਾਬ ਨਾਲ ਇੱਕ ਸਟ੍ਰੈਟਜੀ ਫਾਰਮੂਲੇਟ ਕਰਕੇ ਉਸ ਤੇ ਸਟਿਕ ਕਰਨਾ ਚਾਹੀਦਾ। ਅਜੇ ਜੋ ਵੀ ਮੈਨੂੰ ਰਿਸਪੌਂਸਿਬਿਲਿਟੀ ਮਿਲੂਗੀ ਮੈਂ ਉਹਨੂੰ ਆਪਦੀ ਤਹਿ ਦਿਲੋਂ ਪੂਰੇ ਮਨ ਨਾਲ ਕਰਨ ਦੀ ਕੋਸ਼ਿਸ਼ ਕਰੂੰਗਾ। ਇੱਕ ਬਹੁਤ ਪੁਰਾਣੀ ਤੇ ਮਕਬੂਲ ਕਹਾਵਤ ਹੈ ਕਿ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ। ਪੰਜਾਬ ਨੂੰ ਬਹੁਤ ਸਾਰੇ ਸੰਕਟ ਦੇ ਦੌਰ ਦੇ ਵਿੱਚੋਂ ਲੰਘਣਾ ਪਿਆ ਔਰ ਇਸ ਵੇਲੇ ਵੀ ਪੰਜਾਬ ਦੇ ਇੱਕ ਉੱਤੇ ਗੰਭੀਰ ਸੰਕਟ ਹੈ ਜਿਹੜਾ ਕਿ ਬਹੁਤਿਆਂ ਨੂੰ ਨਜ਼ਰ ਨਹੀਂ ਆ ਰਿਹਾ, ਪਰ ਸੰਕਟ ਵੱਡਾ ਹੈ। ਅਸੀਂ ਲੜਾਈਆਂ ਦੇ ਵੱਲ, ਅਸੀਂ ਵਹੀਰਾਂ ਦੇ ਵੱਲ ਔਰ ਅਸੀਂ ਯੁੱਧ ਕਰਨ ਵੱਲ ਔਰ ਮੋਰਚਿਆਂ ਦੇ ਵੱਲ ਬਹੁਤ ਤੇਜ਼ੀ ਨਾਲ ਵਧਦੇ ਹਾਂ। ਆਪਣੇ ਹੱਕਾਂ ਦੇ ਲਈ ਲੋਕ ਵਧਦੇ ਵੀ ਆ, ਪਰ ਸਾਨੂੰ ਇਹ ਵੀ ਸੋਚਣਾ ਹੋਏਗਾ ਕਿ ਕੀ ਅਸੀਂ ਉਸ ਮੁਕਾਮ ਤੇ ਨਹੀਂ ਪਹੁੰਚਣਾ ਜਿੱਥੋਂ ਫੈਸਲੇ ਸੁਣਾਏ ਜਾਂਦੇ ਆ, ਅਸਲੀ ਫੈਸਲਾ ਲੈਣ ਦੀ ਸਥਿਤੀ 'ਚ ਵੀ ਪਹੁੰਚੀਏ। ਕੀ ਅਸੀਂ ਸਿਰਫ ਸਿਰ ਦੇਣੇ ਹੀ ਨੇ ਜਾਂ ਸਿਰ ਵਰਤਣੇ ਵੀ ਨੇ? ਅੱਜ ਇਹ ਵੱਡਾ ਸਵਾਲ ਹੈ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੁਫ ਕਰਵਾਉਂਦਾ ਹੋਇਆ ਚਰਚਾ ਨੂੰ ਅੱਗੇ ਵਧਾਵਾਂਗਾ। ਸਾਡੇ ਨਾਲ ਇਸ ਚਰਚਾ 'ਚ TR ਸਰੰਗਲ ਸਾਹਿਬ, ਐਕਸ IAS ਆਫੀਸਰ ਨੇ, ਉਹ ਜੁੜੇ ਆ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਸਰੰਗਲ ਸਾਹਿਬ ਬਹੁਤ ਅਹਿਮ ਜ਼ਿੰਮੇਵਾਰੀਆਂ ਦੇ ਉੱਤੇ ਜਿਹੜਾ ਹੈ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਹੈ। ਨਹਿਰੂ ਯੁਵਾ ਕੇਂਦਰ ਦੇ ਐਕਸ ਵਾਈਸ ਚੇਅਰਮੈਨ ਰਹੇ ਤੇ ਹੋਰ ਅਹਿਮ ਅਹੁਦਿਆਂ ਦੇ ਉੱਤੇ ਬਿਰਾਜਮਾਨ ਰਹੇ। ਅਮਰਦੀਪ ਸਿੰਘ ਚੀਮਾ ਸਾਹਿਬ ਨੇ ਤੇ ਇਹ ਵੀ ਕਿਸੇ ਸਮੇਂ UPSC ਕਰੈਕ ਕਰ ਚੁੱਕੇ, ਇਹ ਵੀ ਸਾਡੇ ਨਾਲ ਇਸ ਪੈਨਲ 'ਚ ਰਹਿਣਗੇ। ਤੁਹਾਡਾ ਵੀ ਸਵਾਗਤ ਹੈ ਜਨਾਬ, ਜੀਓ ਆਇਆਂ ਨੂੰ। ਸਰੰਗਲ ਸਾਹਿਬ, ਬਿਨਾਂ ਕਿਸੇ ਦੇਰੀ ਤੋਂ ਮੇਰਾ ਜਿਹੜਾ ਪਹਿਲਾ ਸਵਾਲ ਹੈ ਕਿ ਜਿਹੜਾ UPSC 2021 ਦੇ ਨਤੀਜੇ ਕਿ 2 ਬੱਚਿਆਂ ਨੇ ਕਲੀਅਰ ਕਰਨਾ ਤੇ ਉਸ ਤੋਂ ਬਾਅਦ 2023 ਦੇ ਵਿੱਚ 3 ਨਾਮ ਹੀ ਸਾਡੇ ਕੋਲੇ ਆਉਣੇ ਤੇ ਪਹਿਲੇ 50 ਤੋਂ ਅਸੀਂ ਬਾਹਰ ਹੋ ਜਾਣਾ, ਸਾਡੀ ਬੌਧਿਕਤਾ ਤੇ ਸਾਡੇ ਫੈਸਲੇ ਲੈਣ ਦੀ ਪੰਜਾਬ ਦੀ ਸਥਿਤੀ ਔਰ ਪੰਜਾਬ ਦਾ ਭਵਿੱਖ ਕਿੱਥੇ ਖੜਾ ਹੈ? ਧਾਲੀਵਾਲ ਜੀ, ਇਹ ਜਿਹੜਾ ਹੈ ਸਿਸਟਮ ਜੀ, ਇਹਦੇ ਵਿੱਚ ਹੌਲੀ ਹੌਲੀ ਅਸੀਂ ਪਿੱਛੇ ਚਲੇ ਗਏ ਹਾਂ। ਔਰ ਇਸ ਦਾ ਬਹੁਤ ਗਹਿਰਾ ਰਿਲੇਸ਼ਨ ਹੈਗਾ ਸਾਡੇ ਐਜੂਕੇਸ਼ਨ ਸਿਸਟਮ ਦੇ ਨਾਲ। ਮੈਨੂੰ ਯਾਦ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਦੋਂ 69 ਚ ਬਣੀ, ਪੰਜਾਬੀ ਯੂਨੀਵਰਸਿਟੀ ਪਹਿਲੇ ਸੀਗੀ ਤੇ ਪੰਜਾਬ ਯੂਨੀਵਰਸਿਟੀ ਸੀਗੀ। ਜਦੋਂ ਸਾਡੇ ਕੋਲ 3 ਹੀ ਯੂਨੀਵਰਸਿਟੀਆਂ ਸੀ ਤੇ ਨਾਲ PU ਸੀਗੀ ਐਗਰੀਕਲਚਰ ਚ। ਆਫ ਕੋਰਸ ਪੁਰਾਣੇ ਸਿਸਟਮ ਚ ਬੱਚੇ ਤਕਰੀਬਨ ਨਾ ਦੇ ਬਰਾਬਰ ਸੀ, ਹਾਲਾਂਕਿ ਮੈਂ ਖੁਦ ਐਗਰੀਕਲਚਰ ਦਾ ਗ੍ਰੈਜੂਏਟ ਸੀਗਾ ਖਾਲਸਾ ਕਾਲਜ ਅੰਮ੍ਰਿਤਸਰ ਤੋਂ। ਤੇ ਉਸ ਵੇਲੇ ਜਿਹੜੀ IAS ਦੀ ਲਿਸਟ ਆ, ਮੰਨ ਲਓ ਜਿੱਦਾਂ 150 ਜਾਂ 60 ਪੋਸਟਾਂ ਆ ਤੇ ਉਹਦੇ ਵਿੱਚੋਂ 35-36 ਪ੍ਰੋਪਰ IAS ਦੀ ਮੈਂ ਗੱਲ ਕਰ ਰਿਹਾ, ਉਹ ਪੰਜਾਬ ਤੋਂ ਹੋਇਆ ਕਰਦੇ ਸੀਗੇ। ਉਹ ਚੋਂ 10-12 ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ
ਔਰ ਪੰਜਾਬ ਯੂਨੀਵਰਸਿਟੀ ਤੋਂ ਚਲੋ ਹਰਿਆਣਾ ਦੇ ਵੀ ਉਸ ਵੇਲੇ ਨਾਲ ਆਉਂਦੇ ਸੀਗੇ ਜੀ। ਉਹ ਵੀ ਭਾਰੀ ਗਿਣਤੀ ਜਾਂਦੇ ਸੀਗੇ। ਔਰ ਜਿੱਥੋਂ ਤੱਕ ਮਾਰਜਨਲ ਕਮਿਊਨਿਟੀਆਂ ਸ਼ਡਿਊਲ ਕਾਸਟ ਦੀ ਪਾਪੂਲੇਸ਼ਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ, ਸ਼ਡਿਊਲ ਕਾਸਟ ਦੀਆਂ ਪੋਸਟਾਂ ਜੇ 25 ਜਾਂ 26 ਨੇ ਤਾਂ ਤਕਰੀਬਨ 10 ਸਲੋਟ ਜਿਹੜੇ ਆ ਉਹ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਜਿਹੜੇ ਬੱਚੇ ਸੀ ਉਹ ਕਰ ਲੈਂਦੇ ਸੀ। ਉਹ ਖਾਸ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆ ਉਹ ਹੱਬ ਬਣੀ ਸੀਗੀ ਅਨੁਸੂਚਿਤ ਜਾਤੀ ਦੇ, ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ, ਕਿਉਂਕਿ ਪਟਿਆਲੇ 'ਚ ਕੋਚਿੰਗ ਸੈਂਟਰ ਵੀ ਸੀਗਾ ਅਨੁਸੂਚਿਤ ਜਾਤੀਆਂ ਵਾਸਤੇ। ਤੋ ਅੱਜ ਮੈਂ ਜਦੋਂ ਮੁੜ ਕੇ ਨਜ਼ਰ ਮਾਰਦਾ ਤੇ ਮੈਨੂੰ ਇਹ ਦੁੱਖ ਹੁੰਦਾ ਹੈ ਕਿ ਅੱਜ ਅਸੀਂ 1 ਜਾਂ 2 ਤੇ ਆ ਗਏ ਆ, ਔਰ ਪਹਿਲੇ 40 ਰੈਂਕਸ ਦੇ ਵਿੱਚ ਸਾਡਾ ਕੋਈ ਵੀ ਜਿਹੜਾ ਹੈਗਾ ਆ ਬੱਚਾ ਨਹੀਂ ਆਇਆ ਹੈ। ਉਹਦੇ ਦਾ ਕਾਰਨ ਇਹੀ ਇੱਕੋ ਇੱਕ ਹੈ ਕਿ ਮੈਂ ਤੇ ਐਜੂਕੇਸ਼ਨ ਮਾਫੀਏ ਨੂੰ ਇਸ ਲਈ ਜ਼ਿੰਮੇਵਾਰ ਸਮਝਾਂਗਾ ਕਿ ਇਹਨਾਂ ਨੇ ਟ੍ਰੈਡੀਸ਼ਨਲ ਪੜ੍ਹਾਈ ਨੂੰ ਛੱਡ ਕੇ ਤੇ ਜਿਹੜੇ ਧੜਾ ਧੜ ਕਾਲਜ ਖੋਲੇ, ਇੱਕ ਇਦਾਂ ਹੋ ਗਿਆ ਕਿ ਜਿੱਦਾਂ ਇੰਜੀਨੀਅਰਿੰਗ ਤੋਂ ਬਿਨਾ ਕੋਈ ਪੜ੍ਹਾਈ ਨਹੀਂ ਆ, ਤੇ ਇੰਜੀਨੀਅਰਿੰਗ ਕਾਲਜ ਦੀ ਵਿੱਚ ਇਹਨਾਂ ਦੀ ਕੋਈ ਵੀ ਇਨਫਰਾਸਟ੍ਰਕਚਰ ਨਹੀਂ ਸੀਗੀ। ਔਰ ਉਸ ਤੋਂ ਜ਼ਿਆਦਾ ਜਿਹੜਾ ਬੇੜਾ ਗਰਕ ਕੀਤਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਕੀਤਾ। ਉਹਨਾਂ ਨੇ ਐਸੇ ਕਾਲਜਾਂ ਨੂੰ ਅਫੀਲੀਏਸ਼ਨ ਦਿੱਤੀ ਜਿਨ੍ਹਾਂ ਕੋਲ ਕੋਈ ਸਾਜੋ ਸਮਾਨ ਨਹੀਂ ਸੀ, ਕੋਈ ਇਕਵਿਪਮੈਂਟ ਸੀ, ਕੋਈ ਲੈਬਸ ਨਹੀਂ ਸੀਗੀਆਂ। ਬੱਚਿਆਂ ਨੂੰ ਬਿਲਕੁਲ ਬਲੈਂਕ, ਜਿੱਦਾਂ BA ਪਾਸ ਕਰਦੇ ਇਦਾਂ ਇੰਜੀਨੀਅਰਿੰਗ ਕਰਕੇ ਆ ਗਏ। ਜਦੋਂ ਇੰਜੀਨੀਅਰਿੰਗ ਦੇ ਵਿੱਚ ਸੀਟਾਂ ਦਾ ਬੱਚੇ ਘਟ ਜਾਣ ਲੱਗੇ, ਧੜਾ ਧੜ ਇਹਨਾਂ ਨੇ ਐਗਰੀਕਲਚਰ ਦੀ ਸਟਰੀਮ ਜਿਹੜੀ ਸਾਰੇ ਕਾਲਜਾਂ ਨੂੰ ਦੇ ਦਿੱਤੀ। ਐਗਰੀਕਲਚਰ ਦੀ ਸਟਰੀਮ ਜਿੱਥੇ ਐਗਰੀਕਲਚਰ ਫਾਰਮ ਹੈ ਨਹੀਂਗਾ ਉੱਥੇ ਦਿੱਤੀ ਨਹੀਂ ਜਾ ਸਕਦੀ। ਤੁਸੀਂ ਅੱਜ ਦੇਖੋ ਕਿ ਹਰ ਛੋਟੀ ਵੱਡੀ ਇਹ ਜਿਹੜੀ ਕਾਲਜ ਜਾਂ ਯੂਨੀਵਰਸਿਟੀ ਨੇ ਪ੍ਰਾਈਵੇਟ ਸੈਕਟਰ ਇਹਨਾਂ ਨੂੰ ਦਿੱਤੀ ਗਈ ਐਗਰੀਕਲਚਰ ਦੀ ਸਟਰੀਮ, ਉਹਦੇ ਨਾਲ ਜਿਹੜੀ ਸਾਡੀ ਐਜੂਕੇਸ਼ਨ ਸੀਗੀ ਉਹ ਇੱਕ ਕਾਗਜ਼ੀ ਰਹਿ ਗਈ, ਇੱਕ ਡਿਗਰੀ ਰਹਿ ਗਈ, ਤੇ ਉਹਦੇ ਗਿਆਨ ਜਿਹੜਾ ਸੀ ਬੱਚਿਆਂ ਦੇ ਕੋਲ ਕੋਈ ਵੀ ਨਹੀਂ ਆਇਆ। ਇੱਥੋਂ ਤੱਕ ਕਿ ਟੈਕਨੀਕਲ ਯੂਨੀਵਰਸਿਟੀ ਦੇ ਗ੍ਰੈਜੂਏਟਸ ਤੇ ਬਹੁਤ ਸਾਰੀਆਂ ਕੰਪਨੀਆਂ ਨੇ ਕਿਹਾ ਵੀ ਤੁਹਾਨੂੰ ਇੰਟੂ ਤੇ ਆਉਣ ਦੀ ਲੋੜ ਨਹੀਂ ਹੈਗੀ। ਆਪਾਂ ਤੇ IAS ਦੀ ਗੱਲ ਕਰਦੇ ਆ, ਸਾਨੂੰ ਤੇ ਇੱਕ ਜਿਹੜੀਆਂ ਸੈਕੰਡ ਲੈਵਲ ਥਰਡ ਲੈਵਲ ਦੀਆਂ ਕੰਪਨੀਆਂ ਨੇ ਸਾਡੇ ਗ੍ਰੈਜੂਏਟ ਤੋਂ ਉਹੀ ਕਹਿੰਦੇ ਕਿ ਤੁਸੀਂ ਇੰਟੂ 'ਚ ਨਾ ਆਇਓ, ਅਸੀਂ ਤੁਹਾਨੂੰ ਨਹੀਂ ਰੱਖਣਾ ਹੈਗਾ। ਸੋ ਸਾਡੇ ਕੋਲ ਕੁਝ ਇੰਸਟੀਟਿਊਸ਼ਨ ਬਣੇ, IIM ਜਿਹੜਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆ ਅੰਮ੍ਰਿਤਸਰ 'ਚ ਬਣਿਆ। ਸਾਡੇ ਕੋਲ IIT ਬਣਿਆ ਰੋਪੜ ਦੇ ਵਿੱਚ, ਜਿਹੜਾ ਕਿ ਨਵੇਂ IIT ਦੇ ਵਿੱਚੋਂ ਬੈਸਟ IIT ਹੈਗਾ। ਲੇਕਿਨ ਸਾਡੇ ਇਹਨਾਂ ਹਾਇਰ ਲਰਨਿੰਗ ਇੰਸਟੀਟਿਊਸ਼ਨ ਦੇ ਜਿਹੜਾ ISB ਹੈ ਮੋਹਾਲੀ 'ਚ ਬਣਿਆ, ਇਹਨਾਂ ਹਾਇਰ ਲਰਨਿੰਗ ਇੰਸਟੀਟਿਊਸ਼ਨ 'ਚ ਤਾਂ ਉਹ ਬੱਚੇ ਆਦੇ ਨੇ ਜੋ ਬਿਲਕੁਲ ਟੌਪ ਦੇ ਆ ਤੇ ਜਿਨ੍ਹਾਂ ਦਾ ਸਿਵਲ ਸਰਵਿਸ ਵੱਲ ਝੁਕਾਅ ਨਹੀਂ ਹੁੰਦਾ। ਅਸੀਂ ਜਿਹੜੀ ਟ੍ਰੈਡੀਸ਼ਨਲ ਜਿਹੜੀ ਸੀਗੀ ਸਾਡੀ ਸੋਸ਼ਲ ਸਾਇੰਸ ਐਜੂਕੇਸ਼ਨ, ਜਿਹਦੇ 'ਚੋਂ ਬਹੁਤ ਸਾਰੇ ਬੱਚੇ IAS 'ਚ ਆਉਂਦੇ ਸੀ, ਉਹਨੂੰ ਤਾਂ ਬਿਲਕੁਲ ਖਤਮ ਹੀ ਕਰਤਾ। ਸਾਡੇ ਜਿਹੜੇ ਆਪਣੇ ਗਵਰਨਮੈਂਟ ਕਾਲਜਿਸ ਸੀਗੇ ਜਿਨ੍ਹਾਂ 'ਚ ਸੋਸ਼ਲ ਸਾਇੰਸ ਪੜ੍ਹਾਉਂਦੇ ਸੀਗੇ, ਉਹਨਾਂ 'ਚ ਬਹੁਤ ਸਾਰੀਆਂ ਸਾਇੰਸ ਦੀਆਂ ਕਲਾਸਾਂ ਨਹੀਂ ਸਨ, ਉਹ ਅੱਜ ਕਿੱਥੇ ਨੇ? ਖਤਮ ਨੇ। ਕਿਸੇ ਕਾਲਜ 'ਚ 200 ਬੱਚਾ ਤੇ ਕਿਸੇ 300 ਬੱਚਾ। ਅਸੀਂ ਇਹਨਾਂ ਨੂੰ ਇਹ ਇੰਜੀਨੀਅਰਿੰਗ ਵਾਲੀ ਚਾਟੇ ਲਾ ਕੇ ਤੇ ਇੰਜੀਨੀਅਰਿੰਗ ਨੂੰ BA ਦੇ ਬਰਾਬਰ ਇਕੁਏਟ ਕਰਕੇ ਤੇ ਇਹਨਾਂ ਨੂੰ ਕਿਸੇ ਵੀ ਪਾਸੇ ਦਾ ਨਹੀਂ ਛੱਡਿਆ ਸਵਾਏ ਕਿ ਇਹ IELTS ਕਰਨ ਤੇ ਇਹ ਜਹਾਜ਼ ਫੜ ਕੇ ਬਾਹਰ ਜਾਣ। ਉੱਥੇ ਵੀ ਜੋ ਦੁਰਦਸ਼ਾ ਹੋ ਰਹੀ ਹੈ। ਇਹ ਤੋਂ ਪਹਿਲਾਂ ਕਿ ਮੈਂ ਚੀਮਾ ਸਾਹਿਬ ਕੋਲੇ ਜਾਵਾਂ, ਸਰੰਗਲ ਸਾਹਿਬ, ਮੈਂ ਇੱਕ ਗੱਲ ਜਿਵੇਂ ਤੁਸੀਂ ਦੱਸਿਆ ਹੈ, ਜਿਵੇਂ ਤੁਸੀਂ ਇਹ ਸਾਰੀ ਗ੍ਰੈਜੂਏਸ਼ਨ ਦੀ ਗੱਲ ਕਰ ਰਹੇ ਹੋ ਕਿ ਇਹਦੇ ਵਿੱਚ ਇਹ ਚੀਜ਼ ਵੀ ਭਾਰੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਜਿਹੜੀ ਅਸੀਂ ਟੈਕਨੀਕਲ ਐਜੂਕੇਸ਼ਨ ਦੇ ਉੱਤੇ ਜ਼ੋਰ ਦਿੱਤਾ ਹੈ ਤੇ ਜਿਹੜੀਆਂ ਕੁਝ ਪ੍ਰਾਈਵੇਟ ਕੰਪਨੀ ਇਸ ਦਾ ਵੱਧ ਤੋਂ ਵੱਧ ਆਉਣਾ ਤੇ ਵੱਡੇ ਵੱਡੇ ਪੈਕੇਜ ਦੇ ਕੇ ਲਾਲਚ ਦੇ ਕੇ ਉਧਰ ਪਾਸੇ ਜਾਣਾ ਤੇ ਲੋਕਾਂ ਦਾ ਇਸ ਗੱਲ ਤੋਂ ਵੀ ਮੂੰਹ ਮੁੜਿਆ ਵੀ ਕੀ ਇੱਧਰ ਜਾ ਕੇ ਅਸੀਂ ਕੀ ਖੱਟਾਂਗੇ। ਤੇ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਸਾਡੇ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰੀ ਵੜੀ ਹੈ ਔਰ ਸਾਰਾ ਕੁਝ ਇੱਕ ਆਮ ਇੰਪ੍ਰੈਸ਼ਨ ਗਿਆ ਹੈ ਕਿ ਯਾਰ ਇਹ ਜਿਹੜੇ IAS IPS IFS ਹੁੰਦੇ ਆ ਇਹ ਤਾਂ ਚੱਲਣੇ ਤਾਂ ਅਨਪੜ੍ਹ ਨੇਤਾਵਾਂ ਦੇ ਕਹਿਣ ਦੇ ਉੱਤੇ ਹੀ ਹੁੰਦੇ ਤੇ ਜਾਣ ਦਾ ਕੀ ਫਾਇਦਾ। ਇਹ ਵੀ ਅਸਰ ਕਿਤੇ ਨਾ ਕਿਤੇ ਪਿਆ। ਧਾਲੀਵਾਲ ਜੀ, ਮੈਂ ਥੋੜਾ ਜਿਹਾ ਇਸ ਤੋਂ ਡਿਫਰ ਕਰਾਂਗਾ ਕਿ ਜਿਹੜੀ ਕੰਪਨੀਆਂ ਦਾ ਆਪਾਂ ਜਿਹੜਾ ਕਹਿੰਦੇ ਕਿ ਪੈਕੇਜ ਦੇਣਾ ਹੈਗਾ, ਇੱਕ ਜਿੰਨੀਆਂ ਵੀ ਕੰਪਨੀਆਂ ਆਉਂਦੀਆਂ ਨੇ, ਮੈਂ ਕਹਿੰਦਾ ਕਿ ਟੌਪ ਦੇ ਸਟੂਡੈਂਟ ਨੂੰ ਤੁਸੀਂ ਛੱਡ ਦਿਓ, IIT ਰੋਪੜ ਨੂੰ ਛੱਡ ਦਿਓ, ਥਾਪਰ ਨੂੰ ਛੱਡ ਦਿਓ, ਪੈਕ ਨੂੰ ਛੱਡ ਦਿਓ। ਇਸ ਤੋਂ ਇਲਾਵਾ ਜਿੰਨੇ ਵੀ ਇੰਜੀਨੀਅਰਿੰਗ ਕਾਲਜਿਸ ਨੇ ਉਹਨਾਂ 'ਚ ਬੇਸ਼ੱਕ ਕਾਲਜ 'ਚ ਕੋਈ ਕੰਪਨੀ ਨਹੀਂ ਆਉਂਦੀ ਤੇ ਬਾਕੀ ਜਗ੍ਹਾ ਤੇ ਜਿਹੜੀਆਂ ਕੰਪਨੀਆਂ ਆਉਂਦੀਆਂ ਨੇ ਉਹ ਸਾਨੂੰ ਰਿਕਰੂਟ ਕਿੰਨੇ ਪੈਸੇ ਤੇ ਕਰ ਰਹੀਆਂ। ਉਹ 40,000 ਸਾਲਾਨਾ ਪੈਕੇਜ ਦੇ 25 ਤੋਂ 40,000 ਦੀ ਤਨਖਾਹ ਪਰ ਮਾਹ ਸਾਨੂੰ ਲੈ ਕੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਬੱਚੇ ਬਲੈਂਕ ਆ, ਇਹਨਾਂ ਨੂੰ ਕੁਝ ਵੀ ਨਹੀਂ ਆਉਂਦਾ। ਉਹ 2-3 ਮਹੀਨੇ ਤੁਹਾਨੂੰ ਜਿਹੜਾ ਹੈਗਾ ਉਹ ਟ੍ਰੇਨਿੰਗ ਦਿੰਦੇ ਆ। ਉਹ ਬੜੀਆਂ ਕੰਪਨੀਆਂ ਜਿੱਦਾਂ TCS ਹੈ, ਐਕਸੈਂਚਰ ਹੈ, ਇਨਫੋਸਿਸ ਹੈ, ਇਹ ਤੁਹਾਨੂੰ ਲੈ ਕੇ 20,000 ਬੱਚਾ ਇਹ ਹਰ ਸਾਲ
ਰਿਕਰੂਟ ਕਰਦੇ ਨੇ ਤੇ ਜਾ ਕੇ ਤੁਹਾਨੂੰ ਬੈਂਚ ਤੇ ਬਿਠਾ ਦਿੰਦੇ, ਕਹਿੰਦੇ ਬੈਂਚ 'ਤੇ ਤਾਂ ਮੈਂ ਪਹਿਲੀ ਵਾਰ ਸੁਣਿਆ ਸੀ ਜਦੋਂ ਬੈਂਚ ਤੇ ਬਿਠਾ ਦਿੰਦੇ ਨੇ, ਤੁਹਾਡੇ ਕੋਲ ਕੋਈ ਵੀ ਕੰਮ ਨਹੀਂ ਲੈਂਦੇ। ਉਹ ਕਹਿੰਦੇ ਨੇ ਕਿ ਆਹ ਕੰਪਿਊਟਰ ਪਿਆ ਹੈਗਾ, ਜਿਹੜੇ ਸਾਡੇ ਪ੍ਰੋਜੈਕਟ ਚੱਲਦੇ ਨੇ ਉਹਨਾਂ ਨੂੰ ਮੇਲਾਂ ਭੇਜੀ ਜਾਓ, ਆਪਣਾ ਬਾਇਓਡਾਟਾ ਭੇਜੀ ਜਾਓ, ਜੇ ਤੁਹਾਨੂੰ ਕਿਸੇ ਪ੍ਰੋਜੈਕਟ ਵਾਲਾ ਲੈ ਲੇਗਾ ਤੇ ਤੁਸੀਂ ਉੱਥੇ ਲੱਗ ਜਾਓ। ਉਹ 'ਚ ਕਈ ਬੱਚੇ 6-6 ਮਹੀਨੇ ਬੈਂਚ ਤੇ ਬੈਠੇ, ਉਹ ਤਨਖਾਹ ਦੇ ਹੀ ਜਾਂਦੇ ਨੇ, ਉਹਨਾਂ ਨੂੰ ਕੀ ਫਰਕ ਪੈਂਦਾ 25-30 ਹਜ਼ਾਰ ਰੁਪਏ ਤਨਖਾਹ ਦੇਣ ਨੂੰ, ਕਿਉਂਕਿ ਇਹ 25-30 ਹਜ਼ਾਰ ਦੀ ਤਨਖਾਹ ਵਾਲੇ ਜਦੋਂ ਉਹਨਾਂ ਰਿਕਰੂਟ ਕੀਤੇ ਨੇ ਤੇ ਉੱਪਰਲੇ ਪੱਧਰ ਤੋਂ ਉਹਨਾਂ ਨੇ 1.5 ਲੱਖ ਵਾਲੇ ਬੱਚਿਆਂ ਦੀ ਛਾਂਟੀ ਵੀ ਕੀਤੀ ਹੈ। ਸਾਈਮਲਟੇਨੀਅਸਲੀ ਇਹ ਕੰਪਨੀਆਂ ਰਿਕਰੂਟ ਵੀ ਕਰਦੀਆਂ ਕੱਢ ਰਹੀਆਂ ਨੇ। ਉਹ ਜਿਹੜੀ ਇਹ ਬੱਚਿਆਂ ਨੂੰ ਸੀਗਾ ਵੀ ਇਹ ਨੌਕਰੀ ਮਿਲ ਜਾਣੀ ਆ, ਉਹਦਾ ਜਿਹੜੀ ਸੀ ਹਵਾ ਬਹੁਤ ਬੱਚਿਆਂ ਦੀ ਸਾਲ 2 ਸਾਲ 'ਚ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ 'ਚ ਕੁਝ ਨਹੀਂ ਹੋਣ ਵਾਲਾ, ਤੇ ਫਿਰ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੁੰਦਾ ਹੈ। ਕੋਈ ਸਿਆਣਾ ਬੰਦਾ ਸਲਾਹ ਦਿੰਦਾ ਯਾਰ ਇੱਥੇ ਕੱਖ ਨਹੀਂ ਬਣਨਾ ਇੰਡੀਆ 'ਚ, ਇਹ ਕੰਪਨੀਆਂ ਤਨਖਾਹ ਤੁਹਾਨੂੰ ਦੇਣੀ, ਕਿਸੇ ਤਰੀਕੇ ਨਾਲ ਬਾਹਰ ਨਿਕਲ ਜਾਓ। ਜਿਹੜੇ ਉਹ 'ਚੋਂ ਥੋੜ੍ਹੇ ਅੱਛੇ ਬੱਚੇ ਉਹ GRE ਕਰਕੇ USA ਜਾਂਦੇ, USA ਇਜ਼ ਅ ਬਿਗ ਡੈਸਟੀਨੇਸ਼ਨ ਫॉर IT, ਉੱਥੇ ਠੀਕ ਆ। ਤੇ ਜਿਹੜੇ ਨਹੀਂ ਕਰ ਪਾਉਂਦੇ ਉਹ IELTS ਕਰਦੇ ਆ ਤੇ ਕੈਨੇਡਾ ਜਾਂਦੇ ਆ ਤੇ ਆਸਟ੍ਰੇਲੀਆ ਜਾਂਦੇ ਆ, ਨਿਊਜ਼ੀਲੈਂਡ ਜਾਂਦੇ ਆ। ਉਹਦੇ 'ਚੋਂ ਬੇਸ਼ੱਕ ਲੋਕ ਜਿਹੜੇ ਜਾ ਕੇ ਜਾਂ ਉਹ ਟਰੱਕ ਚਲਾਦੇ ਜਾਂ ਉਬਰ ਚਲਾਦੇ, ਟੈਕਨੋਲੋਜੀ ਵਾਲਾ ਤਾਂ ਕੰਮ ਕੋਈ ਹੈ ਨਹੀਂਗਾ। ਹੈ ਨਹੀਂ, ਬਿਲਕੁਲ ਠੀਕ ਹੈ। ਇਹ ਸੀਨ ਹੈ ਜੀ ਧਾਲੀਵਾਲ ਸਾਹਿਬ ਅੱਜ ਦੀ ਡੇਟ, ਜੋ ਮੈਂ ਪਰਸੀਵ ਕੀਤਾ। ਹੋ ਸਕਦਾ ਥੋੜਾ ਬਹੁਤ ਮੈਂ ਗਲਤ ਵੀ ਹੋਵਾਂ। ਨਹੀਂ, ਆਪੋ ਆਪਣੀ ਸੋਚ ਹੈ। ਮੈਂ ਇੱਥੇ ਚੀਮਾ ਸਾਹਿਬ ਨੂੰ ਜ਼ਰੂਰ ਜੋੜਨਾ ਚਾਹੁੰਦਾ। ਚੀਮਾ ਸਾਹਿਬ, ਗੱਲ ਇਹ ਆ, ਪੰਜਾਬ ਬੇਰੁਜ਼ਗਾਰੀ ਨਾਲ ਜੂਝਦਾ ਹੋਇਆ ਖੁਦਕੁਸ਼ੀਆਂ ਦੇ ਰਾਹ ਦੇ ਉੱਤੇ ਪਿਆ, ਨਸ਼ਿਆਂ ਦੀ ਭਰਮਾਰ ਦੇ ਰਾਹ ਦੇ ਉੱਤੇ ਪਿਆ। ਸਾਡੇ ਕੋਲੇ ਗੈਂਗ ਵਾਰ ਦੀਆਂ ਅਸੀਂ ਆਏ ਦਿਨ ਵੀਡੀਓਜ਼ ਦੇਖਦੇ ਹਾਂ ਤੇ ਉਡੀਕ ਕਰ ਰਹੇ ਹਾਂ ਅਸੀਂ ਸਿਵਲ ਸਰਵੈਂਟਸ ਦੀ ਪੰਜਾਬ ਤੋਂ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਇਸ ਹਾਲਾਤਾਂ ਦੇ ਵਿੱਚ ਤੁਸੀਂ ਇਸ ਮੁੱਦੇ ਨੂੰ ਚੁੱਕਿਆ। ਹਾਲਾਤ ਇਹ ਬਣ ਗਏ ਨੇ ਕਿ ਡਿਫਰੈਂਸੀਏਸ਼ਨ ਪੁੰਨ-ਛਾਣ ਕਰਨ ਦਾ ਸਾਡੇ ਵਿੱਚ ਕੋਈ ਵੇਲ ਨਹੀਂ ਹੈਗਾ। ਆਇਲਟਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਸ ਤਰ੍ਹਾਂ ਇਹ ਕੋਈ ਇੱਕ ਸਪੈਸ਼ਲ ਡਿਗਰੀ ਹੈਗੀ ਹੈ। ਜੋ ਭੇਡ ਚਾਲ ਚੱਲੀ ਹੈ, ਸਾਰੀ ਦੁਨੀਆ ਹੀ ਵਿਦੇਸ਼ਾਂ ਨੂੰ ਜਾਣਾ ਚਾਹ ਰਹੀ ਹੈ। ਕੋਈ ਸਮਾਂ ਸੀ ਕਿ 1800 ਦੇ ਕੋਲ ਸਿਵਲ ਸਰਵਿਸਿਜ਼ ਦੇ ਵਿੱਚ ਰਿਕਰੂਟਮੈਂਟ ਹੁੰਦੀ ਸੀ ਤੇ 2 ਲੱਖ ਦੇ ਕੋਲ ਬੱਚੇ ਅਪੀਅਰ ਹੁੰਦੇ ਸੀ। ਜਿਸ ਤਰ੍ਹਾਂ ਸਰੰਗਲ ਸਾਹਿਬ ਨੇ ਕਿਹਾ, ਮੈਜੋਰਿਟੀ ਪੰਜਾਬ ਤੋਂ ਚੱਲਦੀ ਸੀ ਕਿਉਂਕਿ ਐਡਮਿਨਿਸਟ੍ਰੇਸ਼ਨ ਆਂਦੀ ਸੀ, ਉਹਨਾਂ ਦੇ ਖੂਨ 'ਚ ਸੀਗਾ ਕਿ ਅਸੀਂ ਐਡਮਿਨਿਸਟਰ ਕਰਨਾ ਹੈ। ਹੌਲੀ ਹੌਲੀ ਉਹ ਜਿਹੜੀ ਬਦਲਦੀ ਗਈ, ਤੌਰ ਤਰੀਕੇ ਬਦਲਦੇ ਗਏ। ਇਹਦੇ 'ਚ ਬਹੁਤ ਸਾਰੇ ਲੋਕਾਂ ਦਾ ਹਿੱਸਾ ਰਿਹਾ। ਸਭ ਤੋਂ ਵੱਡੀ ਪ੍ਰੋਬਲਮ ਸਾਡੀ ਰਹੀ ਹੈ ਹੀਰੋ ਵਰਸ਼ਿਪ ਹੈ। ਹਮੇਸ਼ਾ ਜਿਹੜੇ ਨਾਰਥ ਇੰਡੀਅਨ ਨੇ ਇਹ ਹੀਰੋ ਵਰਸ਼ਿਪ 'ਚ ਵਿਸ਼ਵਾਸ ਕਰਦੇ ਆਏ ਨੇ ਕਿ ਕਿਸ ਰੋਲ ਮਾਡਲ ਨੂੰ ਅਸੀਂ ਫੋਲੋ ਕਰਨਾ। ਸਾਡੇ ਯੋਧੇ ਰਹੇ ਨੇ, ਲੜਾਈਆਂ 'ਚ ਰਹੇ ਨੇ, ਸਿਆਣਪ 'ਚ ਰਹੇ ਨੇ, ਐਜੂਕੇਸ਼ਨ 'ਚ ਰਹੇ ਨੇ। ਐਡਾ ਵੱਡਾ DAV ਇੰਸਟੀਚਿਊਸ਼ਨ ਚੱਲਿਆ, ਉਹਨਾਂ ਨੂੰ ਰੋਲ ਮਾਡਲ ਨਹੀਂ ਮੰਨਿਆ ਗਿਆ। ਜਿਹੜਾ ਐਜੂਕੇਸ਼ਨ ਮਾਫੀਆ ਵਿੱਚ ਆਇਆ ਉਸ ਨੇ ਸਾਡਾ ਟ੍ਰੈਂਡ ਬਦਲ ਦਿੱਤਾ। ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹ ਆਪ ਮੁਹਾਰੇ ਉਧਰ ਨੂੰ ਤੁਰ ਗਿਆ। ਕਿਸੇ ਨੇ ਜਦੋਂ ਰੋਕ ਟੋਕ ਹੀ ਨਹੀਂ ਹੋਈ, ਦੇ ਬਿਕੇਮ ਦਾ ਮਾਸਟਰਸ। ਮਾਫੀਏ ਦਾ ਇੱਥੋਂ ਸ਼ੁਰੂ ਹੋ ਗਿਆ ਕੰਮ ਕਿ ਪਹਿਲਾਂ ਉਹਨਾਂ ਨੇ ਕਹਿਣਾ ਕਿ ਇਨਟੇਕ ਅਸੀਂ ਆ ਲਵਾਂਗੇ, ਬਾਹਰ ਵਾਲੇ ਪ੍ਰਦੇਸ਼ਾਂ ਦੇ ਵਿੱਚੋਂ ਇੱਥੇ ਰਿਕਰੂਟ ਕਰਨ ਲਈ ਇੰਜੀਨੀਅਰਿੰਗ ਕਾਲਜਸ ਲਈ ਬੱਚੇ ਆਣੇ ਨੇ, ਉਹਨਾਂ ਨੇ ਕਾਉਂਸਲਰ ਭੇਜ ਦੇਣੇ, ਇੱਥੋਂ ਰਿਕਰੂਟ ਹੋਣੇ। ਮੈਕਸੀਮਮ ਮਹਾਰਾਸ਼ਟਰ ਤੇ ਕਰਨਾਟਕਾ ਦੇ ਵਿੱਚ ਗਏ, ਮੈਡੀਕਲ ਕਾਲਜ ਉੱਥੇ ਖੁੱਲੇ, ਸਾਰਾ ਪੰਜਾਬ ਉਧਰ ਨੂੰ ਧੜਾ ਧੜ ਤੁਰ ਪਿਆ। ਉਸ ਤੋਂ ਬਾਅਦ ਇੱਕ ਨਵੀਂ ਖੁੱਲੀ ਇੱਥੇ ਟੈਕਨੀਕਲ ਐਜੂਕੇਸ਼ਨ ਦੀ। ਜਿਨ੍ਹਾਂ ਸਾਲਾਂ 'ਚ ਅਸੀਂ ਇੰਜੀਨੀਅਰਿੰਗ ਕੀਤੀ 170 ਸੀਟਾਂ ਸੀ ਪੰਜਾਬ 'ਚ ਜੀ, ਸਾਰੀਆਂ ਮਿਲਾ ਕੇ, ਔਰ ਅਸੀਂ ਪੇਪਰ ਦੇਣ ਵਾਲੇ ਕੋਈ 70,000 ਲੋਕ। ਅੱਜ ਹਾਲਾਤ ਇਹ ਨੇ 67,000 ਸੀਟ ਹੈ ਟੈਕਨੀਕਲ ਐਜੂਕੇਸ਼ਨ ਦੇ ਵਿੱਚ, ਪੀਕ ਦੇ ਉੱਤੇ ਗਈ ਹੈ। ਔਰ ਐਤਕੀ ਇੰਨਾ ਰੋਲ ਪੈ ਚੁੱਕਿਆ ਇਸ ਟੈਕਨੀਕਲ ਐਜੂਕੇਸ਼ਨ ਦਾ ਕਿ 17,000 ਇਨਟੇਕ ਹੋਈ ਹੈ, 50-55,000 ਖਾਲੀ ਗਈਆਂ ਸੀਟਾਂ। ਲੈਵਲ ਆਫ ਐਜੂਕੇਸ਼ਨ ਕੀ ਹੈ? ਮੈਂ ਐਸੀਆਂ ਇੰਸਟੀਚਿਊਸ਼ਨ ਨੂੰ ਜਾਣਦਾ ਕਿ ਬੱਚੇ BCA ਕਰਕੇ ਆਏ, MCA ਕਰਕੇ ਆਏ ਨੇ, ਉਹਨਾਂ ਨੂੰ ਬੇਸਿਕ ਕੰਪਿਊਟਿੰਗ ਨਹੀਂ ਪਤਾ, 3-3 ਸਾਲ 5-5 ਸਾਲ ਦੇ ਕੋਰਸ ਕਰ ਆਏ ਨੇ। ਜਿਸ ਤਰ੍ਹਾਂ ਫੇਰੀ ਤੋਰੀ 'ਚ ਡਿਗਰੀਆਂ ਹੋ ਗਈਆਂ। ਅੱਜ ਜੋ ਟ੍ਰੈਂਡ ਚੱਲਿਆ, ਹੁਣ ਇੰਨੀਆਂ ਲੈਜੈਂਡ ਸਾਡੇ ਆਏ ਨੇ, 3 ਯੂਨੀਵਰਸਿਟੀਆਂ ਹੁੰਦੀਆਂ ਸੀ, ਹੁਣ ਯੂਨੀਵਰਸਿਟੀਆਂ ਹੀ ਇੰਨੀਆਂ ਜ਼ਿਆਦਾ ਹੋ ਗਈਆਂ ਨੇ ਪੰਜਾਬ 'ਚ ਕਿ ਅੱਗੇ ਕਿਤੇ ਜਨਰਲ ਸਟੱਡੀ ਦੇ ਪੇਪਰ ਹੋਣੇ ਤੇ ਸਾਰਿਆਂ ਨੂੰ ਉਂਗਲੀਆਂ ਤੇ ਗਿਣੀਆਂ ਹੁੰਦੀਆਂ ਸੀ ਵੀ 3 ਪੰਜਾਬ ਦੀਆਂ ਯੂਨੀਵਰਸਿਟੀਆਂ ਤੇ 1 ਚੰਡੀਗੜ੍ਹ ਵਾਲੀ। ਹੁਣ 34-35 ਦੇ ਕੋਲ ਡੀਮਡ ਯੂਨੀਵਰਸਿਟੀਆਂ ਆ ਗਈਆਂ। ਡੀਮਡ ਯੂਨੀਵਰਸਿਟੀਆਂ ਆਪੇ ਆਪਣਾ ਸਿਲੇਬਸ ਬਣਾ ਲੈਂਦੀਆਂ, ਆਪੇ ਆਪਣਾ ਐਜੂਕੇਸ਼ਨ ਪਰਫਾਰਮੈਂਸ ਜਿਹੜੀ ਹੈਗੀ ਉਹ ਆਪੇ ਦੇ ਲੈਂਦੀਆਂ, ਆਪੇ ਬੱਚੇ ਪਾਸ ਹੋ ਜਾਂਦੀਆਂ। ਤੇ ਪੁੱਛੇਗਾ ਕੌਣ? ਲੈਵਲ ਆਫ ਐਜੂਕੇਸ਼ਨ ਕਿੱਥੇ ਗਿਆ? ਜਿਹੜੇ ਟੀਚਰਸ ਨੇ
ਉਹਨਾਂ ਦੀ ਕਿੱਥੋਂ ਪੁੰਨ ਛਾਣ ਹੋ ਰਹੀ ਹੈ। ਇੱਕ ਵਾਰ ਰਿਕਰੂਟ ਹੋ ਗਏ, ਦੇ ਆਰ ਦਾ ਅਲਟੀਮੇਟ ਮਾਸਟਰਸ। ਸੋ ਇਸ ਦਾ ਜਿਹੜਾ ਨਵਾਂ ਚੱਲਿਆ ਆਇਲਟਸ ਆ, ਇਹ ਐਸੀ ਭੇਡ ਚਾਲ ਚੱਲ ਗਈ ਹੈ। ਪਹਿਲਾਂ ਅਸੀਂ ਸੁਪਰ ਸਪੈਸ਼ਲਾਈਜੇਸ਼ਨ ਲਈ ਜਾਂਦੇ ਸੀ, MBBS ਕਰਦੇ ਸੀ, MS ਇੱਥੋਂ ਕਰਕੇ ਕਿਸੇ ਇੱਕ ਚੀਜ਼ ਲਈ ਵਿਦੇਸ਼ਾਂ ਦੇ ਵਿੱਚ ਸਟੂਡੈਂਟ ਜਾਂਦੇ ਹੁੰਦੇ ਸੀਗੇ, ਸੁਪਰ ਸਪੈਸ਼ਲਾਈਜੇਸ਼ਨ ਉਹਨੂੰ ਕਹਿੰਦੇ ਸੀ। ਅਸੀਂ ਇੱਥੇ ਇੰਜੀਨੀਅਰਿੰਗ ਕਰ ਲਈ, MTech ਕਰ ਲਈ, ਫਿਰ ਕਿਸੇ ਫੋਰਨ ਯੂਨੀਵਰਸਿਟੀ 'ਚ ਜਾਣਾ, ਫੁੱਲ ਸਕਾਲਰਸ਼ਿਪ ਤੇ ਜਾਣਾ, ਉਹਨਾਂ ਤੁਹਾਨੂੰ ਵੈਲਕਮ ਕਰਨਾ ਕਿ ਕੋਈ ਪੜ੍ਹੇ ਲਿਖੇ ਲੋਕ ਆਏ ਨੇ। ਪਿਛਲੇ ਦਿਨਾਂ 'ਚ ਇਹ ਹਾਲਾਤ ਬਦਲਦੇ ਉਲਟੇ ਹੋ ਗਏ। ਪਹਿਲਾਂ ਗ੍ਰੈਜੂਏਸ਼ਨ ਤੇ ਜਾਣੇ ਸ਼ੁਰੂ ਹੋਏ, ਫਿਰ +2 ਤੇ ਜਾਣੇ ਸ਼ੁਰੂ ਹੋਏ, ਹੁਣ 10ਵੀਂ ਤੱਕ ਹੈ। ਉਹ ਦਿਨ ਜ਼ਿਆਦਾ ਦੂਰ ਨਹੀਂ ਹੈਗੇ, 8ਵੀਂ ਕਲਾਸ 'ਚ ਬੱਚੇ ਐਡਮਿਟ ਹੋਣਗੇ ਤੇ ਨਾਲ ਪੇਰੈਂਟਸ ਨੂੰ ਫ੍ਰੀ PR ਮਿਲ ਜਾਏਗੀ। ਤੇ ਸਾਡੇ ਬੰਦਿਆਂ ਨੇ ਉਧਰ ਨੂੰ ਧੜਾ ਧੜ ਚਾਲੇ ਪਾ ਦੇਣੇ ਨੇ। ਕਿਸੇ ਬੰਦੇ ਨੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਗੱਲ ਕਰਦੇ ਸੀ ਨਾ ਚੀਮਾ ਸਾਹਿਬ ਕਿ ਪਹਿਲਾਂ ਤਾਂ ਅਸੀਂ ਕਹਿੰਦੇ ਕਿ ਬ੍ਰੇਨ ਡਰੇਨ ਹੋ ਰਿਹਾ, ਹੁਣ ਤਾਂ ਸਾਡੀ ਇਕਨੋਮੀ ਵੀ ਇੱਥੋਂ ਜਾ ਰਹੀ ਹੈ। ਜਦੋਂ ਉੱਥੇ ਬੈਠਾ ਕੋਈ ਬੱਚੇ ਕਹਿ ਰਹੇ ਆ ਕਿ ਯਾਰ ਛੱਡੋ, ਤੁਸੀਂ ਮਾਪਿਆਂ ਨੂੰ ਕਹਿੰਦੇ ਵੀ ਆ ਜਾਓ ਵੇਚ ਵੱਟ ਕੇ, ਇੱਥੇ ਕੀ ਰੱਖਿਆ। ਹੁਣ ਤਾਂ ਜ਼ਮੀਨਾਂ ਵੇਚ ਵੱਟ ਕੇ ਜਾਣ ਲੱਗੇ ਨਾ, ਪਹਿਲਾਂ ਤਾਂ ਕੁਝ ਸਾਲਾਂ ਲਈ ਕਮਾਉਣ ਲਈ ਜਾਂਦੇ ਸੀ, ਆ ਕੇ ਇੱਥੇ ਹੋਰ ਇਨਵੈਸਟ ਕਰਦੇ ਸੀ। ਉਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੂੰਗਾ ਇਸੇ ਚੀਜ਼ ਦੇ ਉੱਤੇ, ਬਿਕਾਜ਼ ਮੈਂ ਕੌਮੀ ਵਾਈਸ ਚੇਅਰਮੈਨ ਸੀ। ਦੁਨੀਆ ਦੀ ਸਭ ਤੋਂ ਵੱਡੀ ਯੂਥ ਆਰਗੇਨਾਈਜੇਸ਼ਨ ਹੈ। ਪ੍ਰਧਾਨ ਮੰਤਰੀ ਜੀ ਦੇ ਮਾਰਗਦਰਸ਼ਨ ਹੇਠ ਅਸੀਂ ਸੋਚਿਆ ਵੀ ਨੌਜਵਾਨੀ ਦਾ ਸਕਿੱਲ ਅਪਗ੍ਰੇਡ ਕਰੋ। ਇਹ ਪਿੰਡਾਂ 'ਚੋਂ ਸ਼ਹਿਰਾਂ 'ਚ ਨਾ ਹਿਜਰਤ ਕਰਨ, ਸ਼ਹਿਰਾਂ ਤੋਂ ਵੱਡੇ ਸ਼ਹਿਰਾਂ 'ਚ, ਤੇ ਉੱਥੇ ਆਲਰੇਡੀ ਅਰਬਨ ਇਨਫਰਾਸਟ੍ਰਕਚਰ ਇੰਨਾ ਭਾਰੀ ਭਰਕਮ ਮੁਸ਼ਕਲ 'ਚ ਆਇਆ ਪਿਆ, ਹੋਰ ਨਾ ਉੱਥੇ ਉਸ ਪਾਸੇ ਨੂੰ ਮਾਈਗ੍ਰੇਸ਼ਨ ਹੋਵੇ। ਉੱਥੇ ਜਦੋਂ ਇਹ ਨਵੀਆਂ ਚੀਜ਼ਾਂ ਪਤਾ ਲੱਗੀਆਂ ਕਿ ਸਾਡੀ ਸੋਚ ਦੇ ਵਿੱਚ ਜੋ ਕਮੀ ਆ ਗਈ, ਵਿਦੇਸ਼ਾਂ ਨੂੰ ਜੋ ਆਪ ਮੁਹਾਰੇ ਤੁਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਕਿਸੇ ਨੇ ਦੇਖਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਪੁੱਛਣ। ਮੈਂ ਇੱਕ ਭਾਰਤ ਸਰਕਾਰ ਦੇ ਡੈਲੀਗੇਸ਼ਨ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਅਸੀਂ ਗਏ ਪ੍ਰੋਗਰਾਮ ਯੂਥ ਡਿਵੈਲਪਮੈਂਟ ਦਾ ਸੀਗਾ। ਮੈਂ ਤੁਹਾਨੂੰ ਕੰਪੈਰੀਜ਼ਨ ਦੱਸਣ ਲੱਗਾ। ਜੀ। ਅਸੀਂ ਇੱਕ ਯੂਨੀਵਰਸਿਟੀ, ਬੜੀ ਨਾਮਵਰ ਯੂਨੀਵਰਸਿਟੀ ਹੈ, ਉੱਥੇ ਪਹੁੰਚ ਗਏ ਉਹਨਾਂ ਦੇ ਕੈਂਪਸ ਦੇ ਵਿੱਚ। ਅੱਗੋਂ ਪ੍ਰੋਟੋਕਾਲ ਵਾਲੇ ਸਾਡੇ ਅੰਬੈਸੀ ਦੇ ਨਾਲ ਸੀਗੇ। ਅਸੀਂ ਉੱਥੇ ਪਹੁੰਚ ਗਏ, ਮੈਂ ਘੁੰਮ ਫਿਰ ਕੇ ਦੇਖਿਆ ਚਾਰੋਂ ਪਾਸੇ ਵੀ। ਮੈਂ ਕਿਹਾ ਵੀ ਇਹ ਐਡਮਿਨਿਸਟ੍ਰੇਟਿਵ ਹੈ ਜਾਂ ਆਊਟ ਆਫਿਸ ਹੈ ਕੋਈ? ਕਹਿੰਦਾ ਸਰ ਦਿਸ ਇਜ਼ ਦਾ ਯੂਨੀਵਰਸਿਟੀ। ਮੈਂ ਕਿਹਾ ਯਾਰ ਮੈਨੂੰ ਭੁਲੇਖਾ ਲੱਗਿਆ, ਜੇ ਇਹ 7 ਸ਼ਾਪ ਕਮ ਫਲੈਟ ਦੇ ਵਿੱਚ ਯੂਨੀਵਰਸਿਟੀ ਹੈ ਤੇ ਸਾਡੀ ਤਾਂ ਉੱਥੇ 1200 ਏਕੜ ਦੀਆਂ ਯੂਨੀਵਰਸਿਟੀਆਂ, ਇੰਨਾ ਭੁਲੇਖਾ ਤੇ ਸਾਨੂੰ ਲੱਗ ਨਹੀਂ ਸਕਦਾ। ਕਹਿੰਦੇ ਜੀ ਓਪਨ ਯੂਨੀਵਰਸਿਟੀ ਨੇ। ਹੁਣ ਸਾਡੇ ਬੰਦਿਆਂ ਨੇ ਬਾਹਰ ਜਾਣ ਲਈ ਕਿਸੇ ਨੇ ਚੈੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਸ ਯੂਨੀਵਰਸਿਟੀ ਦੀ ਰੈਕੋਗਨੀਸ਼ਨ ਹੈ ਕਿ ਨਹੀਂ ਹੈ। ਹੁਣ ਜਿਹੜਾ ਇਕਨੋਮਿਕ ਗੱਲ ਆ ਰਹੀ ਹੈ, ਕੈਨੇਡਾ ਇਜ਼ ਅੰਡਰ ਹੈਵੀ ਡੈਟ। ਉਹਨਾਂ ਦਾ ਸੋਵਰਨ ਡੈਟ ਹੀ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ। ਉਸੇ ਚੀਜ਼ ਨੂੰ ਅੱਗੇ ਤੋਰਦਿਆਂ ਹੋਇਆਂ ਲੀਡ ਬੈਂਕਰ ਨਾਲ ਗੱਲ ਕੀਤੀ, ਸਟੇਟ ਦੇ ਨਾਲ। ਇੱਕ ਐਸਟੀਮੇਟ ਇਹ ਸੀ ਕਿ 67,000 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਵਿਦੇਸ਼ਾਂ ਨੂੰ ਚਲੇ ਗਿਆ। ਉਹਦੇ 'ਚ 30,000 ਕਰੋੜ ਪਹਿਲੇ ਸਾਲ ਦੀ ਫੀਸ ਹੈ, 27 ਤੋਂ 28,000 ਕਰੋੜ ਹੈ ਜਿਹੜੀ ਪਿਛਲੇ ਸਾਲ ਦੀਆਂ ਫੀਸਾਂ ਨੇ ਅਗਲੇ ਸਾਲ 'ਚ ਦੇਣੀਆਂ ਨੇ, ਤੇ 10,000 ਕਰੋੜ ਦੇ ਕੋਲ ਐਵਰੇਜ ਐਸਟੀਮੇਟ ਸੀਗਾ ਬੈਂਕਰਸ ਦਾ ਕਿ ਜਿਹੜਾ ਰੈਗੂਲਰ ਟ੍ਰਾਂਸਫਰ ਹੁੰਦਾ ਹੈ ਪੈਸਾ। ਸਾਡੀ 1,60,000 ਕਰੋੜ ਦੇ ਕੋਲ ਸਾਡਾ ਬਜਟ ਹੈ, 70 ਦੇ ਕੋਲ ਮੰਨ ਲਓ, ਇਹਦੇ ਵਿੱਚ ਵੇਰੀ ਕਰਦਾ। ਜਿਸ ਇਕਨੋਮੀ 'ਚੋਂ ਇੱਕ ਸਾਲ 'ਚ 67,000 ਕਰੋੜ ਰੁਪਈਆ ਨਿਕਲ ਗਿਆ, ਉਸ ਇਕਨੋਮੀ ਦੇ ਪੱਲੇ ਕੀ ਰਹਿ ਗਿਆ? ਹੁਣ ਆ ਗਈ ਦੂਸਰੀ ਗੱਲ। ਜਿਹੜੇ ਪਹਿਲਾਂ ਬੱਚੇ ਬਾਹਰ ਜਾਂਦੇ ਸੀਗੇ ਪੜ੍ਹਨ, ਉਹ ਇਹ ਦੇਖਦੇ ਸੀਗੇ ਕਿ ਕਰਜ਼ਾ ਚੁੱਕਿਆ ਮਾਂ-ਬਾਪ ਨੇ, ਕੋਈ ਰੈਗੂਲਰ ਤੇ ਕੋਈ ਹੱਥ ਉਧਾਰਾ, ਉਹ ਅਸੀਂ ਪਹਿਲਾਂ ਮੋੜਨਾ ਵਾਪਸ, ਉਹ ਆਣਾ, ਫਿਰ ਉਹਨਾਂ ਨੇ ਵਾਪਸ ਪੈਸੇ ਵੀ ਭੇਜਣੇ। ਹੁਣ RBI ਦਾ ਐਸਟੀਮੇਟ ਇਹ ਕਹਿ ਰਿਹਾ ਕਿ 22 ਤੋਂ 23% ਰੀਪੈਟਰੀਏਸ਼ਨ ਹੋਈ ਹੈ, ਅੱਗੇ 4% ਤੱਕ ਉਹਨਾਂ ਦਾ ਅਨੁਮਾਨ ਹੈ ਕਿ ਇੱਥੇ ਤੱਕ ਪਹੁੰਚ ਜਾਣੀ ਹੈ। ਹੁਣ ਜਿਹੜਾ ਬੱਚਾ ਬਾਹਰ ਚਲੇ ਜਾਂਦਾ, ਉਹ ਬੈਂਕਾਂ ਦੇ ਥਰੂ ਪੈਸਾ ਲੈ ਕੇ ਗਿਆ, ਮਾਂ-ਬਾਪ ਦੀ ਜੀਵਨ ਭਰ ਦੀ ਕਮਾਈ ਹੈ, FDR ਨੇ, ਉਹਨਾਂ ਦੇ GP ਫੰਡ ਨੇ, ਔਰ ਉਹਦੀ ਸਿਹਤ ਦੇ ਉੱਤੇ ਢੇਲਾ ਅਸਰ ਨਹੀਂ ਗਾ ਕਿ ਮਾਂ-ਬਾਪ ਦੀ 40 ਸਾਲ ਦੀ ਕਮਾਈ ਹੈ, ਉਹ ਪੈਸੇ ਟ੍ਰਾਂਸਫਰ ਕਰਾ ਕੇ ਬਾਹਰ ਚਲੇ ਗਿਆ। ਹੁਣ ਉਹਨੇ ਉੱਥੇ ਜਾ ਕੇ ਕੀ ਦੇਖਣਾ ਹੈ? ਕ੍ਰੈਡਿਟ ਇਕਨੋਮੀ ਹੈ, ਕ੍ਰੈਡਿਟ ਡਰਿਵਨ। ਉਹਨੇ ਕਹਿਣਾ ਮੈਨੂੰ ਡੇਲੀ ਦੇ $10 ਪੈ ਜਾਂਦੇ ਨੇ ਬੱਸ ਦਾ ਖਰਚਾ, ਮੈਂ $1,200-1,300 ਦੀ ਉੱਥੇ ਕਾਰ ਲੈ ਲੈਣਾ। ਮਾਂ-ਬਾਪ ਇੱਥੇ ਪਿੱਛੇ ਖੁਸ਼, ਵਾਹ ਜੀ ਵਾਹ ਪੁੱਤ ਸਾਡੇ ਨੇ ਪਹਿਲੇ ਸਾਲ ਹੀ ਕਾਰ ਲੈ ਲਈ। ਉਸ ਤੋਂ ਬਾਅਦ ਜਦੋਂ $600-700 ਦਾ ਰੈਂਟ ਪੈਂਦਾ, ਉਹ ਕਹਿੰਦੇ ਜੀ 1200 ਦੇ ਕਿਸ਼ਤ ਹੋ ਜਾਣੀ। ਇਹਦਾ ਮਤਲਬ ਯੂ ਆਰ ਬਾਉਂਡ ਫॉर ਨੈਕਸਟ 20 ਇਅਰਸ। ਹੁਣ ਤੇ ਉਹ ਬੱਚਾ ਵਾਪਸ ਨਹੀਂ ਆਊਗਾ। ਜਦੋਂ ਪਰਿਵਾਰ ਵਧੇਗਾ, ਸਾਡੇ ਬੱਚਿਆਂ ਦੇ ਮਾਂ-ਬਾਪ ਉੱਥੇ ਬੱਚੇ ਖਿਡਾਉਣ ਜਾਣਗੇ। ਮੈਜੋਰਿਟੀ ਇਹ ਹਾਲਾਤ ਹੋ ਗਏ ਨੇ। ਹੁਣ ਉਹ ਰੀਪੈਟਰੀਏਸ਼ਨ ਹੋਣੀ ਨਹੀਂ, ਇਸ ਇਕਨੋਮੀ 'ਚ ਨਵਾਂ ਘਰ ਨਹੀਂ ਬਣਨਾ, ਨਵੀਂ ਪੈਲੀ ਬੰਨਾ ਨਹੀਂ ਖਰੀਦਣਾ ਕਿਸੇ ਨੇ, ਨਵੀਂ ਕਾਰ ਨਹੀਂ ਖਰੀਦਣੀ, ਤੇ ਇਕਨੋਮੀ ਦੇ ਵਿੱਚ ਪੈਸਾ ਕਿੱਥੋਂ ਆਣਾ? ਰੋਟੇਸ਼ਨ ਕਿਸ ਤਰ੍ਹਾਂ ਹੋਣੀ ਹੈ?
ਉਹਦੇ ਕਰਕੇ ਹੁਣ ਲੇਟਲੀ ਜੋ ਪਿਛਲੇ ਦਿਨਾਂ ਦੇ ਵਿੱਚ ਗਲੋਬਲ ਰਿਸੈਸ਼ਨ ਹੋ ਰਿਹਾ ਸੀਗਾ ਤੇ ਜਿਹੜੇ ਬੱਚਿਆਂ ਨੇ ਉੱਥੇ ਹੁਣ ਜੌਬ ਕਿੰਨੀ ਕੁ ਮਿਲ ਰਹੀ ਹੈ ਜਾ ਕੇ ਕੈਨੇਡਾ ਅਮਰੀਕਾ 'ਚ, ਇੱਕ ਐਵਰੇਜ ਜੋ ਨਿਕਲਿਆ ਹੈ 400 ਤੋਂ ਵੱਧ ਬੱਚੇ ਪਰ ਡੇ ਇੰਡੀਆ 'ਚੋਂ ਬਾਹਰ ਜਾ ਰਹੇ ਨੇ। ਇੱਕ ਮੈਂ ਐਸਟੀਮੇਟ ਦੇਖ ਕੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਨਾਲ ਮਾਨਯੋਗ ਐਕਸਟਰਨਲ ਅਫੇਅਰ ਮਿਨਿਸਟਰ ਸਾਹਿਬ ਕੋ ਟੇਕ ਅਪ ਕੀਤਾ। 27 ਲੱਖ ਐਪਲੀਕੇਸ਼ਨ ਸਾਡੀ ਪੈਂਡਿੰਗ ਹੈ ਬਾਹਰ ਜਾਣ ਲਈ। 27 ਲੱਖ 2.7 ਮਿਲੀਅਨ, ਫਿਰ ਇਹ ਅਖਬਾਰਾਂ 'ਚ ਵੀ ਰਿਪੋਰਟ ਹੋਇਆ। ਇਹਦਾ ਮਤਲਬ ਉਸ ਬੱਚੇ ਨੇ ਘੱਟ ਤੋਂ ਘੱਟ 2 ਸਮੈਸਟਰ ਦਾ ਫੀਸ ਜਮ੍ਹਾਂ ਕਰਾਈ ਹੈ ਐਡਵਾਂਸ, ਤਾਂ ਹੀ ਉਹਨੂੰ ਵੀਜ਼ੇ ਲਈ ਲੈਟਰ ਮਿਲਿਆ। ਬਿਲਕੁਲ। ਤੇ ਜੇ ਉਹ ਖੁਦਾ ਨਾ ਖਾਸਤਾ ਜਿਸ ਤਰ੍ਹਾਂ ਕੋਵਿਡ 'ਚ ਬੱਚੇ ਨਿਕਲ ਗਏ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਰਿਫੰਡ ਕਰ ਲਓ ਜਾਂ ਅੱਗੇ ਲੈ ਜਾਓ, ਉਧਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਉਹ ਪੈਸੇ ਵੀ ਮਾਰੇ ਗਏ, 2-2 ਲੱਖ ਰੁਪਏ ਦੀ ਟਿਕਟ ਲੈ ਕੇ ਬਾਹਰ ਚਲੇ ਗਏ। ਇਹ ਸਿਰਫ ਇੱਕ ਇਲੀਗਲ ਐਂਟਰੀ ਜਿਹੜੀ ਡੌਂਕੀ ਲਾ ਕੇ ਕੰਧਾਂ ਟੱਪ ਕੇ ਤੇ ਰਾਤ-ਰਾਤ ਚੱਲ ਕੇ ਜਾਂਦੇ ਸੀ, ਸਿਰਫ ਉਹਨਾਂ ਨੂੰ ਇੱਕ ਐਂਟਰੀ ਮਿਲ ਗਈ। ਫਿਊਚਰ ਦਾ ਕੀ ਸਕੋਪ ਹੈ ਉੱਥੇ, ਇਹ ਕਿਸੇ ਨੇ ਕੋਈ ਸਟੱਡੀ ਨਹੀਂ ਕੀਤਾ। ਹੁਣ ਨਾਓ ਕਮਿੰਗ ਬੈਕ ਟੂ ਬੀਇੰਗ ਐਡਮਿਨਿਸਟਰਡ, ਪੰਜਾਬ ਦੇ ਵਿੱਚੋਂ ਇੱਕ ਟਾਈਮ ਸੀ ਜਦੋਂ ਅਸੀਂ ਨਵੇਂ-ਨਵੇਂ ਗ੍ਰੈਜੂਏਟ ਹੋ ਕੇ ਨਿਕਲੇ। ਅੱਜ ਮੈਂ ਬੜੇ ਸ਼ਾਨ ਦੇ ਨਾਲ ਕਹਿਣਾ ਚਾਹੁੰਦਾ 9 ਯੂਨੀਅਨ ਗਵਰਨਮੈਂਟ ਦੇ ਸੈਕਟਰੀ ਸੀਗੇ ਜਿਹੜੇ ਪੰਜਾਬ ਕਾਡਰ ਦੇ ਸੀਗੇ। ਮਿਸਟਰ ਐਨ ਵੋਰਾ ਤੋਂ ਲੈ ਕੇ ਦਰਸ਼ਨ ਕੁਮਾਰ ਜੀ ਤੋਂ ਲੈ ਕੇ ਮੈਂ ਨਾਮ ਤਾਂ ਲਏ ਨੇ ਕਿ ਉਹ ਬੈਚ ਸੀਗਾ 10 ਆਊਟ ਆਫ 62 ਡਿਪਾਰਟਮੈਂਟਾਂ ਦੇ ਵਿੱਚੋਂ। ਅੱਜ ਦੇਖ ਲਓ ਕੀ ਹਾਲਾਤ ਨੇ। ਜਿਹੜਾ ਅੱਜ ਦਾ ਪੂਰ ਪਿਆ ਹੈ ਇਹ ਬੜਾ ਔਖਾ ਸਾਨੂੰ ਮੁਸ਼ਕਲ ਕਰੇਗਾ। ਮੈਂ ਨਾ ਇੱਕ ਸਰੰਗਲ ਸਾਹਿਬ ਇੱਕ ਗੱਲ, ਜਿਵੇਂ ਚੀਮਾ ਸਾਹਿਬ ਨੇ ਡੀਮਡ ਯੂਨੀਵਰਸਿਟੀਜ਼ ਦੀ ਹੋਰ ਬਹੁਤ ਲੰਬੀ ਫਹਿਰਿਸਤ ਗਿਣਾਈ ਹੈ। ਪਹਿਲਾਂ ਸਾਡੇ ਕੋਲੇ 1-2 ਗਿਣਤੀ ਦੀਆਂ ਉਂਗਲਾਂ ਤੇ ਯੂਨੀਵਰਸਿਟੀਜ਼ ਤੇ ਕੁਝ ਕੁ ਗਿਣਤੀ ਦੇ ਨਾਮੀ ਗ੍ਰਾਮੀ ਕਾਲਜਿਸ ਹੁੰਦੇ ਸੀਗੇ। ਹੁਣ ਤਾਂ ਕਾਲਜਿਸ ਵੀ ਬਹੁਤ ਨੇ, ਸਕੂਲ ਬਹੁਤ ਨੇ। ਸਾਡੇ ਕੋਲ ਤਾਂ ਕਿੰਨੇ ਮਾਡਰਨ ਹਾਈ ਟੈਕਨੋਲੋਜੀ ਵਾਲੇ ਸਕੂਲ ਕਾਲਜ ਯੂਨੀਵਰਸਿਟੀਜ਼ ਨੇ। ਤੇ ਇਧਰਲੇ ਪਾਸੇ ਅੰਕੜਾ ਸਾਡਾ ਘਟਦਾ ਜਾ ਰਿਹਾ। ਪਹਿਲਾਂ ਘੱਟ ਰਿਸੋਰਸਿਸ ਦੇ ਵਿੱਚ ਅਸੀਂ ਮੈਜੋਰਿਟੀ ਦੇ ਵਿੱਚ ਸੀਗੇ, ਹੁਣ ਅਸੀਂ ਮਿਨੋਰਿਟੀ ਦੇ ਵਿੱਚ ਆ ਗਏ। ਇਹ ਜਿਹੜਾ ਕਾਲਜ ਤਾਂ ਬਹੁਤ ਖੁੱਲ ਗਏ ਨੇ, ਲੇਕਿਨ ਕੁਆਂਟੀਟੀ ਵਧੀ ਹੈ, ਕੁਆਲਿਟੀ ਤੇ ਵਧੀ ਨਹੀਂ ਹੈ। ਮੈਂ ਮਿਨੋਰਿਟੀ ਵਾਲਾ ਜਿਹੜਾ ਤੁਸੀਂ ਥੋੜਾ ਜਿਹਾ ਨਹੀਂ, ਮੈਂ ਕਹਿਣ ਤੋਂ ਭਾਵ ਵੀ ਅਸੀਂ ਹੁਣ ਮਤਲਬ ਗਿਣਤੀ ਘਟ ਗਈ ਹੈ ਤਾਂ ਕਰਕੇ ਮੈਂ ਉਹ ਟਰਮ ਯੂਜ਼ ਆਈਐਸ ਦੀ ਗਿਣਤੀ ਘਟਣ ਦੇ ਬਹੁਤ ਸਾਰੇ ਕਾਰਨ ਹੈਗੇ ਆ। ਇੱਕ ਤੇ ਜਿਹੜੀ ਕੁਆਲਿਟੀ ਐਜੂਕੇਸ਼ਨ ਹੈਗੀ ਹੈ ਪੰਜਾਬ 'ਚ ਉਹ ਬਹੁਤ ਥੱਲੇ ਚਲੀ ਗਈ ਹੈ। ਪਹਿਲੇ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਬੱਚੇ ਆਉਂਦੇ ਸੀਗੇ ਵੀ ਚੰਡੀਗੜ੍ਹ ਯੂਨੀਵਰਸਿਟੀ ਜਾ ਕੇ ਪੜ੍ਹ ਲਿਆ ਆਪਾਂ ਆਈਐਸ 'ਚ ਆ ਜਾਵਾਂਗੇ। ਹੁਣ ਤੁਸੀਂ ਬਿਹਾਰ ਦੇ ਵਿੱਚ ਦੇਖੋ, ਬਿਹਾਰ ਦਾ ਇੱਕੋ ਹੀ ਸਕੂਲ ਜਿਹੜਾ ਨੇਤਰ ਹਾਟ ਵਾਲਾ ਹੈਗਾ, ਜੋ ਯੂਨਾਈਟਿਡ ਬਿਹਾਰ ਸੀਗਾ, ਝਾਰਖੰਡ ਜਦੋਂ ਨਾਲ ਸੀਗਾ। ਦਿੱਲੀ ਦੇ ਵਿੱਚ ਘੱਟੋ ਘੱਟ ਐਟ ਏ ਟਾਈਮ 20-25 ਸੈਕਟਰੀ ਹੁੰਦੇ ਨੇ ਜਿਹੜੇ ਇੱਕੋ ਸਕੂਲ ਤੋਂ ਪੜ੍ਹ ਕੇ ਆਏ ਹੋਏ ਨੇ, ਨੇਤਰ ਹਾਟ ਤੋਂ। ਉਹ ਬੱਚੇ, ਉਹਨਾਂ ਦੀ ਸਕੂਲਿੰਗ ਨੇਤਰ ਹਾਟ ਤੋਂ ਹੋਏਗੀ ਜਾਂ ਇਸ ਲੈਵਲ ਦੇ ਹੋਰ ਵੀ ਸਕੂਲ ਨੇ, ਇਕੱਲਾ ਉਹੀ ਨਹੀਂ ਹੈਗਾ। ਔਰ ਉੱਥੋਂ ਸਿੱਧੇ ਦਿੱਲੀ ਆਉਂਦੇ ਨੇ। ਦਿੱਲੀ ਆ ਕੇ ਉਹਨਾਂ ਨੂੰ ਅੱਛੀ ਜਗ੍ਹਾ ਐਡਮਿਸ਼ਨ ਮਿਲਦਾ ਹੈ, IIT 'ਚ ਮਿਲੇਗਾ, JNU 'ਚ ਮਿਲੇਗਾ, ਦਿੱਲੀ ਯੂਨੀਵਰਸਿਟੀ 'ਚ ਮਿਲੇਗਾ। ਔਰ ਉੱਥੇ ਸਾਰੇ ਦੇ ਸਾਰੇ ਬੱਚੇ ਜਿਹੜੇ ਆ ਤਿਆਰੀ ਕਰਦੇ ਪਏ ਨੇ ਸੇਂਟ ਸਟੀਫਨ ਕਾਲਜ ਦੇ। ਤੇ ਉਹ ਜਦੋਂ ਮਸੂਰੀ ਅਕੈਡਮੀ ਦਾ ਗੇਟ ਟੱਪਦੇ ਨੇ ਨਾ, ਤੇ ਇੱਕ ਵਹੀਰ ਹੀ ਆ ਰਹੀ ਹੁੰਦੀ ਹੈ, IIT ਦਿੱਲੀ ਦੀ, ਸਟੀਫਨ ਵਾਲਿਆਂ ਦੀ ਔਰ JNU ਵਾਲਿਆਂ ਦੀ। ਉਦੋਂ ਸਾਰੇ ਦੇ ਸਾਰੇ ਇੰਜੀਨੀਅਰਿੰਗ ਗ੍ਰੈਜੂਏਟ ਨਹੀਂ ਹੈ। ਇਹ ਹੈ ਅਲੱਗ ਹੈ ਕਿ ਵੀ IIT ਕਾਨਪੁਰ ਦੇ, ਰੁੜਕੀ ਦੇ, ਬੰਬੇ ਦੇ, ਦਿੱਲੀ ਦੇ ਕਾਫੀ ਇੰਜੀਨੀਅਰਿੰਗ ਗ੍ਰੈਜੂਏਟ ਕਾਫੀ ਨਵੇਂ ਸਿਸਟਮ 'ਚ ਆਏ ਨੇ 79 ਤੋਂ ਬਾਅਦ ਵਾਲੇ। ਸਾਡੇ ਕੋਲ ਉਹ ਮਿਆਦ ਜਿਹੜਾ ਸੀ ਘਟ ਗਿਆ। ਮੈਂ ਇੱਕ ਤੁਹਾਡੇ ਨੋਟਿਸ ਛੋਟੀ ਜਿਹੀ ਗੱਲ ਹੋਰ ਲੈਣੀ ਚਾਹੁੰਦਾ, ਜਿਹੜੀ ਹਿਡਨ ਰਹਿੰਦੀਆਂ ਸਾਨੂੰ ਪਤਾ ਵੀ ਨਹੀਂ ਲੱਗਦਾ। ਅਸੀਂ ਸਕੂਲ ਐਜੂਕੇਸ਼ਨ ਨੂੰ ਬਹੁਤ ਡੀਗ੍ਰੇਡ ਕਰ ਦਿੱਤਾ ਹੈਗਾ। 2002 ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਆ ਗਿਆ ਸੀਗਾ, ਠੀਕ ਹੈ ਜੀ, ਫੰਡਾਮੈਂਟਲ ਰਾਈਟ ਬਣ ਗਿਆ। 2009 ਦੇ ਵਿੱਚ ਉਹਦੀ ਰੂਹ ਦੇ ਨਾਲ ਐਕਟ ਬਣ ਗਿਆ ਤੇ ਕੇਂਦਰ ਸਰਕਾਰ ਨੇ ਕਿਹਾ ਕਿ ਐਕਟ ਅਸੀਂ ਤੁਹਾਨੂੰ ਬਣਾ ਕੇ ਦਿੱਤਾ ਹੈ ਤੇ ਤੁਸੀਂ ਮਾਡਲ ਰੂਲ ਜਿਹੜੇ ਤੁਸੀਂ ਬਣਾ ਲਓ। ਪੰਜਾਬ ਸਰਕਾਰ ਨੇ ਕੀ ਕੀਤਾ ਕਿ ਪਹਿਲੇ ਤਾਂ ਰੂਲ ਬਣਾਏ ਨਹੀਂ, 1.5 ਸਾਲ ਤੇ ਰੂਲ ਹੀ ਨਹੀਂ ਬਣੇ। ਅਕਤੂਬਰ 2011 ਦੇ ਵਿੱਚ ਜਾ ਕੇ ਜਦੋਂ 12 ਵਾਲੀ ਇਲੈਕਸ਼ਨ ਸੀ ਤੇ ਹਰੀਟਲੀ ਇਹਨਾਂ ਰੂਲ ਬਣਾਏ। ਉਹਦੇ ਰੂਲ ਇਹਨਾਂ ਨੇ, ਮੈਂ ਤੇ ਇਹੀ ਕਹਾਂਗਾ ਕਿ ਐਜੂਕੇਸ਼ਨ ਮਾਫੀਆ ਨੂੰ ਕੰਸਲਟ ਕਰਕੇ ਬਣਾਏ ਕਿ ਆਹ ਜਿਹੜੀ 25% ਰਿਜ਼ਰਵੇਸ਼ਨ ਆ ਗਈ ਹੈ ਤੁਹਾਡੇ ਪ੍ਰਾਈਵੇਟ ਸਕੂਲਾਂ ਦੀਆਂ ਸੀਟਾਂ ਦੀ, ਪਸਮਾਨਦਾ ਪੇਰੈਂਟਸ ਦੇ ਬੱਚਿਆਂ ਦੀ, ਇਹ ਤੋਂ ਕਿੱਦਾਂ ਖਹਿੜਾ ਛਡਾਣਾ। ਉਹਨਾਂ ਕਿਹਾ ਜੀ ਕੁਝ ਨਹੀਂ ਕਰਨਾ, ਤੁਸੀਂ ਇੱਕ ਐਸਾ ਰੂਲ ਪਾ ਦਿਓ ਤੇ ਸਰਕਾਰੀ ਸਕੂਲ 'ਚ ਜੇ ਤੁਹਾਨੂੰ ਐਡਮਿਸ਼ਨ ਨਹੀਂ ਮਿਲਦਾ ਤੇ ਤਾਂ ਹੀ ਤੁਸੀਂ ਪ੍ਰਾਈਵੇਟ 'ਚ ਜਿਹੜਾ 25% ਕੋਟਾ ਹੈਗਾ ਉਹ ਅਵੇਲ ਕਰੋਗੇ। ਇਹਨਾਂ ਨੇ ਰੂਲ ਪਾਤਾ ਕਿ ਪਹਿਲੇ ਤੁਸੀਂ ਜੀ ਸਰਕਾਰੀ ਸਕੂਲ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ,
ਕਿ ਸਾਡੇ ਕੋਲ ਹੁਣ ਸੀਟ ਨਹੀਂ ਹੈ ਤੇ ਤਾਂ ਹੀ ਤੁਹਾਨੂੰ 25% ਕੋਟਾ ਮਿਲੇਗਾ। ਤੁਸੀਂ ਮੈਨੂੰ ਦੱਸੋ ਕਿ ਕਿਸੇ ਵੀ ਸਰਕਾਰੀ ਸਕੂਲ 'ਚ ਕੋਈ ਸੀਟਾਂ ਦੀ ਲਿਮਿਟ ਸਰਕਾਰ ਨੇ ਨਿਸ਼ਚਿਤ ਕੀਤੀ, ਜੇ ਕੋਈ ਨੋਟੀਫਿਕੇਸ਼ਨ ਹੈ ਤਾਂ ਦਿਖਾ ਦਿਓ। ਇਦਾਂ ਦਾ ਇੱਕ ਅਬਸਰਡ ਰੂਲ ਪਾ ਕੇ ਪਿਛਲੇ 13 ਸਾਲ ਦੇ ਵਿੱਚ ਹਰ ਸਾਲ 50,000 ਬੱਚਿਆਂ ਨੂੰ ਐਡਮਿਸ਼ਨ ਤਕਰੀਬਨ ਮਿਲਣਾ ਸੀ 25% ਕੋਟੇ ਨਾਲ ਜੀ। ਔਰ ਸਾਡਾ ਕਮ ਸੇ ਕਮ ਜਿਹੜਾ 50 ਲੱਖ ਬੱਚਾ ਜਿਹੜਾ ਹੈ ਉਸ ਐਜੂਕੇਸ਼ਨ ਤੋਂ ਵਾਂਝਿਆ ਰਹਿ ਗਿਆ। ਦੂਜੀ ਗੱਲ ਹੈ ਕਿ ਸਰਕਾਰ ਇਹ ਕਹਿੰਦੀ ਹੈ ਕਿ ਜੀ ਉਹ ਫੀਸ ਸਾਨੂੰ ਪ੍ਰਾਈਵੇਟ 'ਚ ਦੇਣੀ ਪਏਗੀ, ਸਾਡੇ ਆਪਣੇ ਸਕੂਲ ਉੱਥੇ ਕਰ ਲਓ। ਉਹਦੇ 'ਚ ਫੀਸ ਵੀ ਜਿਹੜੀ ਹੈਗੀ ਹੈ ਪਰ ਚਾਈਲਡ ਜਿਹੜੀ ਕਾਸਟ ਕੱਢੀ ਹੋਈ ਹੈ ਸਰਕਾਰੀ ਸਕੂਲ 'ਚ, ਤੇ ਜਿਹੜੀ ਸਰਕਾਰੀ ਸਕੂਲ 'ਚ ਪਰ ਚਾਈਲਡ ਐਕਸਪੈਂਡੀਚਰ ਆ ਕੇਵਲ ਉਹੀ ਫੀਸ ਜਿਹੜੀ ਹੈ ਪ੍ਰਾਈਵੇਟ ਸਕੂਲ 'ਚ ਦਿੱਤੀ ਜਾਣੀ ਹੈ। ਤੇ ਪੰਜਾਬ ਸਰਕਾਰ ਦਾ ਤਾਂ ਇੱਕੋ ਹੀ ਤਰਕ ਹੈ ਜੀ, ਸਾਡੀ ਐਜੂਕੇਸ਼ਨ ਬੜੀ ਮਿਆਰੀ ਹੈ। ਜੇ ਮਿਆਰੀ ਹੈ ਤੇ ਕੀ ਚੰਡੀਗੜ੍ਹ ਦੀ ਮਿਆਰੀ ਨਹੀਂ ਹੈ? ਚੰਡੀਗੜ੍ਹ ਦੇ ਵਿੱਚ ਦੇਖੋ ਕਿੰਨਾ ਕਮਾਸਾਨ ਹੁੰਦਾ ਹੈ ਇਹ 25% ਕੋਟੇ ਲਈ। ਉਹਦੇ ਸਾਰੇ ਚੰਡੀਗੜ੍ਹ ਦੇ ਵਿੱਚ ਜਿਹੜੇ ਨੇ ਜ਼ਿਆਦਾ ਪ੍ਰਵਾਸੀਆਂ ਦੇ ਬੱਚੇ ਆ ਜਿਹੜੇ ਉਹ 25% ਕੋਟਾ ਲੈ ਰਹੇ ਆ, ਤੇ ਅਸੀਂ ਪੰਜਾਬ ਦੇ ਵਿੱਚ ਆਪਣੇ ਜਿਹੜੇ ਪਸਮਾਨਦਾ ਪੇਰੈਂਟ ਦੇ ਬੱਚੇ ਨੇ ਉਹਨਾਂ ਨੂੰ 25% ਕੋਟੇ ਤੋਂ ਵਾਂਝੇ ਰੱਖਿਆ ਹੋਇਆ। ਬਾਕੀ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ 25% ਕੋਟਾ ਹੈ ਤੇ ਸਾਡੇ ਨਹੀਂ ਹੈਗਾ। ਇਸ ਕਰਕੇ ਇਹਦਾ ਅਸਰ ਜਿਹੜਾ ਹੌਲੀ ਹੌਲੀ ਹੁਣ ਇਹ ਪਿਛਲੇ 10-15 ਸਾਲ 'ਚ ਆਇਆ ਤੇ ਨਤੀਜਾ ਸਾਡੇ ਕੋਲ ਸਾਹਮਣੇ ਹੈ, UPSC ਦੀ ਲਿਸਟ। ਤੇ ਸਾਡੇ ਬੱਚੇ ਕਿੱਥੋਂ ਆਣੇ ਨੇ? ਸਾਡੇ ਬੱਚੇ ਨਹੀਂ ਆ ਸਕਦੇ ਕਿਉਂਕਿ ਸਾਡੀ ਮੈਰੀ ਐਜੂਕੇਸ਼ਨ ਨਹੀਂ ਹੈ। ਕੇਵਲ ਸਕੂਲਾਂ ਦੇ ਬਾਹਰ ਪੇਂਟ ਕਰਕੇ ਵੱਡੇ ਵੱਡੇ ਸਲੋਗਨ ਲਗਾ ਕੇ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਲਾ ਕੇ, ਭਗਤ ਸਿੰਘ ਦੀ ਫੋਟੋ ਲਾ ਕੇ, ਬਾਕੀ ਸਾਡੇ ਜਿਹੜੇ ਵੱਡੇ ਵੱਡੇ ਲੀਡਰ ਨੇ ਉਹਨਾਂ ਦੇ ਸਲੋਗਨ ਲਿਖ ਕੇ ਐਜੂਕੇਸ਼ਨ ਨਹੀਂ ਹੋਣੀ। ਐਜੂਕੇਸ਼ਨ ਬੱਚੇ ਨੂੰ ਮਿਲਣੀ ਹੈ ਸਕੂਲ ਦੀ ਜਿਹੜੀ ਕਲਾਸਰੂਮ ਹੈ ਉਹਦੇ 'ਚ ਬੈਠ ਕੇ ਮਿਲਣੀ ਆ, ਤੇ ਜਿਹੜੇ ਸਾਹਮਣੇ ਟੀਚਰ ਖੜੇ ਉਹਨਾਂ ਨੇ ਐਜੂਕੇਸ਼ਨ ਦੇਣੀ ਹੈ। ਬਿਲਕੁਲ। ਟੀਚਰਾਂ ਦਾ ਵੀ ਮਿਆਦ ਜਿਹੜਾ ਹੈਗਾ, ਚਲੋ ਹੁਣ ਤਾਂ TET ਵਾਲਾ ਪੇਪਰ ਆਉਂਦਾ, ਕਾਫੀ ਅੱਛੇ ਟੀਚਰ ਆ ਰਹੇ ਨੇ, ਮੈਂ ਦੇਖਿਆ ਬੜੇ ਨੌਲੇਜੇਬਲ ਟੀਚਰ ਨੇ। ਗਿਵ them ਅਪਰਚੁਨਿਟੀ। ਉਹਨਾਂ ਨੂੰ ਕੇਵਲ ਤੁਸੀਂ ਕੰਪਿਊਟਰ, ਦੀਵਾਰਾਂ, ਕੰਧਾਂ, ਪੇਂਟ ਪਾਲਿਸ਼ ਨਾ ਦਿਓ, ਉਹਨਾਂ ਨੂੰ ਕਰਿਕੂਲਮ ਦਿਓ, ਸਿਲੇਬਸ ਦਿਓ, ਕਿਤਾਬਾਂ ਦਿਓ, ਉਹਨਾਂ ਦੀ ਮੋਟੀਵੇਸ਼ਨ ਦਾ ਲੈਵਲ ਜਿਹੜਾ ਹਾਈ ਰੱਖੋ। ਜੇ ਤੁਹਾਡੇ ਟੀਚਰ ਹੀ ਅੱਧੇ ਕੁ ਜਿਹੜੇ ਨੇ ਟੈਂਕੀਆਂ ਤੇ ਚੜੇ ਆ ਤੇ ਸਾਰਾ ਐਜੂਕੇਸ਼ਨ ਕਰ ਦਿੰਦੇ ਤੇ ਬੱਚਿਆਂ ਦੇ ਕੋਲ ਕੀ ਮੈਸੇਜ ਆਂਦਾ? ਕੀ ਮੈਸੇਜ ਆਏਗਾ ਬੱਚੇ ਕੋਲ ਕਿ ਮੇਰੀ ਟੀਚਰ ਤਾਂ ਕੱਲ ਟੈਂਕੀ ਤੇ ਚੜੀ ਹੋਏਗੀ? ਉਹ ਬੱਚੇ ਟੀਚਰਾਂ ਦਾ ਮਜ਼ਾਕ ਉਡਾ ਦਿੰਦੇ। ਐਜੂਕੇਸ਼ਨ ਦੇ ਨਾਲ ਕੀ ਖਿਲਵਾੜ ਕਰ ਰਹੇ? ਫਿਊਚਰ ਬਣਾਉਣ ਵਾਲਿਆਂ ਦਾ ਆਪਣਾ ਫਿਊਚਰ ਸਿਕਿਉਰ ਨਹੀਂ ਜਦੋਂ, ਉਹ ਤੇ ਉਹ ਕੀ ਫਿਊਚਰ ਬਣਾਏਗਾ? ਉਹ ਕੀ ਕਰਨਗੇ? ਜਿੱਥੇ ਮੰਡੀ ਬੋਰਡ ਵਰਗੇ ਅਦਾਰੇ ਜਿਹੜਾ ਟੀਚਰਾਂ ਦੀ ਭਰਤੀ ਕਰਨ ਤੇ ਅਸੀਂ ਉੱਥੋਂ ਕੀ ਫਿਰ ਉਹਦੇ 'ਚ ਇਦਾਂ ਨਹੀਂ ਹੋ ਸਕਦਾ। ਇਸੇ ਕਰਕੇ ਆਪਾਂ ਬਹੁਤ ਪਿੱਛੇ ਚਲੇ ਗਏ ਆ। ਉਹਦੇ ਚੀਮਾ ਸਾਹਿਬ ਨੇ ਬੜੇ ਅੱਛੇ ਢੰਗ ਨਾਲ ਦੱਸਿਆ ਕਿ ਬਾਹਰ ਵਾਲੇ ਹਾਲਾਤ ਕੀ ਨੇ। ਬੱਚੇ ਚਲੇ ਜਾਣਗੇ, ਜਿਹੜਾ 7ਵੀਂ 8ਵੀਂ, ਦੇਖੋ ਬੱਚੇ ਕਾਹਦੇ ਲਈ ਜਾ ਰਹੇ? ਪੜ੍ਹਾਈ ਲਈ ਤਾਂ ਜਾ ਹੀ ਨਹੀਂ ਰਹੇ ਹੈਗੇ। ਹੁਣ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਕਿਹਾ ਕਿ ਆਪਾਂ ਪੰਜਾਬ ਦੇ, ਜੰਮੂ ਕਸ਼ਮੀਰ ਦੇ, UP ਦੇ ਬੱਚੇ ਨਹੀਂ ਲੈਣੇ। ਇਹ ਬੱਚੇ ਪੜ੍ਹਾਈ ਕਰਨ ਨਹੀਂ ਆਦੇ ਹੈਗੇ, ਇਹ ਜੌਬਾਂ ਕਰਦੇ ਨੇ ਤੇ ਇੱਥੇ ਇਹ ਸੋਚਦੇ ਨੇ ਕਿ 20-25 ਲੱਖ ਦੇ ਕੇ ਕੋਈ ਐਂਟਰੀ ਮਾਰੋ ਤੇ ਉੱਥੇ ਆਪਾਂ ਜੋ ਮਰਜ਼ੀ ਕਰੋ। ਉੱਥੇ ਕੀ ਹਾਲਤ ਹੈ? ਪਲੇਟਫਾਰਮਾਂ ਤੇ ਬੱਚੇ ਸੁੱਤੇ, ਗੱਡੀਆਂ 'ਚ ਸੁੱਤੇ, 24-24 ਘੰਟੇ ਵਿਚਾਰੇ ਇੱਧਰ ਭੱਜ ਰਹੇ, ਉੱਧਰ ਭੱਜ ਰਹੇ। ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਵੀ ਮਤਲਬ ਮੈਨੂੰ ਇਹ ਲੱਗਦਾ ਕਿ ਸਾਡਾ ਫੋਕਸ ਹੀ ਗਲਤ ਸੈੱਟ ਕਰ ਦਿੱਤਾ ਗਿਆ ਕਿਤੇ ਨਾ ਕਿਤੇ। ਮੈਨੂੰ ਲੱਗਦਾ ਕਿ ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਇੱਕੋ ਹੀ ਫੋਕਸ ਹੈ ਕਿ ਜ਼ਿੰਦਗੀ ਦਾ ਮਕਸਦ ਸਿਰਫ ਤੇ ਸਿਰਫ ਸ਼ਾਇਦ ਪੈਸਾ ਕਮਾਉਣਾ ਹੈ। ਮੈਨੂੰ ਲੱਗਦਾ ਕਿ ਪੈਸਾ ਕਮਾਉਣ ਦੀ ਦੌੜ ਦੇ ਵਿੱਚ ਅਸੀਂ ਰਾਹ ਵੀ ਗਲਤ ਚੂਜ਼ ਕਰ ਲਏ ਆ ਔਰ ਗੋਲ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਲਤ ਚੂਜ਼ ਕਰ ਲਏ ਆ। ਸਾਡਾ ਜਿਹੜਾ ਸ਼ੋਅ, ਪੈਸਾ ਸਾਡੀ ਜੇਬ 'ਚ ਹੈ ਕਿ ਨਹੀਂ ਹੈ ਉਹ ਤਾਂ ਪਤਾ ਨਹੀਂ, ਕਿਸੇ ਨੇ ਜੇਬ ਨਹੀਂ ਫੋਲ ਕੇ ਦੇਖਣੀ। ਲੇਕਿਨ ਜਿਹੜਾ ਸਾਡਾ ਸ਼ੋਅ ਆਫ ਹੈ, ਜਿਹੜੀ ਅਸੀਂ ਹਾਈਪ ਕ੍ਰੀਏਟ ਕਰਦੇ ਆ ਬੜੀਆਂ ਵੱਡੀਆਂ ਗੱਡੀਆਂ ਲੈ ਕੇ, ਉਹਦੇ ਤੋਂ ਜਿਹੜਾ ਬਾਕੀ ਵੰਚਿਤ ਸਮਾਜ ਹੈ ਉਹ ਦੇਖਦਾ ਯਾਰ ਇਹ ਤਾਂ ਬੜਾ ਗਲੈਮਰ ਆ ਤੇ ਪੈਸਾ ਕਮਾਓ। ਪੈਸਾ ਜਿੱਦਾਂ ਮਰਜ਼ੀ ਕਮਾਓ, ਚਾਹੇ ਉਹ ਡਰੱਗ ਤੋਂ ਕਮਾਓ, ਚਾਹੇ ਉਹ ਗੈਂਗਿਜ਼ਮ ਤੋਂ ਕਮਾਓ। ਮੈਨੂੰ ਧਾਲੀਵਾਲ ਸਾਹਿਬ, ਤੁਹਾਨੂੰ ਹੈਰਾਨੀ ਹੋਏਗੀ ਕਿ ਮੈਨੂੰ ਅੰਮ੍ਰਿਤਸਰ ਤੋਂ ਸਾਡੇ ਦੋਸਤ ਮਿੱਤਰ ਦੱਸਦੇ ਨੇ ਕਿ ਜਦੋਂ ਨਾਮੀ ਜਿਹੜੇ ਗੈਂਗਸਟਰ ਨੇ ਬੱਚੇ, ਸੌਰੀ ਉਹ ਵੀ ਗੈਂਗਸਟਰ ਪੈਦਾ ਨਹੀਂ ਹੋਏ ਸੀਗੇ, ਇਹ ਸਕੂਲਾਂ ਕਾਲਜਾਂ 'ਚ ਆ ਕੇ ਹੀ ਬਣੇ ਸੀਗੇ। ਬਿਲਕੁਲ। ਉਹਨਾਂ ਨੂੰ ਜਦੋਂ ਡੇਟ ਤੇ ਕੋਰਟ 'ਚ ਪੇਸ਼ ਕੀਤਾ ਜਾਂਦਾ ਤੇ ਹਾਈ ਸਕੂਲ ਦੇ ਬੱਚੇ ਜਿਹੜੇ ਨੇ, ਜਿਹੜੇ 10ਵੀਂ 11ਵੀਂ ਦੇ ਬੱਚੇ ਨੇ, ਲਾਈਨਾਂ ਲਾ ਕੇ ਖੜੇ ਨੇ ਦੋਨੋਂ ਪਾਸੇ ਉਹਦੇ ਦਰਸ਼ਨ ਕਰਨ ਲਈ ਕਿ ਜਿੱਦਾਂ ਕੋਈ ਬਹੁਤ ਬੜਾ ਹੀਰੋ ਆ ਰਿਹਾ ਔਰ ਕੋਈ ਕਾਜੂ ਲੈ ਕੇ ਆ ਰਿਹਾ, ਕੋਈ ਬਰਫੀ ਲੈ ਰਿਹਾ, ਕੋਈ ਉਹਨਾਂ ਸੈਲਫੀ ਖਿਚਾ ਰਿਹਾ। ਜੇ ਸਾਡਾ ਮੋਟੋ ਅੱਜ ਸਾਡੇ ਸ਼ਹੀਦ ਨਹੀਂ ਹਨ, ਸ਼ਹੀਦ ਊਧਮ ਸਿੰਘ ਨਹੀਂ ਹੈ, ਭਗਤ ਸਿੰਘ ਨਹੀਂ ਹੈ, ਤੇ ਸਾਡਾ ਜਿਹੜਾ ਮੋਟੋ ਹੈਗਾ, ਸਾਡੇ ਆਦਰਸ਼ ਜਿਹੜੇ ਨੇ ਉਹ ਸਾਡੇ ਗੈਂਗਸਟਰ ਨੇ, ਤੇ ਫਿਰ ਆਪਾਂ ਆਮ ਸੌਰੀ ਟੂ ਸੇ ਕਿ ਗੈਂਗਸਟਰ ਹੀ ਪੈਦਾ ਕਰਾਂਗੇ ਆਪਾਂ। ਪੜ੍ਹਾਈ, ਜਿਹੜਾ ਬੱਚਾ ਕਲਾਸ ਛੱਡ ਕੇ ਗੈਂਗਸਟਰ ਨੂੰ ਦੇਖਣ ਆ ਰਿਹਾ ਉਹਦੀ ਰੁਚੀ ਦੇਖੋ ਕਿੱਦਾਂ ਦਾ। ਪੇਰੈਂਟਸ ਨੂੰ ਤਾਂ ਕਈ ਵਾਰ ਪਤਾ ਵੀ ਨਹੀਂ ਹੈ ਵੀ ਜਾ ਕਿੱਥੇ ਰਿਹਾ ਸਾਡਾ ਬੱਚਾ। ਤੋ ਇਹ ਜਿਹੜੇ ਗਾਣਿਆਂ ਦੇ ਵਿੱਚ ਗੈਂਗਿਜ਼ਮ, ਇਹ ਅਮਲੀਆਂ ਵਾਲੇ ਗਾਣੇ ਤੇ ਹੋਰ ਚੀਜ਼ਾਂ ਜਿਹੜੀਆਂ ਨੇ,
ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਬੱਚਿਆਂ ਨੂੰ ਇੰਨਾ ਪ੍ਰਭਾਵਿਤ ਇਹਨਾਂ ਨੇ ਕੀਤਾ ਹੈਗਾ ਕਿ ਬੱਚਾ ਜਿਹੜਾ ਹੈਗਾ ਗਲੈਮਰ ਦੀ ਲਾਈਫ 'ਚ ਹੈ ਤੇ ਬਾਅਦ ਦੀਆਂ ਫਿਲਮਾਂ ਦੇਖ ਕੇ ਉਹਨੂੰ ਲੱਗਦਾ ਕਿ ਐਡੀ ਸੋਹਣੀ ਸਾਫ ਸੁਥਰੀਆਂ ਸੜਕਾਂ, ਬੜੀਆਂ ਬੜੀਆਂ ਬਿਲਡਿੰਗਾਂ, ਉਹ ਕਹਿੰਦੇ ਵੀ ਜਿੱਦਾਂ ਮਰਜ਼ੀ ਹੋਏ ਇੱਕ ਵਾਰੀ ਤਾਂ ਜਹਾਜ਼ ਤੇ ਚੜ੍ਹ ਕੇ ਤੇ ਚਲੇ ਜਾਓ, ਉੱਥੇ ਤੇ ਬਹੁਤ ਜ਼ਿਆਦਾ ਆ। ਤੇ ਉੱਥੇ ਹੁਣ ਕੀ ਹੋ ਰਿਹਾ, ਸੁਸਾਈਡ ਹੋ ਰਿਹਾ। ਉਹ ਬੜੀ ਦੁਖਦਾਈ ਖਬਰ ਆ ਮੀਡੀਆ 'ਚ ਜੋ ਆ ਰਿਹਾ ਕਿ ਉੱਥੇ ਦੀ ਸੁਸਾਇਟੀ ਬੜੀ ਓਪਨ ਆ ਤੇ ਪੰਜਾਬੀ ਜਿਹੜੀਆਂ ਬੱਚੀਆਂ ਨੇ ਉਹਨਾਂ ਦੀ ਵੀ ਬੇਪਤੀ ਦੀਆਂ ਗੱਲਾਂ ਆਪਾਂ ਸੁਣਦੇ ਪਏ ਕਿ ਕਿੱਦਾਂ ਹੋ ਰਿਹਾ ਹੈਗਾ ਸਾਰਾ। ਅਸੀਂ ਜਾ ਕਿੱਥੇ ਰਹੇ, ਆਪਣੇ ਪੈਸੇ ਦੇ ਕੇ ਮੈਂ ਤਾਂ ਹੀ ਸਵਾਲ ਕੀਤਾ ਸੀ ਕਿ ਵੀ ਸਾਡਾ ਨਾ ਫੋਕਸ ਹੀ ਜਿਹੜਾ ਬੜਾ ਗਲਤ ਸੈੱਟ ਕਰ ਦਿੱਤਾ ਗਿਆ। ਗੱਲ ਦਰਅਸਲ ਇਹ ਹੈ ਕਿ ਜਦੋਂ ਤੱਕ ਅਸੀਂ ਵੀ ਪਾਸ ਆਊਟ ਹੋਏ ਸੀਗੇ ਇੱਕ ਚਿੰਤਾ ਹੁੰਦੀ ਸੀ 10ਵੀਂ ਤੋਂ ਬਾਅਦ ਤੁਸੀਂ ਕਿ ਨਾਨ ਮੈਡੀਕਲ, ਮੈਡੀਕਲ, ਆਰਟਸ ਵਾਲੇ ਪਾਸੇ ਜਾਣਾ। ਉਸ ਤੋਂ ਬਾਅਦ ਸਾਨੂੰ ਇਹ ਹੁੰਦਾ ਸੀ ਗ੍ਰੈਜੂਏਸ਼ਨ ਜੇਕਰ ਤੁਸੀਂ ਕਰਨੀ ਹੈ ਤੁਸੀਂ ਬੀਟੈਕ ਦੇ ਵਿੱਚ ਜਾਣਾ, BSc ਜਾਣਾ, BCA ਜਾਣਾ, BBA ਜਾਣਾ, ਮਤਲਬ ਕਿ ਚਿੰਤਾ ਹੁੰਦੀ ਸੀ। ਹੁਣ ਤਾਂ ਚਰਚਾ ਹੀ 10ਵੀਂ ਤੋਂ ਬਾਅਦ ਦੋ ਤਰ੍ਹਾਂ ਦੀ ਆ, ਆਇਲਸ ਕਰਕੇ ਜਾਣਾ ਜਾਂ ਡੌਂਕੀ ਲਾਉਣੀ ਹੈ। ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ। ਖੈਰ ਚੀਮਾ ਸਾਹਿਬ, ਅਸੀਂ ਉਹ ਵੇਲਾ ਯਾਦ ਕਰਦੇ ਹਾਂ ਜਦੋਂ ਬੰਬੇ ਵੱਲ ਦੇਖਦੇ ਸੀਗੇ, ਕਪੂਰ ਫੈਮਲੀਜ਼, ਫਲਾਨੀ ਫੈਮਲੀ, ਤਕਰੀਬਨ ਆਲਮੋਸਟ ਬੰਦੇ ਪੰਜਾਬ ਤੋਂ। ਸਾਡੀ ਨੈਸ਼ਨਲ ਖੇਡ ਹਾਕੀ ਦੇ ਵੱਲ ਦੇਖਦੇ ਸੀ, ਆਲਮੋਸਟ ਸਾਰਾ ਪਲੇਇੰਗ ਸੈੱਟ ਪੰਜਾਬ ਤੋਂ। ਕੁਸ਼ਤੀ ਵੱਲ ਵੇਖਦੇ ਸੀ, ਬੰਦੇ ਪੰਜਾਬ ਤੋਂ। IAS ਵੱਲ ਦੇਖਦੇ ਸੀ, IPS ਵੱਲ ਦੇਖਦੇ ਸੀ, ਕਿੰਨੇ ਬਾਹਰ ਆ ਹੁਣ ਪਿੱਛੇ ਰਿਟਾਇਰ ਹੋਏ ਆ ਬਿਹਾਰ ਤੋਂ ਵੀ ਜਿਹੜੇ DG ਸੀਗੇ ਪੰਜਾਬੀ ਸੀ, ਗੁਰਸਿੱਖ ਸਰਦਾਰ ਸੀਗੇ। ਮਤਲਬ ਤਕਰੀਬਨ ਬੈਕਗ੍ਰਾਉਂਡ ਬੰਦਿਆਂ ਦੀ ਪੰਜਾਬ ਦੀ ਸੀਗੀ। ਹੁਣ ਅਸੀਂ ਕਿਹੜੇ ਵਾਲੇ ਪਾਸੇ ਤੁਰੇ ਆ ਤੇ ਮੈਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ। ਕੀ ਕਰੀਏ, ਹੱਲ ਕੀ ਹੈ, ਬਦਲ ਕੀ ਹੈ, ਕਿਵੇਂ ਜਿਹੜਾ ਹੈ ਉਸ ਲਈ ਤੋਂ ਮੋੜੀਏ। ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਸਾਡੇ ਰੋਲ ਮਾਡਲ ਗਲਤ ਹੋ ਗਏ। ਸਰੰਗਲ ਸਾਹਿਬ ਨੇ ਕਿਹਾ ਵੀ ਜਿਹੜੇ ਹੀਰੋ ਦੇ ਪੇਸ਼ ਹੋ ਰਹੇ ਸੀਗੇ ਉਹ ਸਾਡੇ ਗਲਤ ਹੋ ਗਏ। ਮੈਂ ਦੂਸਰੀ ਗੱਲ ਕਹਿਣੀ ਚਾਹੂੰਗਾ, ਪਹਿਲਾਂ ਜਦੋਂ ਮੈਂ ਕਿਹਾ ਕਿ ਇੱਕ ਬੈਚ ਦੇ ਵਿੱਚ ਇੰਨੇ ਸਾਰੇ IAS ਆਫੀਸਰ ਸੀਗੇ, ਉਸ ਤੋਂ ਬਾਅਦ ਇੱਕ ਸਮਾਂ ਆਇਆ 6 ਪ੍ਰਦੇਸ਼ਾਂ ਦੇ DGP ਪੰਜਾਬ ਨਾਲ ਸੰਬੰਧ ਰੱਖਦੇ ਸੀਗੇ, 6 ਪ੍ਰਦੇਸ਼ਾਂ ਦੇ ਨਾਲ। ਐਜੂਕੇਸ਼ਨ ਸਿਸਟਮ ਜਿਸ ਤਰ੍ਹਾਂ ਵੀ ਹੋਇਆ, ਜਿਸ ਕਿਸੇ ਦੇ ਇਨਫਲੂਐਂਸ ਦੇ ਵਿੱਚ ਆਇਆ, ਇਹ ਬਹੁਤ ਵੱਡੀ ਗਲਤੀ ਸੀ ਮੌਕੇ ਦੇ ਹਾਕਮਾਂ ਦੀ। ਮੈਂ ਇੱਕ ਤੁਹਾਨੂੰ ਨਿੱਜੀ ਗੱਲ ਇਹ ਸਾਂਝੀ ਕਰਨੀ ਚਾਹੂੰਗਾ ਕਿ ਅਸੀਂ ਇੰਜੀਨੀਅਰਿੰਗ ਕਰਕੇ ਆਏ ਤੇ 72% ਮੇਰੇ ਨੰਬਰ ਤੇ ਯੂਨੀਵਰਸਿਟੀ ਟੌਪ ਕਰ ਗਏ ਜੀ। ਕੱਲ ਦਾ ਮੈਂ ਅਖਬਾਰ ਦੇਖ ਰਿਹਾ 99% ਨੰਬਰ ਬੱਚੇ ਦੇ, 100% ਨੰਬਰ ਬੱਚੇ ਦੇ। ਦੈਟ ਮੀਨਸ ਸਮ ਫਾਲਟ ਜਿਹੜਾ ਹੈਗਾ ਇਹ ਗਿੱਠਾ ਨਾਪ ਕੇ ਨੰਬਰ ਦੇਣ ਲੱਗ ਪਏ ਨੇ। ਕਿਤੇ ਨਾ ਕਿਤੇ ਤੇ ਫਲॉ ਆ ਗਿਆ ਨਾ। ਕਿੱਥੇ ਅਸੀਂ ਤੇ ਇਹ ਗੱਲ ਕਰ ਰਹੇ, ਸਾਡਾ ਜ਼ਮਾਨਾ ਉਹ 18 ਸਾਲ ਪੁਰਾਣੀ ਗੱਲ ਹੈ ਤੇ ਐਉਂ ਹੋਣ ਲੱਗ ਪਿਆ ਵੀ ਜਿੱਦਾਂ ਪੱਥਰ ਯੁੱਗ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ। ਜਿਸ ਹਿਸਾਬ ਨਾਲ ਸਿਸਟਮ ਬਦਲਿਆ ਉਹਦੇ ਨਾਲ ਹਰ ਡਿਫੈਂਸ ਫੋਰਸ 'ਚ ਪੰਜਾਬੀ ਸੀ, ਹਰ ਜਿਹੜੀਆਂ ਮੇਨ PSU ਹੁੰਦੀਆਂ ਸੀਗੀਆਂ ਪੰਜਾਬੀ ਦੀ। ਇਹ ਨਹੀਂ ਕਿ ਕਿਸੇ ਨਾਲ ਅਸੀਂ ਵਿਤਕਰਾ ਕਰ ਰਹੇ ਹਾਂ। ਮੈਂ ਇਹ ਕਹਿ ਰਿਹਾ ਕਿ ਜਿਹੜਾ ਨਿਗਾਰ ਆਇਆ ਨਾ ਪਿਛਲੇ 15 ਸਾਲਾਂ ਦੇ ਵਿੱਚ, ਐਸਾ ਨਿਗਾਰ ਆ ਗਿਆ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ। ਤੁਸੀਂ ਆਇਲ ਸੈਂਟਰ ਦੇ ਬਾਹਰ ਚਲੇ ਜਾਓ, ਕਿਸੇ ਬੱਚੇ ਨੂੰ ਇਹ ਨਹੀਂ ਪਤਾ ਐਜੂਕੇਸ਼ਨ ਸਿਸਟਮ ਦੀ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਵੀ ਜਾ ਕਿੱਥੇ ਰਹੇ ਨੇ। ਉਹ ਲੱਗੇ ਜੀ ਬੈਂਡ ਲੱਗੇ ਨੇ, ਜੀ ਬੈਂਡ ਲੱਗੇ ਨੇ। ਹੁਣ ਹਾਲਾਤ ਇਹ ਨੇ ਜਿਸ ਬੱਚੇ ਦੇ 7 ਬੈਂਡ ਆ ਜਾਣ ਉਹਨੂੰ ਉਸੇ ਸੈਂਟਰ ਦੇ ਵਿੱਚ ਉਹਨੂੰ ਟੀਚਰ ਰੱਖ ਲਿਆ ਜਾਂਦਾ। ਇਹ ਐਜੂਕੇਸ਼ਨ ਸਿਸਟਮ। ਹੁਣ ਜਦੋਂ ਇੱਕ ਵਾਰ ਸਾਡਾ ਐਸਾ ਵਾਜਿਬ ਐਗਜ਼ਾਮੀਨੇਸ਼ਨ ਸਿਸਟਮ ਹੋਣਾ ਚਾਹੀਦਾ। ਹੁਣ ਜਦੋਂ ਬੱਚੇ ਆ ਗਏ ਪੜ੍ਹ ਕੇ ਉਹਨਾਂ ਦੇ ਦੁਬਾਰਾ ਟੈਸਟ ਹੋ ਰਹੇ ਨੇ ਜਿਸ ਤਰ੍ਹਾਂ ਟੈਟ ਦੇ ਟੈਸਟ ਹੋ ਰਹੇ ਨੇ, ਇਹਦਾ ਮਤਲਬ ਤੁਸੀਂ ਆਪਣੇ ਐਜੂਕੇਸ਼ਨ ਸਿਸਟਮ ਤੋਂ ਬਾਹਰ ਜਾ ਰਹੇ ਹੋ, ਤੁਸੀਂ ਉਹਨਾਂ ਨੂੰ ਸਹੀ ਨਹੀਂ ਮੰਨ ਰਹੇ। ਤੀਸਰਾ ਆ ਗਿਆ ਅਫੋਰਡੇਬਲ ਐਜੂਕੇਸ਼ਨ। +2 ਤੋਂ ਬਾਅਦ ਮੈਂ ਪੂਰੀ ਇਹਦੇ ਉੱਤੇ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ। ਰਿਸਰਚ ਕੀ ਕਹਿਣਾ, ਸਭ ਕੁਝ ਸਾਹਮਣੇ ਹੀ ਸੀਗਾ। ਸਰਕਾਰੀ ਇੱਕ ਇੰਜੀਨੀਅਰਿੰਗ ਕਾਲਜ 'ਚ ਜਾਣਾ ਹੋਵੇ ਉਹਦੀ 4 ਸਾਲ ਦੀ, IIT ਰੋਪੜ ਦੀ ਗੱਲ ਕਰ ਲਓ, 4 ਲੱਖ ਰੁਪਏ ਦੇ ਵਿੱਚ ਇੰਜੀਨੀਅਰਿੰਗ ਹੋਏਗੀ। ਕਿਸੇ ਪ੍ਰਾਈਵੇਟ ਯੂਨੀਵਰਸਿਟੀ 'ਚ ਚਲੇ ਜਾਓ, ਚੰਗੇ ਭਲੇ ਠੀਕ ਠਾਕ ਇੰਜੀਨੀਅਰਿੰਗ ਜਿਹੜੀ ਹੈਗੀ ਹੈ 28 ਲੱਖ ਰੁਪਈਆ 4 ਸਾਲ ਦੀ। ਇਹਦਾ ਮਤਲਬ 1 ਸਾਲ ਦਾ 7 ਲੱਖ ਰੁਪਇਆ ਹਰ ਰੋਜ਼ ਦੇ ਮੋਟੇ ਤੌਰ ਦੇ ਉੱਤੇ 2000 ਰੁਪਏ। ਕਿਹੜੇ ਮਾਂ-ਬਾਪ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਨੇ? ਜੋ ਗਲੈਮਰ ਦੀ ਗੱਲ ਹੋਈ ਕਿ ਬੱਚਿਆਂ ਦਾ ਧਿਆਨ ਗਲੈਮਰ ਵੱਲ ਹੋ ਗਿਆ, ਇੱਥੋਂ ਤੱਕ ਨਿਗਾਰ ਆ ਗਿਆ ਸਾਡਾ ਵੱਡੀ ਘੜੀ, ਵੱਡੀ ਐਨਕ ਤੇ ਵੱਡੀ ਕਾਰ। ਦੈਟ ਮੀਨਸ ਇਹ ਤੁਹਾਡੀ ਸਿੱਧੀ ਐਂਟਰੀ ਹੈ ਸਮਾਜ ਦੇ ਵਿੱਚ, ਕਿਸੇ ਵਿਆਹ ਸ਼ਾਦੀ ਦੇ ਵਿੱਚ, ਕਿਸੇ ਰਾਜਨੀਤੀ ਦੇ। ਸਭ ਤੋਂ ਵੱਡਾ ਨਿਗਾਰ ਆਇਆ ਜਦੋਂ ਰਾਜਨੀਤੀ ਦੇ ਵਿੱਚ ਇਹਨਾਂ ਲੋਕਾਂ ਦਾ ਐਂਟਰੀ ਹੋ ਗਈ। ਉਹਨਾਂ ਲੋਕਾਂ ਨੇ ਗਲੈਮਰ ਨੂੰ ਬਹੁਤ ਵੱਡਾ, ਉਹਨੂੰ ਇੱਕ ਨਵਾਂ ਹੁਲਾਰਾ ਦੇ ਦਿੱਤਾ। ਹਰ ਬੱਚਾ ਸੋਚਣ ਲੱਗ ਪਿਆ ਕਿ ਸਰਪੰਚ ਸਾਹਿਬ ਆ ਵੱਡੀ ਗੱਡੀ 'ਚ ਉਤਰ ਕੇ ਆਏ ਨੇ,
MLA ਸਾਹਿਬ ਇਹਦੇ 'ਚ ਨੇ, ਮੰਤਰੀ ਸਾਹਿਬ ਇਹਦੇ 'ਚ ਨੇ, ਉਹਦੇ ਨਾਲ ਅਸੀਂ ਗਲਤ ਰੋਲ ਮਾਡਲ ਸੈੱਟ ਕਰ ਦਿੱਤੇ। ਬਿਲਕੁਲ ਛੋਟੇ ਲਿਮਟਿਡ ਬਜਟ 'ਚ ਵੀ ਕੰਮ ਹੁੰਦੇ ਰਹੇ ਨੇ। ਮੈਂ ਇਹੋ ਜਿਹੇ ਸੀਨੀਅਰ ਆਫੀਸਰਸ ਨੂੰ, ਸੀਨੀਅਰ ਸਾਡੇ ਚੀਫ ਆਫ ਆਰਮੀ ਸਟਾਫ ਰਹੇ, 에ਅਰ ਫੋਰਸ ਦੇ 에ਅਰ ਚੀਫ ਰਹੇ ਨੇ, ਕਿਹੜੀਆਂ ਚੀਜ਼ਾਂ 'ਚੋਂ ਨਿਕਲ ਕੇ ਗਏ ਨੇ, ਧਨੋਆ ਸਾਹਿਬ ਤੋਂ ਲੈ ਕੇ 에ਅਰ ਮਾਰਸ਼ਲ ਅਰਜਨ ਸਿੰਘ ਤੱਕ, ਸਰਦਾਰ ਦਿਲਬਾਗ ਸਿੰਘ ਤੱਕ, ਜਿਹੜੇ ਘਰਾਂ 'ਚੋਂ ਪੜ੍ਹ ਕੇ ਗਏ ਨੇ, ਉਹ ਜਾ ਕੇ ਵੇਖਿਆ ਅਸੀਂ। ਜਿਹੜੇ ਸਾਡੇ ਰੋਲ ਮਾਡਲ ਨੇ ਅੱਜ ਦੇ ਰੋਲ ਮਾਡਲ ਹੀ ਬਦਲ ਗਏ ਨੇ। ਇਹਦੇ ਵਿੱਚ ਸਰਕਾਰ ਇੱਕ ਹੈਂਡ ਹੋਲਡਿੰਗ, ਜਿਹੜਾ ਸਭ ਤੋਂ ਵੱਡਾ ਜਿਹਨੂੰ ਕਹਿੰਦੇ ਨਾ ਕਿ ਉੱਤੇ ਅੰਬਰੇਲਾ ਆਰਗੇਨਾਈਜੇਸ਼ਨ ਬਣ ਕੇ ਉਹ ਕੰਮ ਕਰਨ ਦੀ ਜ਼ਰੂਰਤ ਆ ਕਿ ਬੱਚੇ ਕਿਸ ਪਾਸੇ ਨੂੰ ਤੁਰੇ ਜਾ ਰਹੇ। ਜਿਸ ਹਿਸਾਬ ਨਾਲ ਸਾਡੀ ਪਾਪੂਲੇਸ਼ਨ 3 ਕਰੋੜ ਤੋਂ 12-13 ਲੱਖ ਦੇ ਕੋਲ ਚਲੇ ਗਈ ਹੈ, ਅਗਲੀ ਮਰਦਮਸ਼ੁਮਾਰੀ 'ਚ ਕਲੀਅਰ ਹੋ ਜਾਏਗੀ। ਮੈਂ ਉਹੀ ਗੱਲ ਕਰ ਰਿਹਾ ਨਾ ਜਿਹੜੀ ਪਹਿਲਾਂ ਮੈਂ ਤੁਹਾਨੂੰ ਵੀ ਸਾਡਾ ਫੋਕਸ ਹੀ ਗਲਤ ਸੈੱਟ ਹੋ ਗਿਆ ਨਾ, ਏਜੰਡਾ ਹੀ ਸਿਰਫ ਪੈਸਾ ਹੋ ਗਿਆ। ਪਹਿਲਾਂ ਬੰਦੇ ਦੀ ਲਿਆਕਤ ਨਾਲ ਬੰਦਾ ਜਾਣਿਆ ਜਾਂਦਾ ਸੀ, ਹੁਣ ਸਿਰਫ ਪੈਸਾ। ਔਰ ਇਸ ਸ਼ਾਰਟਕਟ ਉਹ ਦੇਖਦਾ ਕਿ ਸ਼ਾਰਟਕਟ ਕਿਹੜਾ ਅਪਣਾਵਾਂ, ਆਇਲਸ ਦੇ ਜ਼ਰੀਏ, ਡੌਂਕੀ ਦੇ ਜ਼ਰੀਏ, ਗੈਂਗਸਟਰ ਦੇ ਜ਼ਰੀਏ, ਮਾਰਕੁੱਟ ਦੇ ਜ਼ਰੀਏ, ਮਤਲਬ ਉਹ ਫਿਰ ਤਾਂ ਹੀ ਸ਼ਾਰਟਕਟ, ਕਿਉਂਕਿ ਇਧਰਲੇ ਪਾਸੇ ਤਾਂ ਫਿਰ ਉਹ ਦਿਮਾਗ ਵੀ ਨਹੀਂ ਨਾ ਲਾ ਰਹੇ। ਨਹੀਂ ਤਾਂ ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਕਿ ਮਤਲਬ ਉਹ ਬੰਦੇ ਵੀ ਤਾਂ ਨਿਕਲੇ ਨੇ ਕਿਹੜੇ ਹਾਲਾਤ ਦੇ ਵਿੱਚ ਲੋਕ ਦੀਵਿਆਂ ਦੇ ਚਾਨਣ ਦੇ ਵਿੱਚ ਪੜ੍ਹ ਕੇ ਵੀ ISIRS ਬਣੇ ਆ। ਮੈਂ ਇਹ ਕਹਿਣਾ ਚਾਹੂੰਗਾ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ, ਮੌਕੇ ਦੇ ਹਾਕਮ ਦੀ, ਨਿਜ਼ਾਮ ਦੀ ਜ਼ਿੰਮੇਵਾਰੀ ਹੈ ਇਸ ਚੀਜ਼ ਨੂੰ ਰੋਕਣਾ। ਸਾਡੇ ਦੁਆਬੇ 'ਚ ਇੱਕ ਇਨਸੀਡੈਂਟ ਹੋਇਆ, ਇੱਕ ਉਹਨਾਂ ਦਿਨਾਂ 'ਚ ਇੱਕ ਕ੍ਰਿਮੀਨਲ ਉੱਠਿਆ, ਉਹਨੇ ਇਸ ਤਰ੍ਹਾਂ ਫੋਟੋਆਂ ਪਾਣੀਆਂ ਲੋਕਾਂ ਲਈ, ਉਹ 2-2 ਗੰਨਾਂ ਫੜ ਕੇ, ਬੜਾ ਮਸ਼ਹੂਰੀ ਹੋਈ ਉਹਦੀ। ਮੈਂ ਇੱਕ ਦਿਨ ਟੇਕ ਅਪ ਕੀਤਾ ਭਾਰਤ ਸਰਕਾਰ 'ਚ ਵੀ ਤੇ ਇੱਥੇ ਵੀ ਇਹ ਗਲੋਰੀਫਾਈ ਹੋ ਰਹੇ ਨੇ। ਇਹਨਾਂ ਦੇ ਫੇਸਬੁੱਕ ਪੇਜ ਬੰਦ ਕਰੋ, ਇਹਨਾਂ ਦੀਆਂ ਇਹ ਚੀਜ਼ਾਂ ਕਰੋ। ਸਰਕਾਰ ਵੈਲ ਵਿਦਨ ਲਿਮਿਟ ਆ, ਕਿਉਂ ਨਹੀਂ ਕਰ ਸਕਦੀ? ਦੇਸ਼ ਦੇ ਵਿੱਚ ਹਰ ਚੀਜ਼ ਕੀਤੀ ਜਾ ਸਕਦੀ ਹੈ। ਇਹੋ ਜਿਹੇ ਵੀ ਲਾ ਨੇ ਕਿ ਤੁਸੀਂ ਕਿਸੇ ਬੰਦੇ ਨੂੰ ਡਿਟੇਨ ਕਰ ਸਕਦੇ ਹੋ ਵੀ ਤੇਰੀ ਸਾਹ ਤੋਂ ਖਤਰਾ ਹੈ ਕਿਸੇ ਚੀਜ਼ ਨੂੰ। ਜੇ ਆਪਾਂ ਅਵੇਸਲੇ ਹੋਏ ਆ, ਸਾਡੀ ਸੋਚ ਅਵੇਸਲੀ ਹੋਈ ਏ, ਉਹਨੇ ਅੱਜ ਇਹ ਹਾਲਾਤ ਪੈਦਾ ਕਰ ਦਿੱਤੇ ਨੇ। ਹੁਣ ਨੌਜਵਾਨੀ ਹੈ, ਜਦੋਂ ਅਗਲੀ ਆਏਗੀ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਓਵਰ ਗਰੋਥ ਬੱਚਿਆਂ ਦੀ ਹੋ ਗਈ ਹੈ, ਚਾਈਲਡ ਸਟੈਂਟਿੰਗ ਹੋ ਗਈ ਹੈ। ਬੱਚਾ ਛੋਟੀ ਉਮਰ 'ਚ ਮੈਚਿਓਰ ਹੋ ਰਿਹਾ, ਉਹਦੀ ਐਵਰੇਜ ਹਾਈਟ 2 ਇੰਚ ਤੋਂ ਘਟਦੀ ਜਾ ਰਹੀ ਹੈ। ਆ ਜਿਹੜਾ ਗਲੋਬਲ ਹੰਗਰ ਇੰਡੈਕਸ ਆਇਆ, ਸਭ ਤੋਂ ਵਧੀਆ, ਸਭ ਤੋਂ ਸਾਫ਼ ਸੁਥਰਾ ਪੰਜਾਬ ਦੇ ਵਿੱਚ ਕਹਿੰਦੇ ਸੀ ਖਾਣ ਪੀਣ ਦੀ ਕੋਈ ਘਾਟ ਨਹੀਂ ਹੈ, ਇਹ ਵੀ ਉਹਦੇ ਨੈਟਵਰਕ ਦੇ ਵਿੱਚ ਆ ਗਿਆ। ਜੇ ਅੱਜ ਹਾਲਾਤ ਇਹ ਨੇ ਕਿ ਸਾਡੇ ਬੱਚਿਆਂ ਦਾ BMI ਇੰਡੈਕਸ ਹੈ, ਬਾਡੀ ਮਾਸ ਇੰਡੈਕਸ ਆ, ਉਹਦਾ ਇਹ ਹਾਲਾਤ ਹੈ। ਤੁਸੀਂ ਕਿਸੇ ਕੇਂਦਰ ਸਰਕਾਰ ਦੀ ਫੌਜ ਦੀ ਭਰਤੀ ਦੇਖ ਲਵੋ, ਫਿਜ਼ੀਕਲ ਸਟੈਂਡਰਡ ਤੁਹਾਨੂੰ ਪਤਾ ਲੱਗ ਜਾਵੇਗਾ। ਬਲੇਮ ਆਪਾਂ ਜਿਹਨੂੰ ਮਰਜ਼ੀ ਕਰੀ ਜਾਏ, ਇੱਕ ਸਭ ਤੋਂ ਜ਼ਾਹਰਾ ਤੌਰ ਤੇ ਮੈਂ ਗੱਲ ਕਹਿਣੀ ਚਾਹੂੰਗਾ, ਮਾਂ-ਬਾਪ ਬਿਲਕੁਲ ਪੂਰੇ ਕਸੂਰਵਾਰ ਨੇ ਇਸ ਗਲਤ ਵਰਤਾਰੇ ਲਈ। ਜਦੋਂ ਬੱਚਾ ਇਦਾਂ ਵਾਲ ਖੜੇ ਕਰਕੇ ਤੇ ਕੰਨਾਂ 'ਚ ਮੁੰਦੀਆਂ ਪਾ ਕੇ ਘਰੋਂ ਨਿਕਲਦਾ, ਮਾਂ-ਬਾਪ ਨੇ ਕਦੇ ਰੋਕਿਆ? ਮੈਂ ਕਿਸੇ ਬੰਦੇ ਨੂੰ ਵੈਸੇ ਪੁੱਛ ਲਿਆ ਵੀ ਇਹਦੇ ਤੇ ਕਿੰਨਾ ਕੁ ਖਰਚਾ, ਮੇਰਾ ਅੰਦਾਜ਼ਾ ਸੀ ਵੀ ਬਹੁਤ ਵੱਡੀ ਗੱਪ ਮਾਰਾਂਗੇ, 200-250 ਰੁਪਏ ਦਾ ਹੇਅਰ ਸਟਾਈਲ ਹੋਏਗਾ। ਆਈ ਵਾਜ਼ ਸ਼ੌਕਡ। 1200 ਰੁਪਏ ਦਾ ਇੱਕ ਦਿਨ ਦਾ ਜੈਲ ਲਾ ਕੇ ਬੱਚੇ ਜਾਂਦੇ ਨੇ। ਆ ਟੈਟੂ ਬਣਾਉਣੇ ਸ਼ੁਰੂ ਹੋਏ, 25-25 ਹਜ਼ਾਰ ਦਾ ਟੈਟੂ ਬਣਾਉਂਦੇ ਨੇ। ਇੱਕ ਨੇ ਇੱਥੇ ਟੇਢੀ ਥਾਂ ਤੇ ਬਣਾਇਆ, ਮੈਂ ਕਿਹਾ ਵੀ ਇਹ ਕੀ ਹੈ? ਕਹਿੰਦੇ ਜੀ ਇਹ ਸ਼ੌਕ, ਇੱਥੇ ਜ਼ਿਆਦਾ ਪੀੜ ਹੁੰਦੀ ਹੈ। ਇਹ ਤੇ ਸਾਡੇ ਹੋ ਗਏ ਰੋਲ ਮਾਡਲ, ਤੇ ਮਾਂ-ਬਾਪ ਨੂੰ ਨਹੀਂ ਪਤਾ ਕਿੱਧਰ ਜਾ ਰਿਹਾ ਬੱਚਾ। ਮੋਟਰਸਾਈਕਲ ਦੇ ਜੇ ਸਲੈਂਸਰ ਉਤਰੇ ਨੇ, ਆਪਾਂ ਸਰਕਾਰ ਨੂੰ ਹੀ ਬਲੇਮ ਕਰੀ ਜਾਈਏ, ਨਿਜ਼ਾਮ ਨੂੰ ਹੀ ਬਲੇਮ ਕਰੀ ਜਾਈਏ, ਰੋਲ ਜਿਹੜੇ ਮਾਡਲ ਨੇ ਉਹਨਾਂ ਨੂੰ ਬਲੇਮ ਕਰੀ ਜਾਈਏ ਕਿ ਆਹ ਸਿੰਗਰ ਆਹ ਗਾਣਾ ਗਾ ਰਿਹਾ। ਆ ਸਿੰਗਰ ਵਿਚਾਰੇ ਇੱਥੇ ਹੀ ਤੁਰੇ ਫਿਰਦੇ ਰਹੇ ਸੀ, ਇੱਥੇ ਢੋਲਕੀਆਂ ਛੈਣੇ ਕੁੱਟਦੇ ਸੀਗੇ, ਅੱਜ ਉਹ ਗਲੋਬਲ ਸਟਾਰ ਬਣ ਗਏ ਨੇ। ਉਹਨਾਂ ਪਿੱਛੇ ਮਾਰਕੀਟਿੰਗ ਟੈਕਟਿਕ ਸੀਗੇ, ਆਪਾਂ ਉਹਨਾਂ ਨੂੰ ਥੋੜਾ ਫੋਲੋ ਕਰਨਾ ਸ਼ੁਰੂ ਕਰ ਦੇਣਾ ਹੈਗਾ। ਮਾਂ-ਬਾਪ ਦਾ ਵੀ ਤਾਂ ਫਰਜ਼ ਬਣਦਾ ਨਾ। ਜੇ ਆਪਾਂ ਇਹ ਕਹਿ ਦਈਏ ਨਹੀਂ ਜੀ ਪਹਿਲਾਂ ਇਕੱਲਾ ਬੱਚਾ ਜੀ ਕਹਿੰਦਾ ਮੈਂ ਗੱਡੀ ਥੱਲੇ ਸਿਰ ਦੇ ਦੇਣਾ, ਤੇ ਇਸੇ ਕਰਕੇ ਅਸੀਂ ਉਹਨੂੰ ਨਵਾਂ ਮੋਟਰਸਾਈਕਲ ਲੈ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪਰਸੋਂ ਰੋਜ਼ ਦੀ ਗੱਲ ਹੈ, ਮੈਂ ਇੱਕ ਹਾਈ ਸਕੂਲ ਦੇ ਕੋਲ ਦੀ ਲੰਘਿਆ। ਹਾਈ ਸਕੂਲ ਮੀਨਸ 8ਵੀਂ ਕਲਾਸ ਤੱਕ ਹੋਏਗਾ, ਤੇ 11 ਬੱਚੇ ਬੁਲਟ ਮੋਟਰਸਾਈਕਲ ਤੇ ਸਕੂਲੇ ਆਏ ਹੋਏ ਨੇ। ਦੱਸੋ ਇਹ ਕਿਸ ਪਾਸੇ ਦੀ ਕਿਹੜੀ ਸੇਧ ਦੇ ਰਹੇ ਹਾਂ ਅਸੀਂ? ਮੈਂ ਵੀਡੀਓ ਬਣਾਈ, ਮੈਨੂੰ ਕਹਿੰਦਾ ਅੰਕਲ ਜੀ ਦੱਸੋ ਤੁਸੀਂ ਕਾਹਦੇ ਲਈ ਮੇਰੀ ਵੀਡੀਓ ਬਣਾਤੀ? ਮੈਂ ਕਿਹਾ ਵੀ ਤੂੰ ਸ਼ੌਂਕੀ ਆਦਮੀ ਲੱਗ ਰਿਹਾ, ਮੈਂ ਤੇਰੇ ਉਨੀ ਦੇਰ ਨੂੰ ਉਹਨੇ ਪਛਾਣ ਲਿਆ। ਸੋ ਇਹ ਮਾਂ-ਬਾਪ ਨੂੰ ਨਹੀਂ ਪਤਾ ਲੱਗ ਰਿਹਾ ਕਿ ਬੱਚੇ ਨੂੰ 1.5 ਲੱਖ ਰੁਪਏ ਦਾ ਬੁਲਟ ਮੋਟਰਸਾਈਕਲ ਲੈ ਕੇ ਦੇ ਰਹੇ ਹੋ। ਜੇ ਆਪਾਂ ਡਰੱਗ ਦੀ ਗੱਲ ਕਰੀ ਜਾਈਏ ਕਿ ਡਰੱਗ ਵਾਧੂ ਆ ਰਿਹਾ ਹੈਗਾ, 1 ਮਿੰਟ ਲਈ ਮੰਨ ਲਈਏ ਅਸੀਂ ਆਪਣਾ ਚੌਂਕਾ ਚੁੱਲਾ ਸਾਂਭ ਕੇ ਰੱਖਦੇ ਕਿ ਨਹੀਂ, ਘਰ ਦੀਆਂ ਦੀਵਾਰਾਂ ਉੱਚੀਆਂ ਕਰਦੇ ਕਿ ਨਹੀਂ, ਆਪਣੇ ਬੱਚੇ ਤੇ ਬਚਾਓ। ਠੀਕ ਹੈ, ਡਰੱਗ ਦੀ ਸਮਗਲਿੰਗ, ਇੰਟਰਨੈਸ਼ਨਲ ਪੈਡਲਰ ਆ ਰਹੇ ਨੇ, ਬਹੁਤ ਜ਼ਿਆਦਾ ਪੈਸਾ ਹੈ, ਸਾਰਾ ਨਿਜ਼ਾਮ ਉਹਦੇ ਵਿੱਚ ਰਲ ਸਕਦਾ, ਲੇਕਿਨ ਤੁਸੀਂ ਆਪਣਾ ਬੱਚਾ ਤੇ ਬਚਾ ਕੇ ਰੱਖੋ। ਇਹ ਤੁਸੀਂ ਕਿਸੇ ਨੂੰ ਹਰ ਕਿਸੇ ਚੀਜ਼ ਦੇ ਉੱਤੇ ਬਲੇਮ ਕਰੀ ਜਾ ਰਹੇ ਆ। ਵਿਕਦਾ ਤੇ ਸ਼ਰੇਆਮ ਦੁੱਧ ਵੀ ਹੈ, ਕਿੰਨੇ ਬੱਚੇ ਦੁੱਧ ਨਹੀਂ ਪੀਂਦੇ?
ਕਿੱਦਾਂ ਕਹਿ ਦਈਏ ਕਿ ਇੱਥੇ ਆ ਜਾਂਦੇ। ਠੀਕ ਹੈ, ਡਿਲੀਵਰੀ ਘਰਾਂ 'ਚ ਵੀ ਹੋ ਜਾਂਦੀ ਹੋਏਗੀ ਨਸ਼ੇ ਦੀ, ਜੋ ਕਹਿ ਰਹੇ ਨੇ ਜੀ ਆ ਇਸ ਤਰ੍ਹਾਂ ਹੋ ਰਿਹਾ, ਲੇਕਿਨ ਜਿਹੜੀਆਂ ਚੀਜ਼ਾਂ ਸਾਹਮਣੇ ਨੇ ਉਹ ਅਸੀਂ ਕਿਉਂ ਅੱਖਾਂ ਤੋਂ ਵੇਖ ਕੇ ਮੁਨਕਰ ਹੋ ਰਹੇ ਆ। ਸੋ ਸਮੇਂ ਦੀ ਗੱਲ ਆ, ਸਮੇਂ ਦੇ ਹਾਣੀ ਬਣੀਏ। ਇਹਨਾਂ ਹਾਲਾਤਾਂ ਤੋਂ ਤੇ ਅਸੀਂ ਆਪ ਹੀ ਬਚਣਾ ਤੇ ਮਾਂ-ਬਾਪ ਨੂੰ ਖਾਸ ਕਰੇ ਧਿਆਨ ਦੇਣਾ ਪੈਣਾ ਕਿ ਇਸੇ ਔਲਾਦ ਖਾਤਰ ਤੇ ਤੁਸੀਂ ਇੰਨੇ ਸਾਲ ਜਿਹੜੇ ਨੇ ਸੰਘਰਸ਼ ਕੱਟਿਆ, ਤੇ ਜੇ ਉਹ ਬੱਚਾ ਤੁਹਾਡੇ ਹੱਥੋਂ ਨਿਕਲ ਰਿਹਾ ਤੇ ਉਹਦੇ 'ਚ ਤੁਹਾਡਾ ਵੀ ਕਸੂਰ ਨਾਲ ਹੈ। ਬਿਲਕੁਲ। ਸਰੰਗਲ ਸਾਹਿਬ, ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਹੋਇਆ ਤੇ ਇੱਕ ਗੱਲ ਵੀ ਕਹਿਣੀ ਚਾਹੂੰਗਾ ਕਿ ਬਹੁਤੇ ਲੋਕਾਂ ਨੇ ਇਹਨਾਂ ਗੱਲਾਂ ਨੂੰ ਸੁਣਨਾ ਤਾਂ ਨਹੀਂ ਹੈ, ਕਿਉਂਕਿ ਇਹਦੇ ਵਿੱਚੋਂ ਨਾ ਤਾਂ ਕੋਈ ਮਸਾਲਾ, ਨਾ ਕੋਈ ਤੜਕਾ ਹੈ, ਨਾ ਕੋਈ ਬੜਕਾ ਹੈ, ਨਾ ਕੋਈ ਚੱਕ ਲੋ ਧਰ ਲੋ ਵਾਲੀ ਗੱਲ ਹੈ। ਪਰ ਜਿੰਨਿਆਂ ਕੁ ਨੇ ਸੁਣਨਾ ਉਹਦੇ ਵਿੱਚ ਇੱਕ ਸਵਾਲ ਹੋਊਗਾ ਕਿ ਹੁਣ ਸਾਰਾ ਪੰਜਾਬ ਹੀ UPSC ਥੋੜੀ ਕਰੈਕ ਕਰੇਗਾ, ਪਰ ਮਤਲਬ ਉਹਨਾਂ ਨੂੰ ਇਸ ਗੱਲ ਦਾ ਸ਼ਾਇਦ ਅੰਦਾਜ਼ਾ ਇਲਮ ਨਾ ਹੋਵੇ ਕਿ ਕੋਈ ਤਾਂ ਇੱਧਰ ਪਾਸੇ ਤੁਰੇ ਨਾ, ਜਿੰਨੇ ਤੁਰੇ ਸੀ ਉਹਨੇ ਵੀ ਘਟਦੇ ਜਾ ਰਹੇ ਆ। ਹੱਲ ਕੀ ਹੋਏਗਾ? ਬਦਲ ਕਿਵੇਂ ਇਸ ਵਾਲੇ ਪਾਸੇ ਅਸੀਂ, ਜਿਹੜਾ ਸਾਡਾ ਬ੍ਰੇਨ ਡਰੇਨ ਹੋ ਰਿਹਾ, ਸਾਡੀ ਇਕਨੋਮੀ ਥੱਲੇ ਜਾ ਰਹੀ ਹੈ ਔਰ ਸਾਡੇ ਬੱਚੇ ਵਿੱਦਿਆ ਤੋਂ ਮੂੰਹ ਮੋੜਦੇ ਜਾ ਰਹੇ ਆ, ਕੀ ਹੱਲ ਕੀ ਹੈ ਤਾਂ ਸਾਡੇ ਕੋਲ ਇਹਦੇ ਵਿੱਚ? ਕਿ ਜਿੱਦਾਂ ਹੌਲੀ ਹੌਲੀ ਨਿਗਾਰ ਹੋਇਆ ਉਦਾਂ ਇਹ ਹੌਲੀ ਹੌਲੀ ਹੋਏਗਾ। ਹੁਣ 1 ਜਾਂ 2 ਦਿਨ ਦੇ ਵਿੱਚ ਤਾਂ ਸਾਰਾ ਹੋ ਨਹੀਂ ਜਾਣਾ। ਅਸੀਂ ਮਿਆਰੀ ਸਕੂਲ ਜਿਹੜਾ ਨਾ, ਮੈਂ ਤਾਂ ਸਕੂਲ ਤੇ ਹੀ ਬਾਰ-ਬਾਰ ਜ਼ੋਰ ਦਿੰਦਾ ਜੀ, ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਤੀਕ ਜਾਂਦਿਆਂ ਬੱਚਾ ਮੈਚੁਰ ਹੋ ਜਾਂਦਾ। ਜਿਨ੍ਹਾਂ ਦਾ ਬੇਸ ਜਿਹੜਾ ਹੈਗਾ ਆ ਉਹ ਮਜ਼ਬੂਤ ਨਹੀਂ ਹੈ, ਉਹ ਅੱਗੇ ਜਾ ਕੇ ਤੇ ਨਹੀਂ ਕਰ ਸਕਣਗੇ। ਸਕੂਲ ਜਿਹੜੇ ਨੇ, ਸਾਨੂੰ ਸਰਕਾਰ ਨੂੰ ਤਾਂ ਮੈਂ ਇਹੀ ਬੇਨਤੀ ਕਰਾਂਗਾ ਕਿ ਕੁਝ ਸਕੂਲ ਜਿਹੜੇ ਨੇ ਉਹ ਇੱਕ ਨਮੂਨੇ ਦੇ ਸਕੂਲ ਖੋਲੋ। ਬਾਦਲ ਸਾਹਿਬ ਨੇ ਸਕੂਲ ਖੋਲੇ, ਅਦਰ ਸਕੂਲ ਖੋਲਣ ਦੀ ਕੋਸ਼ਿਸ਼ ਵੀ ਕੀਤੀ, ਮੈਰਿਟ ਵਾਲੇ ਸਕੂਲ ਵੀ ਖੋਲਣ, ਲੇਕਿਨ ਉਹ ਫਿਜ਼ਲ ਆਊਟ ਹੋ ਗਿਆ। ਉਹ ਸਕੂਲ ਅੱਜ ਕਿਤੇ ਵੀ ਨਹੀਂ। ਸਾਡੇ ਕੋਲ ਦਸ਼ਮੇਸ਼ ਅਕੈਡਮੀ ਹੈ। ਦੇਖੋ, ਅਸੀਂ, ਸਾਡੀ ਸੋਚ ਤਾਂ ਬਹੁਤ ਪਹਿਲੇ ਤੋਂ ਸੀਗੀ ਚੰਗੀ। ਅੱਜ ਦਸ਼ਮੇਸ਼ ਅਕੈਡਮੀ ਜਿਹੜੀ ਹੈਗੀ ਹੈ ਉਹਦੀ ਜਿਹੜਾ ਹੈਗਾ ਗ੍ਰੇਡਿੰਗ ਜਾਂ ਉਹ ਕਿੱਥੇ ਹੈਗੀ, ਕਿਸੇ ਨੂੰ ਨਾਮ ਹੀ ਨਹੀਂ ਪਤਾ। ਤੂੰ ਪਹਿਲੇ ਪੂਰੇ ਪੰਜਾਬ ਤੋਂ ਬੱਚੇ ਕੰਪੀਟ ਕਰਦੇ ਸੀ ਵੀ ਆਪਾਂ ਦਸ਼ਮੇਸ਼ ਅਕੈਡਮੀ 'ਚ ਐਡਮਿਸ਼ਨ ਲੈਣਾ ਜੀ। ਇੱਦਾਂ ਦੀਆਂ ਸਾਨੂੰ ਚਾਹੀਦਾ ਕਿ ਮਿਆਰੀ ਸਕੂਲ, ਚਲੋ ਗਵਰਨਮੈਂਟ ਸਕੂਲ ਚੰਗੇ ਨੇ, ਮੈਂ ਪੰਜਾਬ ਗਵਰਨਮੈਂਟ ਦੇ ਸੈਕਟਰੀਆਂ ਦੀ, ਐਜੂਕੇਸ਼ਨ ਸੈਕਟਰ ਦੀ ਗੱਲ ਮੰਨ ਹੀ ਲੈਂਦਾ ਇੱਕ ਮਿੰਟ ਕਿ ਬਹੁਤੇ ਚੰਗੇ ਆ ਤੁਹਾਡੇ, ਪਰ ਕੋਈ ਥੋੜੇ ਜਿਹੇ ਇਸ ਤੋਂ ਜ਼ਿਆਦਾ ਚੰਗੇ ਵੀ ਕਰ ਦੋ ਤਾਂ ਕਿ ਆਪਾਂ ਕਮ ਸੇ ਕਮ ਹੋਰ ਨਹੀਂ ਕਿਸੇ ਨਾਲ ਤੇ ਬਿਹਾਰ ਨਾਲ ਤਾਂ ਜਾ ਕੇ ਕੰਪੀਟ ਕਰ ਲਈਏ। ਬਿਹਾਰ ਦੀ ਵਹੀਦ ਆ ਜਿਹੜੀ IAS ਆਂਦੀ ਹੈ ਤੇ ਉਹ ਆਂਦੇ ਕਿੱਥੇ ਨੇ, ਸਾਡੇ ਕੋਈ ਆ ਰਹੇ ਨੇ। ਅੱਜ ਤੁਸੀਂ ਦੇਖੋ ਕਿ ਕਿੰਨੇ ਬੱਚੇ ਉਹਨਾਂ ਦੇ ਨੇ। ਚਲੋ ਇਹ ਤੇ ਇੱਕ ਓਪਨ ਕੰਪੀਟੀਸ਼ਨ ਆ, ਜਿਹੜਾ ਕਲੀਅਰ ਕਰੂਗਾ ਉਹੀ ਆਏਗਾ। ਤਾਂ ਸਾਨੂੰ ਇਹਦੇ ਵੱਲ ਜਿਹੜਾ ਹੈਗਾ ਆ ਧਿਆਨ ਦੇਣਾ ਚਾਹੀਦਾ। ਦੂਜਾ ਕਿ UPSC ਦੀ ਜਿਹੜੀ ਰਿਕਰੂਟਮੈਂਟ ਪਾਲਿਸੀ ਹੈ, ਭਾਰਤ ਸਰਕਾਰ ਪਾਲਿਸੀ ਤੈਅ ਕਰਦੀ ਆ। ਜਦੋਂ ਵੀ ਬੱਚੇ, ਜਿੱਦਾਂ ਸੀਗਾ ਕਿ ਵੀ ਸੀ ਸਾਈਡ ਦੇ ਵਿੱਚ ਆਪਾਂ ਅਗਰ ਦੇਖੀਏ ਤੇ ਸੀ ਸਾਈਡ ਦੇ ਜਦੋਂ ਆਇਆ ਤੇ ਉਸ ਵੇਲੇ ਜਿਹੜੇ UP ਬਿਹਾਰ ਦੇ ਬੱਚੇ ਸੀਗੇ ਉਹਨਾਂ ਦਾ ਸੀ ਸਾਈਡ 'ਚੋਂ ਕਮਜ਼ੋਰ ਸੀਗੇ। ਉਹਨਾਂ ਨੇ ਹਾਲ ਦਵਾਈ ਮਚਾਈ ਕਿ ਨਹੀਂ ਸੀ ਸਾਈਡ ਬੰਦ ਕਰੋ, ਤੇ ਇਹਨਾਂ ਨੇ ਕਿਹਾ ਕਿ ਸੀ ਸਾਈਡ ਨੂੰ ਆਪਾਂ ਕੁਆਲੀਫਾਈਂਗ ਕਰ ਦਿੰਦੇ ਆ। ਉਹ ਵਾਪਸ ਫਿਰ ਉਹਨਾਂ ਦਾ ਰਿਵਰਸ ਹੋ ਗਿਆ। ਇਹ ਕੁਝ ਚੀਜ਼ਾਂ ਸਾਡੀ ਸਟਰੈਂਥ ਹੈ, ਉਸ ਵਿੱਚ ਸਾਡੇ ਏਰੀਆ ਦੀ ਜ਼ਿਆਦਾ ਸਟਰੈਂਥ ਸੀ ਕਿਉਂਕਿ ਲੌਜੀਕਲੀ ਜਿਹੜੀ ਸੀਗਾ, ਲੌਜੀਕਲੀ ਸਾਡੇ ਬੱਚੇ ਜ਼ਿਆਦਾ ਅੱਛੇ ਸੀਗੇ। ਦੂਜਾ ਹੈਗਾ ਕਿ ਹਿੰਦੀ ਮੀਡੀਅਮ ਦਾ ਤੁਸੀਂ ਇਸ ਵਾਰ ਦੇਖੋ ਕਿ ਬਹੁਤ ਸਾਰੇ ਬੱਚੇ ਆਏ ਨੇ ਹਿੰਦੀ ਬੈਲਟ ਦੇ ਵਿੱਚੋਂ, ਖਾਸ ਕਰਕੇ ਰਾਜਸਥਾਨ ਦੇ ਵਿੱਚੋਂ, ਬਿਹਾਰ ਦੇ ਵਿੱਚੋਂ, ਮੱਧ ਪ੍ਰਦੇਸ਼ ਦੇ ਵਿੱਚੋਂ ਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਜੀ। ਹਿੰਦੀ ਮੀਡੀਅਮ ਦੇ ਬੱਚੇ, ਹਿੰਦੀ ਲਿਟਰੇਚਰ ਲੈ ਕੇ ਬੱਚੇ ਆਏ ਨੇ, ਆਪਸ਼ਨਲ ਪੇਪਰ ਜੀ। ਸਾਡੇ ਟਾਈਮ ਤੇ ਪੰਜਾਬੀ ਲਿਟਰੇਚਰ ਲੈ ਕੇ ਬਹੁਤ ਸਾਰੇ ਬੱਚੇ ਆਉਂਦੇ ਸੀਗੇ ਜੀ। ਪੰਜਾਬੀ ਇੱਕ ਬੜਾ ਪਪੂਲਰ ਸਬਜੈਕਟ ਸੀਗਾ। ਅੱਜ ਕਿੰਨੇ ਬੱਚੇ ਨੇ ਜਿਹੜੇ ਪੰਜਾਬੀ ਮੀਡੀਅਮ ਲੈ ਕੇ ਆਏ। ਅਸੀਂ ਆਪਣੀ ਲੈਂਗੁਏਜ ਹੀ ਕਿਲ ਕਰਤੀ। ਲੈਂਗੁਏਜ ਤੇ ਕੋਈ ਜ਼ੋਰ ਨਹੀਂ ਹੈਗਾ ਸਾਡਾ। ਅੱਜ ਤੁਹਾਨੂੰ ਪੰਜਾਬੀ ਨਹੀਂ ਜਦ ਪੜ੍ਹਨੇ ਆਉਂਦੀ, ਪੰਜਾਬੀ ਲਿਟਰੇਚਰ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ, ਮੈਂ ਖੁਦ ਪੰਜਾਬੀ ਲਿਟਰੇਚਰ ਲਿਆ, ਔਰ ਅਸੀਂ ਕਿਹੜੀ ਕੋਈ MA ਕੀਤੀ ਹੋਈ ਸੀ ਪੰਜਾਬੀ 'ਚ, ਅਸੀਂ ਮੈਟ੍ਰਿਕ ਤੱਕ ਹੀ ਪੰਜਾਬੀ ਪੜ੍ਹੀ ਸੀਗੀ, ਲੇਕਿਨ ਅਸੀਂ ਜਿੰਨੀ ਕੁ ਪੜ੍ਹੀ ਸੀ ਕਾਫੀ ਚੰਗੀ ਪੜ੍ਹੀ ਸੀਗੀ। ਅੱਜ 5ਵੀਂ 6ਵੀਂ ਜਿਹੜੇ ਅੱਜ ਤੁਹਾਡੇ ਪਬਲਿਕ ਸਕੂਲ ਨੇ, ਇਹਨਾਂ 'ਚ ਤਾਂ ਪੰਜਾਬੀ ਉੱਕਾ ਹੀ ਹੈ ਨਹੀਂ ਗੀ। ਆਪਸ਼ਨ ਹੈਗੀ ਕਿ ਤੁਸੀਂ ਪੰਜਾਬੀ ਕਰ ਲਓ ਜਾਂ ਹਿੰਦੀ ਕਰ ਲਓ। ਬੱਚਿਆਂ ਨੂੰ ਹੁਣ ਨਾ ਪੰਜਾਬੀ ਆਉਂਦੀ ਨਾ ਹਿੰਦੀ ਆਉਂਦੀ ਹੈ। ਜੇ ਥੋੜੀ ਬਹੁਤ ਆਉਂਦੀ ਤਾਂ ਅੰਗਰੇਜ਼ੀ ਜ਼ਰੂਰ ਪੰਜਾਬ ਦੇ ਬੱਚਿਆਂ ਦੀ ਠੀਕ ਠਾਕ ਹੈ, ਜਿਹੜੇ ਕਮ ਸੇ ਕਮ ਸ਼ਹਿਰੀ ਬੱਚੇ ਉਹਨਾਂ ਦੀ ਤਾਂ। ਸੋ ਜਦੋਂ ਪਾਲਿਸੀ ਬਣਦੀ ਹੈ UPSC ਦੀ, ਰਿਕਰੂਟਮੈਂਟ ਪਾਲਿਸੀ ਬਣਦੀ ਹੈ, ਉਦੋਂ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਸਾਡੀ ਸਟੇਟ ਦੇ ਹਿੱਤ ਨੂੰ ਪਾਲਿਸੀ ਕਿਤੇ ਹਿੱਟ ਤਾਂ ਨਹੀਂ ਕਰਦੀ ਪਈ। ਅਸੀਂ ਤਾਂ ਕਦੀ ਖਿਆਲ ਹੀ ਨਹੀਂ ਕੀਤਾ ਕਿ ਉਹ ਕੀ ਕਰਦੇ ਪਏ ਨੇ। ਪਾਲਿਸੀ ਤੁਸੀਂ ਦੇਖੋਗੇ ਕਿ ਪਿਛਲੇ 10 ਸਾਲਾਂ 'ਚ ਕਈ ਵਾਰ ਚੇਂਜ ਹੋਈ ਹੈ, ਉਹਦੇ ਪੋਲੀਟੀਕਲ ਲੈਵਲ ਤੇ ਚੇਂਜ ਹੋਈ ਹੈ, ਉਹਨਾਂ ਸਟੇਟਾਂ ਨੇ ਰੌਲਾ ਪਾ ਕੇ ਚੇਂਜ ਕਰਵਾਈ ਹੈ। ਲੇਕਿਨ ਅਸੀਂ ਕਦੀ ਕੋਈ ਆਪਣੀ ਡਿਮਾਂਡ ਕੀਤੀ ਹੈ ਕਿ ਨਹੀਂ ਸਾਡੇ ਬੱਚਿਆਂ ਨੂੰ ਇਦਾਂ ਦੀ ਚੀਜ਼ ਸੂਟ ਕਰਦੀ ਆ, ਇਹਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ। UPSC ਤੇ ਦੂਰ ਦੀ ਗੱਲ ਹੈਗੀ ਹੈ।
ਅਸੀਂ ਤੇ ਸਰਵ ਸਿਲੈਕਸ਼ਨ ਜਿਹੜਾ ਦਿੱਲੀ ਵਾਲਾ ਬੋਰਡ ਹੈਗਾ ਉਹਦੇ 'ਚ ਵੀ ਚੰਗੀਆਂ ਪੋਸਟਾਂ ਨੇ, ਗਰੁੱਪ B ਤੱਕ ਦੀ ਰਿਕਰੂਟਮੈਂਟ ਹੋ ਰਹੀ ਉਹਦੇ ਵਿੱਚ, ਉਹਦੇ 'ਚ ਵੀ ਆਪਾਂ ਕਿਤੇ ਨਹੀਂ ਹੈਗੇ। ਫਿਰ ਪੈਰਾਮਿਲਟਰੀ ਫੋਰਸਿਸ ਦੀ ਔਰ ਡਿਫੈਂਸ ਫੋਰਸਿਸ ਦੀ UPSC ਦੇ ਰਾਹੀਂ ਰਿਕਰੂਟਮੈਂਟ ਹੁੰਦੀ ਹੈ, ਸਾਡੇ ਉਹਦੇ 'ਚ ਵੀ ਕਿਤੇ ਨਾਮ ਨਿਸ਼ਾਨ ਨਹੀਂ ਹੈਗਾ। ਅਸੀਂ ਹਰ ਲੈਵਲ ਤੇ ਪਿੱਛੇ ਜਾ ਰਹੇ ਹਾਂ। ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਕਿ ਅਸੀਂ ਸਾਡਾ ਸਟਾਰਟ ਬਹੁਤ ਅੱਛਾ ਸੀ, ਸਾਡਾ ਆਰਮੀ ਦੇ ਵਿੱਚ ਵੀ ਬੋਲਬਾਲਾ ਸੀਗਾ, ਸਾਡਾ ਸਿਵਲ ਸਰਵਿਸਿਜ਼ ਤੇ ਬੋਲਬਾਲਾ ਸੀਗਾ, ਅਸੀਂ ਤੇ ਇੰਨਾ ਕੁ ਪਿੱਛੇ ਚੱਲ ਗਏ ਹਾਂ। ਤੇ ਮੈਂ ਤੇ ਕਹਿੰਦਾ ਕਿ ਜਿੱਦਾਂ ICS ਦੇ ਵਿੱਚ ਅੰਗਰੇਜ਼ ਉੱਥੋਂ ਭਰਤੀ ਹੋ ਕੇ ਤੇ ਸਾਡੇ ਤੇ ਰੂਲ ਕਰਨ ਆਉਂਦੇ ਸੀਗੇ, ਅੱਜ ਤਕਰੀਬਨ ਉੱਦਾਂ ਦੀ ਸਿਚੁਏਸ਼ਨ ਹੋਈ ਹੈ ਕਿ ਮੈਂ ਕੁਝ ਸਟੇਟਾਂ ਦੇ ਨਾਂ ਨਹੀਂ ਲਾਵਾਂ ਜਾਏਗਾ, 2-3 ਸਟੇਟਾਂ ਐਸੀਆਂ ਨੇ ਜਿਨ੍ਹਾਂ ਦੇ ਅਫਸਰ ਹੀ ਆ ਕੇ ਸਾਡੇ ਤੇ ਰੂਲ ਕਰਦੇ ਤੇ ਅਸੀਂ ਬਸ ਤੁਸੀਂ ਕਹਿਤਾ ਤੇ ਇਹਦੇ ਨਾਲ ਹੀ ਕਾਫੀ ਕੁਝ ਸਮਝਿਆ। ਕੁਝ ਮੇਰੇ ਖਿਆਲ ਨਾਲ ਚੀਮਾ ਸਾਹਿਬ ਕੁਝ ਕਹਿਣਾ ਚਾਹੁੰਦੇ। ਹਾਂਜੀ, ਮੈਂ ਇਹ ਕਹਿਣਾ ਚਾਹੂੰਗਾ ਕਿ ਹੱਲੇ ਨਿਗਾਰ ਵੱਲ ਤੁਰੇ ਜਾ ਰਹੇ ਆ, ਬਟ ਆਸ ਨਹੀਂ ਛੱਡੀ ਜਾ ਸਕਦੀ। ਆਪਾਂ ਯੋਧੇ ਆ, ਬੜੇ ਧਾੜਵੀਆਂ ਦਾ ਮੁਕਾਬਲਾ ਕਰਦੇ ਰਹੇ ਆ ਨਾਰਥ ਇੰਡੀਆ ਨੇ ਹਮੇਸ਼ਾ, ਖਾਸ ਕਰ ਪੰਜਾਬੀਆਂ ਨੇ। ਹਾਲਾਤ ਸੁਧਰਦੇ ਆ, ਸ਼ੁਰੂਆਤ ਤੇ ਕੀਤੀ ਜਾਵੇ, ਸਰਕਾਰ ਕੁਝ ਐਡਮਿਨਿਸਟ੍ਰੇਟਿਵ ਆਰਡਰ ਕੱਢੇ। ਹੁਣ ਜਿਸ ਤਰ੍ਹਾਂ ਦੇ ਬੱਚੇ ਬਾਹਰ ਗਏ ਨੇ, ਸਾਡਾ ਹਾਈ ਕਮਿਸ਼ਨਰ ਹੈ ਕੈਨੇਡਾ ਦੇ ਵਿੱਚ, ਉੱਥੋਂ ਇੱਕ ਡਾਟਾ ਇਕੱਠਾ ਕਰ ਲਵੋ। ਇੱਥੇ ਸਾਡੇ ਕੋਲ ਬਿਊਰੋ ਆਫ ਇਨਵੈਸਟਮੈਂਟ ਹੈ, ਉਸੇ ਤਰ੍ਹਾਂ ਦਾ ਬਿਊਰੋ ਆਫ ਐਜੂਕੇਸ਼ਨ ਹੈ, ਬਿਊਰੋ ਆਫ ਏਮਪਲੋਇਮੈਂਟ ਹੈ, ਉਹਦੇ ਵਿੱਚ ਦੱਸੇ ਵੀ ਆਹ ਯੂਨੀਵਰਸਿਟੀਆਂ ਨੇ, ਆਹ ਬੱਚਿਆਂ ਦਾ ਹਾਲ ਹੈ। ਮੈਂ ਇੱਕ ਸਰਕਾਰ ਦੇ ਡੈਲੀਗੇਸ਼ਨ ਦੇ ਯੂਥ ਲਈ ਅਸੀਂ ਲੰਡਨ ਗਏ, ਇੱਕ ਚਲੋ ਅਸੀਂ ਗੁਰੂ ਘਰ ਮੱਥਾ ਟੇਕਣ ਚਲੇ ਗਏ, ਬਾਹਰ ਉੱਥੇ ਏਡੀ ਵੱਡੀ ਮੰਡੀ ਲੱਗੀ ਸੀ, ਇੱਕ ਕਿਸੇ ਦੋਸਤ ਦੇ ਨਾਲ ਗਏ, ਕਾਰ ਖਿਲਾਰੀ, 2 ਮੁੰਡਿਆਂ ਨੇ ਕਾਰ ਖਿਲਾਰੀ ਦੇ ਵਿੱਚ ਵੜ ਗਏ ਫਟਾਫਟ, ਭਾਜੀ 2 ਪਾਉਂਡ। ਪਹਿਲਾਂ ਤੇ ਗੱਲ ਸਮਝ ਨਹੀਂ ਆਈ ਵੀ ਕੀ ਕਹਿਣਾ। ਉਹ 2 ਪਾਉਂਡ ਪਰ ਆਵਰ ਤੇ ਕੰਮ ਕਰਨ ਨੂੰ ਤਿਆਰ ਸੀਗਾ। ਉਹ ਮੈਂ ਕਿਹਾ ਭਰਾ ਮੈਂ ਤੇ ਮੱਥਾ ਟੇਕਣ ਆਇਆ ਗੁਰੂ ਘਰ, ਤੇ ਉਹਨਾਂ ਮੈਨੂੰ ਐਡੇ ਭੈੜੇ ਜਿਹੇ ਮੂੰਹ ਨਾਲ ਵੇਖ ਕੇ ਵਿਚਾਰੇ ਉੱਤਰ ਤੇ ਗਏ ਮਿਸੋਸੇ। ਮੈਂ ਕਿਹਾ ਭਰਾ ਸਾਡੇ ਕੋਲ ਗਲਤੀ ਕੀ ਹੋ ਗਈ? ਉਹ ਕਹਿੰਦਾ ਜੀ ਤੁਸੀਂ ਸਾਡੀ ਲਾਈਨ ਤੜਵਾਤੀ ਵੀ ਤੁਹਾਡੀ ਦਿਹਾੜੀ ਤੇ ਲੱਗ ਗਈ। ਸੋ ਇਹ ਚੀਜ਼ ਹੈ, ਜੇ ਸਰਕਾਰ ਇਹੋ ਚੀਜ਼ਾਂ ਉੱਥੋਂ ਦੀਆਂ ਸੱਚਾਈਆਂ ਇੱਥੇ ਦੱਸਣ ਦੀ ਕੋਸ਼ਿਸ਼ ਕਰੇ, ਕਿੰਨੇ ਦੱਸਣੀਆਂ ਨੇ? ਅੱਜ 16-17 ਲੱਖ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਬੱਚਾ ਹੈ ਸਾਡਾ 0 ਤੋਂ 5ਵੀਂ ਕਲਾਸ ਤੱਕ ਦਾ, ਉਨੇ ਟੀਚਰ ਨੇ। ਉਹਨੂੰ ਜਦੋਂ ਅਸੀਂ ਕੋਈ ਟੈਸਟ ਹੀ ਨਹੀਂ ਲੈਣਾ, ਉਹਨੂੰ ਸਿੱਧਾ ਹੀ ਪਾਸ ਕਰੀ ਜਾ ਰਹੇ ਹਾਂ। ਉਹਨੂੰ ਠੀਕ ਆ, ਉਹਨੂੰ ਕੋਈ ਮੇਚ ਪੰਨਾ ਤੇ ਰੱਖੋ, ਕਿਸ ਪਾਸੇ ਨੂੰ ਜਾਣਾ। ਅਸੀਂ ਬੁਨਿਆਦੀ ਐਜੂਕੇਸ਼ਨ ਨੂੰ ਕਿਲ ਕਰ ਦਿੱਤਾ ਕਿ ਕੋਈ ਜ਼ਰੂਰਤ ਹੀ ਨਹੀਂ ਹੈ, ਤੂੰ ਸਿੱਧਾ ਹੀ ਬੱਚੇ ਪਾਸ। ਉਹ ਚੱਲ ਗਿਆ ਅੱਗੋਂ 8ਵੀਂ ਤੱਕ, ਉਹ ਗੱਲਾਂ ਬਣ ਗਈਆਂ, ਮੁੜ ਕੇ ਨਕਲ ਦਾ ਵਰਤਾਰਾ ਹੋ ਗਿਆ, ਪਰਚੀਆਂ ਪੈਣ ਲੱਗ ਪਈਆਂ, ਸਾਰਾ ਕੁਝ ਕਰਦਿਆਂ ਐਜੂਕੇਸ਼ਨ ਸਿਸਟਮ ਇੱਥੇ ਆ ਗਿਆ। ਬਟ ਕਿਤੇ ਨਾ ਕਿਤੇ ਕੁਛ ਤੇ ਖਲੋਣਾ ਪੈਣਾ। ਇਹ ਸਮਾਜ ਦੇ ਵਿੱਚ ਅਸੀਂ ਜਿਨ੍ਹਾਂ ਨਾਲ ਵਰਤਾਰਾ ਵਾਪਰ ਰਿਹਾ, ਸਰਕਾਰ ਕੋਲੋਂ ਅਸੀਂ ਜਵਾਬਦੇਹੀ ਤੈਅ ਕਰਾਣੀ ਹੈ। ਸਰਕਾਰ ਨੇ ਆਪ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ। ਸਿਆਸੀ ਪਾਰਟੀਆਂ ਨੇ ਮਾਸ ਮੂਵਮੈਂਟ ਬਣਾ ਕੇ ਸਰਕਾਰ ਕੋਲੋਂ ਜਵਾਬਦੇਹੀ ਲੈਣੀ ਹੈ। ਇਹਦਾ ਮਤਲਬ ਤਿੰਨੇ ਆਪਾਂ ਫੇਲ ਕਰ ਰਹੇ ਹਾਂ ਕਿਸੇ ਨਾ ਕਿਸੇ ਜਗ੍ਹਾ ਤੇ। ਰੋਲ ਮਾਡਲ ਸਾਡੇ ਗਲਤ ਹੁੰਦੇ ਜਾ ਰਹੇ ਨੇ। ਸਾਡੇ ਆਪਣੇ ਰੋਲ ਮਾਡਲ ਨੂੰ ਲੋਕ ਫੋਲੋ ਕਰਦੇ ਹੁੰਦੇ ਸੀ, ਹੁਣ ਅਸੀਂ ਦੂਸਰਿਆਂ ਦੇ ਰੋਲ ਮਾਡਲ ਨੂੰ ਫੋਲੋ ਕਰ ਰਹੇ ਹਾਂ। ਇੱਥੇ ਚੀਗਵੇਰਾ ਦੀ ਇਹ ਟੀ-ਸ਼ਰਟ ਪਾ ਕੇ ਪੁੱਛ ਲਓ ਕਿਸੇ ਨੂੰ ਵੀ ਕੌਣ ਹੈ ਭਗਤ ਸਿੰਘ, ਕੌਣ ਸੀਗਾ, ਉਹ ਸਾਨੂੰ ਨਹੀਂ ਪਤਾ ਹੈਗਾ। ਉਹਦੀਆਂ ਫੋਟੋਆਂ ਕਿਉਂਕਿ ਕਿਸੇ ਮਾਰਕੀਟਿੰਗ ਕੰਪਨੀ ਨੇ ਕਿਸੇ ਇੱਕ ਏਜੰਡੇ ਤਹਿਤ ਉਹ ਫਲੱਡ ਕਰ ਦਿੱਤੀਆਂ ਪੰਜਾਬ ਦੇ ਵਿੱਚ, ਸਾਰਾ ਕੁਝ ਹੋ ਗਿਆ। ਹੁਣ WhatsApp ਦੇ ਉੱਤੇ ਐਵਰੇਜ 2 ਤੋਂ 2.5 ਘੰਟੇ ਬੱਚੇ ਕੰਮ ਕਰ ਰਹੇ ਨੇ ਉਹਦੇ ਉੱਤੇ। ਉਹ ਫਿਊਟਾਈਲ ਐਕਸਰਸਾਈਜ਼ ਹੈ। ਤੁਹਾਡਾ ਜਿਹੜਾ ਫਰਟਾਈਲ ਮਾਈਂਡ ਹੈ ਉਹ ਚੱਲ ਹੀ ਨਹੀਂ ਰਿਹਾ ਕਿਸੇ ਪਾਸੇ ਨੂੰ। ਲਿਖਣ ਦੀ ਅੱਜ ਕਿਸੇ ਬੱਚੇ ਨੂੰ ਕਹੋਗੇ ਆਪਣੀ ਲਿਖਾਈ 'ਚ ਸਾਈਨ ਕਰ ਦੇਵੇ, ਤੁਹਾਨੂੰ ਪਤਾ ਲੱਗ ਜਾਵੇਗਾ। ਅਸੀਂ ਛੋਟੇ ਹੁੰਦੇ ਕਹਿੰਦੇ ਮੋਤੀਆਂ ਵਰਗੇ ਦਾਣੇ ਪਰੋਈ ਤੂੰ ਉੱਤੇ ਜਦੋਂ ਲਿਖਾਈ ਕਰੇਗਾ। ਸੋ ਹੌਲੀ ਹੌਲੀ ਇਹ ਚੀਜ਼ਾਂ ਚੱਲੀ ਜਾ ਰਹੀਆਂ ਨੇ। ਮੈਂ ਸਿਰਫ ਇੱਕ ਕੰਪੈਰੀਜ਼ਨ ਕਰਨਾ ਚਾਹੂੰਗਾ। ਕੁਝ ਸਮਾਂ ਪਹਿਲਾਂ ਸਾਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ, ਮੈਂ ਤਾਂ ਕੰਪੇਅਰ ਕਰ ਰਿਹਾ ਕਿ ਸਰਕਾਰਾਂ ਕਰਨਾ ਜਦੋਂ ਚਾਹੁੰਦੀਆਂ ਨੇ, ਅਖੀਰ ਲਾਸਟ ਮਾਈਲ ਤੇ ਕੀ ਬਣੀ ਗੱਲ। ਉੱਥੋਂ ਦੇ ਮਿਨਿਸਟਰ ਸੀਗੇ ਡੇਵਿਡ ਮਿਲੀਬੈਂਡ, ਤੇ ਅਸੀਂ ਪ੍ਰੋਟੋਕਾਲ ਮੁਤਾਬਕ ਉਹਨਾਂ ਨਾਲ ਸਾਡਾ 1-on-1 ਡੈਲੀਗੇਸ਼ਨ ਦੇ ਵਿੱਚ ਗੱਲ ਸੀ। ਉਹਨਾਂ ਮੈਨੂੰ ਪੁੱਛਿਆ ਵੀ ਤੁਹਾਡੇ ਨੌਜਵਾਨਾਂ ਦਾ ਧਿਆਨ ਕਿੱਧਰ ਨੂੰ ਜਾ ਰਿਹਾ? ਸਾਡੇ ਤੇ ਐਗਰੀਕਲਚਰ 'ਚ 2% ਨੌਜਵਾਨ ਰਹਿ ਗਿਆ, ਸਾਰਾ ਈਸਟ ਯੂਰਪ ਆ ਕੇ ਇੱਥੇ ਖੇਤੀ ਕਰ ਰਿਹਾ। ਮੈਂ ਜੀ ਹਾਲਾਤ ਤੇ ਸਾਡੇ ਵੀ ਇਹੋ ਜਿਹੇ ਬਣਦੇ ਜਾ ਰਹੇ ਨੇ। ਕਹਿੰਦੇ ਬਈ ਰੋਕ ਸਕਦੇ ਹੋ ਤੇ ਰੋਕ ਲਓ, ਨਹੀਂ ਤੇ ਸਾਡੇ ਤੇ ਹੱਥੋਂ ਐਗਰੀਕਲਚਰ ਨਿਕਲ ਚੁੱਕੀ ਹੈ। ਐਗਰੀਕਲਚਰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇੱਕ ਧੰਦਾ ਸੀ, ਇੱਕ ਗਰੋਥ ਇੰਜਨ ਵੀ ਹੈ ਐਜ਼ ਵੈਲ ਐਜ਼ ਇੰਪਲੋਇਮੈਂਟ ਇੰਜਨ ਹੈ। ਉਹਨੂੰ ਤੇ ਲੋਕ ਭਾਰ ਸਮਝਣ ਲੱਗ ਪਏ ਨੇ। ਹੁਣ ਕਈ ਨੌਜਵਾਨ ਬਾਹਰੋਂ ਆ ਕੇ ਇੱਥੇ ਜੋ ਕਰ ਰਹੇ ਨੇ ਖੇਤੀਬਾੜੀ ਦੇ ਵਿੱਚ, ਪ੍ਰਾਇਮਰੀ ਐਜੂਕੇਸ਼ਨ 'ਚ, ਉਹਨਾਂ ਨੇ ਕਿਆ ਮਿਸਾਲਾਂ ਕਾਇਮ ਕੀਤੀਆਂ। ਲੇਕਿਨ ਸਾਡਾ ਇੱਕ ਧੁਨ ਲੱਗ ਚੁੱਕੀ ਹੈ ਵੀ ਅਸੀਂ ਬਾਹਰ ਜਾਣਾ, ਵਿਦੇਸ਼ ਜਾਣਾ, ਇੰਨੇ ਪੈਸੇ ਕਿਤੇ ਇੱਥੇ ਲਗਾਏ ਹੋਣੇ ਇਸ ਇਕਨੋਮੀ ਦੇ ਵਿੱਚ ਤੇ ਕਿਤੇ ਪਹੁੰਚ ਜਾਣ। ਅਸੀਂ ਕਿਸੇ ਚੀਜ਼ ਇਸ ਦੇ ਖਿਲਾਫ ਨਹੀਂ, ਲੇਕਿਨ ਐਂਡ ਰਿਜ਼ਲਟ ਕੀ ਹੈ ਉਹ ਮੈਟਰ ਕਰਦਾ ਹੈ। ਜੀ, ਸਮਾਂ ਕੱਢਿਆ ਤੁਸੀਂ ਇਸ ਚਰਚਾ ਦੇ ਵਿੱਚ ਆਏ, ਮੁੱਲਵਾਨ ਵਿਚਾਰ ਸਭ ਨਾਲ ਸਾਂਝੇ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮੈਂ ਮਸ਼ਕੂਰ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸੋ ਦੀ ਸਪੋਕਸਮੈਨ ਡਿਬੇਟ 'ਚ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਜ਼ਰੂਰੀ ਸਮਝੀ ਤੇ ਇਸੇ ਕਰਕੇ ਚਰਚਾ ਮੁਨੱਕਦ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਦੇ ਉੱਤੇ ਗੌਰ ਫਰਮਾਓਗੇ। ਮੁੜ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।